ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਹਰ ਬੇਅੰਤ ਹਉ ਮਿਤ ਕਰ ਵਰਨਾਉ, ਕਿਆ ਜਾਨਾ ਹੋਏ ਕੈ ਸੋਰੇ। ਕਰਾਉ ਬੇਨਤੀ ਸਤਿਗੁਰ ਆਪਣੇ, ਮੈਂ ਮੂਰਖ ਦੇਹੋ ਉਪਦੇਸੋ ਰੇ। ਗਿਆਨ ਧਿਆਨ ਕਿਛ ਕਰਮ ਨ ਜਾਨਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵਹੁ, ਬਿਖਮ ਨਦੀ ਜਾਏ ਤਰਣੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਗੌੜੀ ਮਾਝ ਮਹੱਲਾ ਪੰਜਵਾ। ਹਰ ਰਾਮ 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 ਰਾਮ, ਜਾਪ ਪੂਰਨ ਹੋਏ ਕੰਮ। ਹਰ ਰਾਮ 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 ਰਾਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ, ਪਰਮ ਸਨਮਾਨਯੋਗ ਗੁਰੂ ਕਾ ਰੂਹ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਮਹਾਰਾਜ ਜੀ ਦੀ ਪਰਮ ਕਿਰਪਾਲਤਾ ਬਖਸ਼ਿਸ਼ ਦਾ ਸਦਕਾ, ਜੋ ਹਜ਼ੂਰ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਧੁਰ ਕੀ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੋਈ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 218 ਤੱਕ ਪਹੁੰਚੀ ਹੋਈ ਹੈ। ਗੌੜੀ ਰਾਗ ਦੇ ਅੰਦਰ ਇਹ ਇਸ ਵੇਲੇ ਵਿਚਾਰ ਚੱਲ ਰਹੀ ਹੈ, ਜੋ ਪੰਚਮ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਦੇ ਮੁਖਾਰਬਿੰਦ ਤੋਂ ਉਚਾਰੇ ਹੋਏ ਸ਼ਬਦ ਹਨ। ਹੁਣ ਤੱਕ 170 ਸ਼ਬਦ ਪੰਜਵੇਂ ਪਾਤਸ਼ਾਹ ਦੇ ਵਿਚਾਰੇ ਜਾ ਚੁੱਕੇ ਹਨ। 2 ਸ਼ਬਦ ਹੋਰ ਹਨ। ਉਸ ਤੋਂ ਬਾਅਦ ਫਿਰ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਪਾਵਨ ਬਾਣੀ ਗੌੜੀ ਰਾਗ ਵਿੱਚ ਜੋ ਹੈ ਆਰੰਭ ਹੋਵੇ। ਆਓ ਗੁਰੂ ਕਿਰਪਾ ਸਦਕਾ ਹਜ਼ੂਰ ਦੇ ਸ਼੍ਰੀ ਮੁਖ ਵਾਕ ਅੰਮ੍ਰਿਤਮਈ ਬਚਨਾਂ ਨੂੰ ਵਿਚਾਰੀਏ ਅਤੇ ਸੁਣੀਏ। ਗੌੜੀ ਮਾਝ ਮਹੱਲਾ ਪੰਜਵਾ। ਗੌੜੀ ਰਾਗਣੀ ਦੀ ਵੰਨਗੀ ਮਾਝ, ਜਿਸ ਦੇ ਅੰਦਰ ਪੰਚਮ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਤੇ ਨਿਮਰਤਾ ਦੀ ਅਹੁਦੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਬਚਨ ਫਰਮਾ ਰਹੇ ਨੇ ਕਿ ਹਰ ਰਾਮ 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 ਰਾਮਾ। ਕਿ ਭਾਈ ਹਰੀ ਪਰਮਾਤਮਾ ਅਕਾਲ ਪੁਰਖ ਜੋ ਰਾਮ ਰਮਿਆ ਹੋਇਆ ਹੈ, ਪਿੱਛੇ ਵੀ ਵਿਆਪਕ ਸੀ, ਹੁਣ ਵੀ ਵਿਆਪਕ ਹੈ, ਆਉਣ ਵਾਲੇ ਸਮੇਂ 'ਚ ਵੀ ਜੋ ਵਿਆਪਕ ਹੀ ਰਹੇਗਾ। ਔਰ ਸਰੀਰਾਂ ਵਿੱਚ ਵੀ ਵਿਆਪਕ ਹੈ, ਬਾਹਰੀ ਕੁਦਰਤ ਅੰਦਰ ਵੀ ਵਿਆਪਕ ਹੈ, ਜੀਆਂ ਦੇ ਅੰਦਰ ਬਾਹਰ ਸਮਾਇਆ ਹੋਇਆ। ਹਰੀ ਜੋ ਦੁੱਖਾਂ ਦਾ ਹਾਰਕ ਹੈ, ਰਾਮ ਜੋ ਰਮਿਆ ਹੋਇਆ ਹੈ, ਪਿੱਛੇ ਵੀ ਹੁਣ ਵੀ ਅੱਗੇ ਨੂੰ ਵੀ ਜੋ ਵਿਆਪਕ ਸਰੂਪ ਹੈ ਵਾਹਿਗੁਰੂ ਪਰਮਾਤਮਾ। ਜਪ ਪੂਰਨ ਹੋਏ ਕੰਮ। ਇਹ ਜਿਹੜੇ ਪਰਮਾਤਮਾ ਦੇ ਨਾਮ ਹਨ, ਚਾਹੇ ਕੋਈ ਹਰੀ ਹਰੀ ਜਪਦਾ ਹੈ, ਕੋਈ ਰਾਮ ਰਾਮ ਜਪਦਾ ਹੈ, ਕੋਈ ਨਾਰਾਇਣ ਜਪਦਾ ਹੈ, ਕੋਈ ਗੋਬਿੰਦ, ਕੋਈ ਅੱਲਾ, ਕੋਈ ਖੁਦਾ, ਕੋਈ ਗੌਡ ਕਹਿੰਦਾ ਉਸ ਨੂੰ। ਅਨੇਕਾਂ ਹੀ ਵਾਹਿਗੁਰੂ ਪਰਮਾਤਮਾ ਦੇ ਨਾਮ ਹਨ। ਜਪ ਪੂਰਨ ਹੋਏ ਕੰਮ। ਜਿਹੜਾ ਵੀ ਜਪਦਾ ਹੈ ਵਾਹਿਗੁਰੂ ਦੇ ਨਾਮ ਨੂੰ, ਜਪ ਜਪ ਕੇ ਉਹਨਾਂ ਦੇ ਸਾਰੇ ਕੰਮ ਪੂਰਨ ਹੋਏ ਹਨ। ਕੋਈ ਕੰਮ ਅਧੂਰਾ ਨਹੀਂ ਰਿਹਾ। ਸੰਸਾਰ ਦੇ ਵਿਵਹਾਰਕ ਕਾਰਜ ਤੇ ਪਰਮਾਰਥਕ ਕਾਰਜ ਜਿਸ ਵਾਸਤੇ ਉਹ ਜਪਦੇ ਹਨ। ਕੋਈ ਜਪਦਾ ਹੈ ਵਿਹਾਰਾਂ ਦੀ ਸਿੱਧੀ ਵਾਸਤੇ, ਸੰਸਾਰਕ ਸੁੱਖਾਂ ਦੀ ਪ੍ਰਾਪਤੀ ਵਾਸਤੇ, ਕੋਈ ਸੁੱਖਾਂ ਦੀ ਬਿਰਧੀ ਵਾਸਤੇ, ਤੇ ਕੋਈ ਵਾਹਿਗੁਰੂ ਜੀ ਦਾ ਗਿਆਨ ਹਾਸਲ ਕਰਨ ਲਈ, ਆਤਮ ਆਨੰਦ ਪ੍ਰਾਪਤ ਕਰਨ ਲਈ, ਕੋਈ ਮੁਕਤ ਹੋਣ ਵਾਸਤੇ ਆਦਿਕ। ਇਉਂ ਕੁਝ ਵਿਵਹਾਰਕ ਕੰਮ ਹਨ, ਕੁਝ ਪਰਮਾਰਥਕ ਕੰਮ ਹਨ। ਜਿਨ੍ਹਾਂ ਨੇ ਵੀ ਜਿਸ ਭਾਵਨਾ ਸਹਿਤ ਵਾਹਿਗੁਰੂ ਦੇ ਇਹ ਨਾਮਾਂ ਦਾ ਉਚਾਰਨ ਕੀਤਾ, ਜਪਿਆ ਹੈ, ਉਹਨਾਂ ਦੇ ਜਪ ਜਪ ਕੇ ਕੰਮ ਪੂਰੇ ਹੋਏ ਹਨ। ਰਹਾਉ ਰਾਮ ਗੋਬਿੰਦ ਜਪੇਦਿਆ, ਹੋਆ ਮੁਖ ਪਵਿੱਤਰ। ਉਸ ਰਮੇ ਹੋਏ ਰਾਮ ਨੂੰ ਜੋ ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ ਹੈ, ਗੋ ਪ੍ਰਿਥਵੀ ਸ੍ਰਿਸ਼ਟੀ ਦਾ ਬਿੰਦ ਰਕਸ਼ਕ ਹੈ, ਗੁਰਾਂ ਦੀ ਬਾਣੀ ਕਰਕੇ ਬਿੰਦ ਜਾਣਨੇ ਯੋਗ ਹੈ। ਐਸਾ ਜੋ ਵਾਹਿਗੁਰੂ ਹੈ, ਉਸ ਨੂੰ ਜਪੇਦਿਆਂ ਜਪੰਦਿਆਂ ਜਪਦਿਆਂ ਜਾਣੇ। ਹੋਆ ਮੁਖ ਪਵਿੱਤਰ। ਜੋ ਜਪਣ ਵਾਲਾ ਹੈ ਕੋਈ ਵੀ, ਉਸ ਦਾ ਮੁਖ ਪਵਿੱਤਰ ਹੋ ਗਿਆ ਹੈ, ਕਿਉਂਕਿ ਹੋਰ ਕਿਸੇ ਢੰਗ ਵਜ੍ਹਾ ਤਰੀਕੇ ਵਿਧੀ ਨਾਲ ਅਸੀਂ ਪਵਿੱਤਰ ਨਹੀਂ ਹੋ ਸਕਦੇ।
ਪਵਿੱਤਰ ਵਾਹਿਗੁਰੂ ਦਾ ਨਾਮ ਹੈ ਅਤੇ ਇਹ ਪਵਿੱਤਰ ਨਾਮ ਹੀ ਸਾਡੇ ਸਰੀਰ ਨੂੰ, ਸਾਡੇ ਇੰਦਰੀਆਂ ਨੂੰ, ਸਾਡੇ ਕਰਮਾਂ ਨੂੰ ਪਵਿੱਤਰ ਕਰਨ ਵਾਲਾ ਹੈ। ਹਰੀ ਦੇ ਜਾਪ ਕਰਕੇ, ਸਿਮਰਨ ਕਰਕੇ ਸਾਡੇ ਸਰੀਰ, ਇੰਦਰੇ, ਮਨ ਅਤੇ ਸਾਡੇ ਕਰਮ ਵੀ ਪਵਿੱਤਰ ਹੁੰਦੇ ਨੇ। ਹਰ ਜਸ ਸੁਣੀਐ ਜਿਸ ਤੇ ਸੋਈ ਭਾਈ ਮਿੱਤਰ। ਜਿਸ ਗੁਰਮੁਖ ਪਿਆਰੇ ਤੋਂ, ਹਰੀ ਅਕਾਲ ਪੁਰਖ ਪਰਮਾਤਮਾ ਦਾ ਅਸੀਂ ਜਸ ਸੁਣੀਏ, ਜਿਸ ਤੋਂ ਸੁਣਿਆ ਜਾਏ, ਜਿਸ ਦੀ ਰਸਨਾ ਤੋਂ ਵਾਹਿਗੁਰੂ ਦਾ ਜਸ ਸਾਨੂੰ ਸੁਣਨ ਨੂੰ ਪ੍ਰਾਪਤ ਹੋਏ, ਅਸਲ ਮਾਇਨਿਆਂ ਵਿੱਚ, ਅਸਲੀਅਤ ਵਿੱਚ ਉਹੀ ਸਾਡਾ ਭਰਾ ਹੈ। ਜਿਵੇਂ ਸਕਾ ਅੰਮਾ ਜਾਏ ਭਰਾ, ਮਾਂ ਜਾਏ ਭਰਾਵਾਂ ਨਾਲ ਬਹੁਤ ਮੁਹੱਬਤ ਹੁੰਦੀ ਹੈ, ਜਾਂ ਬੜਾ ਆਸਰਾ ਮੰਨੇ ਗਏ ਨੇ ਸਕੇ ਭਰਾ। ਭਰਾ ਬਾਹਾਂ ਮੰਨੇ ਗਏ ਨੇ, ਆਸਰਾ ਮੰਨੇ ਗਏ ਨੇ, ਆਪਣੀ ਸ਼ਕਤੀ ਮੰਨੇ ਗਏ ਨੇ। ਪਰ ਹਜ਼ੂਰ ਕਹਿੰਦੇ ਨੇ ਜਿਸ ਤੋਂ ਹਰੀ ਪ੍ਰਮਾਤਮਾ ਦਾ ਜਸ ਸੁਣਨ ਨੂੰ ਸਾਨੂੰ ਮਿਲੇ, ਜਿਹੜਾ ਰਸਨਾ ਤੋਂ ਵਾਹਿਗੁਰੂ ਦਾ ਜਸ ਸੁਣਾਵੇ ਸਾਨੂੰ ਭਾਵਨਾ ਸਹਿਤ, ਉਹੀ ਸਾਡਾ ਭਰਾ ਹੈ, ਉਹੀ ਸਾਡਾ ਮਿੱਤਰ ਹੈ। ਮਿੱਤਰ ਵੀ ਆਪਣੀ ਸਹੂਲਤ ਵਾਸਤੇ ਅਤੇ ਆਪਣੇ ਸੁੱਖਾਂ ਵਾਸਤੇ ਅਸੀਂ ਦੁਨੀਆ ਵਿੱਚ ਮਿੱਤਰ ਬਣਾਉਂਦੇ ਹਾਂ, ਉਹਨਾਂ ਤੋਂ ਸਾਨੂੰ ਲਾਭ ਹੁੰਦਾ ਹੈ। ਤਾਂ ਹਜ਼ੂਰ ਕਹਿੰਦੇ ਨੇ ਅਸਲ ਲਾਭ ਤਾਂ ਭਾਈ ਵਾਹਿਗੁਰੂ ਦੇ ਨਾਮ ਦਾ ਹੈ। ਇਹਦੇ ਨਾਲ ਜੀਵਨ ਸਫਲਾ ਹੁੰਦਾ ਹੈ ਅਤੇ ਜਿਹੜਾ ਸਾਨੂੰ ਵਾਹਿਗੁਰੂ ਪਰਮਾਤਮਾ ਦਾ ਜਸ ਸੁਣਾਵੇ ਉਹੀ ਸਾਡਾ ਮਿੱਤਰ ਹੈ, ਭਾਈ ਹੈ। ਸਭ ਪਦਾਰਥ ਸਭ ਫਲਾ ਸਰਬ ਗੁਣਾ ਜਿਸ ਮਾਹੇ। ਜਿਸ ਪਰਮਾਤਮਾ ਦੇ ਵਿੱਚ, ਯਾਨੀ ਜਿਸ ਦੇ ਪਾਸ, ਜਿਸ ਦੇ ਵੱਸ ਵਿੱਚ ਸਾਰੇ ਪਦਾਰਥ ਹਨ। ਆਮ ਤੌਰ 'ਤੇ ਪਦਾਰਥ ਚਾਰ ਮੰਨੇ ਨੇ, ਜਿਵੇਂ ਗੁਰੂ ਕੀ ਬਾਣੀ ਵਿੱਚ ਵੀ ਬਚਨ ਹੈ, ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾਗੈ। ਚਾਰ ਪਦਾਰਥ ਆਖੀਅਨ ਸਤਿਗੁਰ ਦੇ ਨਾ ਗੁਰਸਿੱਖ ਮੰਗੈ, ਭਾਈ ਗੁਰਦਾਸ ਜੀ। ਉਹ ਚਾਰ ਪਦਾਰਥ ਧਰਮ, ਅਰਥ, ਕਾਮ, ਮੋਖ। ਪਦਾਰਥ ਬਹੁਤ ਹੀ ਮਹਾਨ ਵਸਤੂ ਨੂੰ ਕਿਹਾ ਜਾਂਦਾ, ਉਸ ਵਾਸਤੇ ਪਦਾਰਥ ਸ਼ਬਦ ਵਰਤਿਆ ਜਾਂਦਾ। ਔਰ ਜਿਵੇਂ ਮਨੁੱਖਾ ਜਨਮ ਹੈ, ਇਹ ਵੀ ਬਹੁਤ ਵੱਡਾ ਪਦਾਰਥ ਹੈ, ਇਹਨੂੰ ਦੁਰਲੱਭ ਪਦਾਰਥ ਕਿਹਾ। ਇਹ ਜਨਮ ਪਦਾਰਥ ਪਾਏ ਕੈ ਹਰ ਨਾਮ ਨਾ ਚੇਤੈ ਲਿਵਲਾਏ, ਪੱਖ ਹਿੱਸਿਆ ਰਹਿਣਾ ਨਹੀਂ ਆਗਿਆ ਠੌਰ ਨਾ ਪਾਏ। ਇਸ ਪ੍ਰਕਾਰ ਧਰਮ ਪ੍ਰਾਪਤ ਹੋ ਜਾਣਾ, ਧਰਮੀਆਂ ਵਾਲੇ ਗੁਣ, ਇਨਸਾਨ ਦੇ ਜੀਵਨ ਵਿੱਚ ਧਰਮ ਹੋਣਾ। ਅਰਥ ਪਦਾਰਥ ਵੀ ਸਾਰੇ ਹੋਣੇ। ਕਈ ਵਾਰੀ ਬੰਦਾ ਧਰਮੀ ਹੁੰਦਾ ਪਰ ਉਹ ਗਰੀਬੀ ਨਾਲ ਘੁਲਦਾ। ਅਰਥ ਪਦਾਰਥ ਵੀ ਹੋਣੇ ਅਤੇ ਕਾਮਨਾਵਾਂ ਵੀ ਸਭ ਪੂਰੀਆਂ ਹੋਣੀਆਂ, ਅਤੇ ਅੰਤ ਨੂੰ ਮੋਖ ਪਦਵੀ, ਮੁਕਤੀ ਵੀ ਪ੍ਰਾਪਤ ਹੋ ਜਾਣੀ। ਇਹ ਚਾਰ ਵੱਡੇ ਪਦਾਰਥ ਮੰਨੇ ਗਏ ਨੇ। ਪਰ ਸਤਿਗੁਰੂ ਮਹਾਰਾਜ ਨੇ ਨਾਮ ਪਦਾਰਥ ਨੂੰ ਬਹੁਤ ਹੀ ਮਹਾਨਤਾ ਦਿੱਤੀ। ਮਨੁੱਖਾ ਜਨਮ ਨੂੰ ਵੀ ਪਦਾਰਥ ਕਿਹਾ ਹੈ। ਨਾਮ ਪਦਾਰਥ, ਗਿਆਨ ਪਦਾਰਥ, ਮੁਕਤ ਪਦਾਰਥ, ਇਹ ਵੀ ਪਦਾਰਥਾਂ ਦੇ ਨਾਮਾਂ ਵਿੱਚ ਆਏ ਨੇ। ਸੋ ਇਸ ਪ੍ਰਕਾਰ ਹਜ਼ੂਰ ਕਹਿ ਰਹੇ ਨੇ ਕਿ ਸਭ ਪਦਾਰਥ, ਸਾਰੇ ਹੀ ਪਦਾਰਥ, ਸਭ ਫਲਾ, ਸਾਰੇ ਫਲ, ਜਿਵੇਂ ਗਿਆਨ ਆਦਿਕ ਫਲ ਹੀ ਮੰਨੇ ਗਏ ਨੇ। ਜੀਵਨ ਦਾ ਸਫਲਤਾ, ਜੀਵਨ ਦੀ ਸਫਲਤਾ ਗਿਆਨ ਹੈ। ਗਿਆਨ ਰੂਪੀ ਫਲ ਲੱਗੇ ਅਤੇ ਜੀਵਨ ਸਫਲ ਹੈ। ਸਾਰੇ ਫਲ ਵੀ ਪ੍ਰਾਪਤ ਹੋ ਗਏ ਅਤੇ ਸਰਬ ਗੁਣਾ, ਸਾਰੇ ਗੁਣ ਵੀ ਜਿਸ ਪਰਮਾਤਮਾ ਦੇ ਵਸ ਵਿੱਚ ਨੇ, ਜਿਸ ਦੇ ਸਰੂਪ ਵਿੱਚ ਇਹ ਸਾਰਾ ਕੁਝ ਹੈ। ਭਾਵ ਜਿਸ ਪਰਮਾਤਮਾ ਤੋਂ ਮੰਗਿਆ ਹੋਰ ਕਿਸੇ ਪਾਸੋਂ ਜਾ ਕੇ ਮੰਗਣ ਦੀ ਲੋੜ ਨਹੀਂ ਪਏਗੀ। ਕਿਉਂ ਗੋਬਿੰਦ ਮਨੋਂ ਵਿਸਾਰੀਐ ਜਿਸ ਸਿਮਰਤ ਦੁੱਖ ਜਾਹੇ। ਮਨੁੱਖ ਇਹੀ ਚਾਹੁੰਦਾ ਨਾ ਵੀ ਮੇਰੇ ਸਭ ਦੁੱਖ ਮਿਟ ਜਾਣ। ਤਾਂ ਹਜ਼ੂਰ ਕਹਿੰਦੇ ਨੇ ਅਸਲ ਮਾਇਨਿਆਂ ਦੇ ਵਿੱਚ ਦੁੱਖ ਮਿਟਦੇ ਹੀ ਇੰਝ ਨੇ। ਜਿਸ ਗੋਬਿੰਦ ਪਰਮਾਤਮਾ ਦਾ ਸਿਮਰਨ ਕਰਦਿਆਂ ਹੋਇਆਂ ਦੁੱਖ ਚਲੇ ਜਾਂਦੇ ਨੇ, ਐਸੇ ਗੋਬਿੰਦ ਵਾਹਿਗੁਰੂ ਪਰਮਾਤਮਾ ਨੂੰ ਕਿਉਂ ਫਿਰ ਮਨ ਵਿੱਚੋਂ ਵਿਸਾਰੀਏ। ਭਾਵ ਕਿ ਨਹੀਂ ਵਿਸਾਰਨਾ ਚਾਹੀਦਾ। ਕਿਵੇਂ ਵੀ ਗੋਬਿੰਦ ਪਰਮਾਤਮਾ ਨੂੰ ਮਨ ਵਿੱਚੋਂ ਨਾ ਵਿਸਾਰੀਏ, ਸਦਾ ਵਾਸਤੇ ਸਿਮਰਨ ਕਰੀਏ ਪਰਮਾਤਮਾ ਦਾ, ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਜਿਸ ਲੜ ਲੱਗਿਆ ਜੀਵੀਐ ਭਵਜਲ ਪਈਐ ਪਾਰ। ਜਿਸ ਪਰਮਾਤਮਾ ਦੇ ਨਾਮ ਰੂਪੀ ਲੜ ਨਾਲ ਲੱਗਿਆ ਹੋਇਆ, ਜਿਸ ਪਰਮਾਤਮਾ ਦੇ ਪ੍ਰੇਮ ਜਾਂ ਸ਼ਰਨ ਰੂਪੀ ਲੜ ਪੱਲੇ ਨਾਲ ਲੱਗਣ ਕਰਕੇ ਜੀਵੀਐ ਆਤਮਿਕ ਜੀਵਨ ਪ੍ਰਾਪਤ ਹੋ ਜਾਂਦਾ, ਅਸਲ ਜੀਵਨ ਮਿਲਦਾ ਹੈ। ਅਤੇ ਭਵਜਲ ਪਈਐ ਪਾਰ। ਭਵਜਲ ਭਵ ਡਰ ਦਾ ਜਲ ਪਾਣੀ, ਜਿਸ ਸੰਸਾਰ ਸਮੁੰਦਰ ਵਿੱਚ ਭਰਿਆ ਹੋਇਆ, ਇੱਥੋਂ ਪਾਰ ਹੋ ਜਾਈਦਾ, ਪਾਰ ਪੈ ਜਾਈਦਾ, ਭਾਵ ਪਾਰ ਲੰਘ ਜਾਈਦਾ ਹੈ। ਜਿਸ ਪਰਮਾਤਮਾ ਦੇ
ਸ਼ਰਨ ਰੂਪੀ ਪੱਲੇ ਨਾਲ ਲੱਗਣ ਕਰਕੇ ਆਤਮਿਕ ਜੀਵਨ ਮਿਲ ਜਾਂਦਾ ਤੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ। ਮਿਲ ਸਾਧੂ ਸੰਗ ਉਧਾਰ ਹੋਏ, ਮੁਖ ਉਜਲ ਦਰਬਾਰ। ਐਸੇ ਵਾਹਿਗੁਰੂ ਪਰਮਾਤਮਾ ਦਾ ਜੋ ਲੜ ਪੱਲਾ ਉਹ ਕਿਵੇਂ ਸਾਨੂੰ ਪ੍ਰਾਪਤ ਹੁੰਦਾ? ਸਾਧੂ ਸਤਿਗੁਰਾਂ ਦੀ ਸੰਗਤ ਵਿੱਚ ਮਿਲ ਕੇ ਜੀਵ ਦਾ ਉਧਾਰ ਹੁੰਦਾ। ਜੀਵ ਸੰਸਾਰ ਦੇ ਦੁੱਖਾਂ ਵਿਕਾਰਾਂ ਪਾਪਾਂ ਤੋਂ ਉੱਪਰ ਉੱਠ ਜਾਂਦਾ। ਉਧਾਰ ਦਾ ਇਹ ਅਰਥ ਹੈ। ਮਿਲ ਸਾਧੂ ਸੰਗ, ਸਾਧੂ ਸਤਿਗੁਰਾਂ ਦੀ ਸੰਗਤ ਵਿੱਚ ਮਿਲ ਕੇ, ਸਾਧੂ ਪੁੱਗੇ ਹੋਏ ਮਹਾਤਮਾ ਗੁਰੂ ਕੇ ਪਿਆਰਿਆਂ ਗੁਰਮੁਖ ਜਨਾਂ ਦੀ ਸੰਗਤ 'ਚ ਮਿਲ ਕੇ ਉਧਾਰ ਹੋ ਜਾਂਦਾ। ਤੇ ਫਿਰ ਉਧਾਰ ਇਹ ਹੈ ਨਿਸ਼ਾਨੀ ਉਧਾਰ ਦੀ ਕਿ ਵਾਹਿਗੁਰੂ ਦੇ ਦਰਬਾਰ ਵਿੱਚ ਅੰਤ ਨੂੰ ਉਜਲਾ ਮੁਖ ਲੈ ਕੇ ਜਾਈਦਾ। ਉਸ ਪਰਮਾਤਮਾ ਦੀ ਦਰਗਾਹ ਵਿੱਚ ਆਦਰ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ, ਜਿਸ ਪਰਮਾਤਮਾ ਦੇ ਸਿਮਰਨ ਦੁਆਰਾ। ਜੀਵਨ ਰੂਪ ਗੋਪਾਲ ਜਸ ਸੰਤ ਜਨਾ ਕੀ ਰਾਸ। ਜੋ ਅਸਲੀ ਜੀਵਨ ਰੂਪ ਹੈ, ਜੀਵਨ ਦਾ ਜੋ ਅਸਲੀ ਰੂਪ ਹੈ ਆਤਮਿਕ ਜੀਵਨ ਦਾ, ਔਰ ਗੋਪਾਲ ਪਰਮਾਤਮਾ ਦਾ ਜਸ ਹੈ। ਵਾਹਿਗੁਰੂ ਦਾ ਜੋ ਸ੍ਰਿਸ਼ਟੀ ਦੇ ਪਾਲਕ ਪਰਮਾਤਮਾ ਦਾ ਜਸ ਹੈ ਨਾ, ਇਹ ਸਾਡੇ ਲਈ ਜੀਵਨ ਰੂਪ ਹੈ। ਅਬ ਮੋਹ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ, ਸੰਤਨ ਕੀ ਸ਼ਰਨ ਆਈ। ਜਾਂ ਜੀਵਨ ਪਦਵੀ ਹਰ ਕੇ ਉਦਾਸ, ਜਿਨ ਮਿਲਿਆ ਆਤਮ ਪ੍ਰਗਾਸ। ਜੀਵਨ ਤੇ ਰੂਪ, ਅਸਲੀ ਜ਼ਿੰਦਗੀ ਤੇ ਅਸਲੀ ਅੰਦਰਲਾ ਰੂਪ, ਆਤਮਿਕ ਰੂਪ ਕੀ ਹੈ? ਗੋਪਾਲ ਸ੍ਰਿਸ਼ਟੀ ਦੇ ਪਾਲਕ ਪਰਮਾਤਮਾ ਦਾ ਜਸ। ਸੰਤ ਜਨਾਂ ਕੀ ਰਾਸ। ਇਸੇ ਕਰਕੇ ਰੱਬ ਦੇ ਸੰਤਾਂ ਦਾ ਸਤਿਕਾਰ ਹੈ, ਕਿਉਂਕਿ ਉਹਨਾਂ ਸੰਤ ਜਨਾਂ ਦਾ ਸਰਮਾਇਆ, ਉਹਨਾਂ ਦੀ ਰਾਸ ਪੂੰਜੀ ਇਹ ਵਾਹਿਗੁਰੂ ਦਾ ਜਸ ਹੁੰਦਾ। ਉਹਨਾਂ ਨੇ ਆਪਣੇ ਜੀਵਨ ਵਿੱਚ ਪਰਮਾਤਮਾ ਦਾ ਜਸ ਰੂਪੀ ਸਰਮਾਇਆ ਇਕੱਠਾ ਕੀਤਾ। ਨਾਨਕ ਉਬਰੇ ਨਾਮ ਜਪ, ਦਰ ਸੱਚਾ ਸਾਬਾਸ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਜਿਹੜੇ ਵਾਹਿਗੁਰੂ ਪਰਮਾਤਮਾ ਦਾ ਨਾਮ ਜਪ ਕੇ ਉਬਰੇ ਬਚ ਗਏ ਹਨ ਸੰਸਾਰ ਸਮੁੰਦਰ 'ਚ ਡੁੱਬਣ ਤੋਂ, ਵਿਕਾਰਾਂ ਦੀਆਂ ਘੁੰਮਣ ਘੇਰੀਆਂ ਤੋਂ ਜਿਹੜੇ ਉਬਰੇ ਬਚ ਗਏ ਨਾਮ ਜਪ ਕੇ, ਦਰ ਸੱਚਾ ਸਾਬਾਸ। ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਵਾਹਿਗੁਰੂ ਦੇ ਸੱਚੇ ਦਰਬਾਰ ਅੰਦਰ, ਸੱਚੇ ਪਰਮਾਤਮਾ ਦੇ ਸੱਚੇ ਦਰਬਾਰ ਅੰਦਰ ਉਹਨਾਂ ਨੂੰ ਹਮੇਸ਼ਾ ਸ਼ਾਬਾਸ਼ ਮਿਲਦੀ ਹੈ, ਸਤਿਕਾਰ ਮਿਲਦਾ ਹੈ। ਉੱਥੇ ਵਾਹਿਗੁਰੂ ਦੇ ਦਰ 'ਤੇ ਉਹਨਾਂ ਨੂੰ ਵਡਿਆਇਆ ਜਾਂਦਾ ਹੈ। ਇਹ ਵਾਹਿਗੁਰੂ ਦੇ ਨਾਮ ਸਿਮਰਨ ਦੁਆਰਾ ਹੀ ਐਸਾ ਹੁੰਦਾ। ਐਸਾ ਵਾਹਿਗੁਰੂ ਦਾ ਨਾਮ ਹੈ। ਗੌੜੀ ਮਾਝ ਮਹੱਲਾ ਪੰਜਵਾਂ। ਗੌੜੀ ਰਾਗਣੀ ਦੀ ਮਾਝ ਜਾਤੀ ਅੰਦਰ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਜੀ ਬਚਨ ਫਰਮਾਉਂਦੇ ਨੇ, ਮੀਠੇ ਹਰ ਗੁਣ ਗਾਓ ਜਿੰਦੂ, ਤੂੰ ਮੀਠੇ ਹਰ ਗੁਣ ਗਾਓ। ਸਤਿਗੁਰੂ ਮਹਾਰਾਜ ਸਾਨੂੰ ਸਮਝਾ ਰਹੇ ਨੇ ਕਿ ਆਪਣੀ ਜਿੰਦ ਨੂੰ, ਆਪਣੇ ਮਨ ਨੂੰ, ਆਪਣੇ ਜੀਓ ਨੂੰ ਸਮਝਾਓ ਕਿ ਹੇ ਮੇਰੀ ਜਿੰਦੇ, ਮਨ ਕਰਕੇ ਵੀ ਵਾਹਿਗੁਰੂ ਪਰਮਾਤਮਾ ਦੇ ਗੁਣ ਗਾ ਹਰੀ ਦੇ, ਜੋ ਮਿੱਠੇ ਹਨ, ਪਿਆਰੇ ਲੱਗਣ ਵਾਲੇ। ਔਰ ਫਿਰ ਦੁਬਾਰਾ ਬਚਨ ਹੈ, ਮੀਠੇ ਹਰ ਗੁਣ ਗਾਓ, ਯਾਨੀ ਪ੍ਰੋੜਤਾ ਕੀਤੀ ਹੈ। ਸਿੰਘਾਵਲੋਕਨੀ ਵੀ ਕਿਹਾ ਜਾਂਦਾ ਇਸ ਨੂੰ, ਕਿ ਜਿਹੜਾ ਬਚਨ ਪਿੱਛੇ ਕਰੀਏ ਦੁਬਾਰਾ ਉਹ ਫਿਰ ਬਚਨ ਦੁਹਰਾਇਆ ਜਾਏ, ਦੁਹਰਾਓ। ਸਤਿਗੁਰੂ ਮਹਾਰਾਜ ਨੇ ਬਹੁਤ ਵਾਰੀ ਐਸੇ ਬਚਨ ਕੀਤੇ ਹਨ। ਸੋ ਬਾਰ-ਬਾਰ ਇਹੀ ਪ੍ਰੇਰਨਾ, ਇਹੀ ਉਪਦੇਸ਼ ਦਿੱਤਾ ਕਿ ਵਾਹਿਗੁਰੂ ਦਾ ਸਿਮਰਨ ਕਰੋ। ਪ੍ਰੋੜਤਾ ਹੈ, ਨਿਚੋੜ ਕੱਢ ਦੱਸਿਆ ਹਜ਼ੂਰ ਨੇ। ਹੇ ਮੇਰੀ ਜਿੰਦੇ, ਮਨ ਕਰਕੇ ਵੀ ਹਰੀ ਪ੍ਰਮਾਤਮਾ ਦੇ ਗੁਣ ਗਾ, ਰਸਨਾ ਕਰਕੇ ਵੀ ਹਰੀ ਪ੍ਰਮਾਤਮਾ ਦੇ ਗੁਣ ਗਾ, ਜੋ ਮਿੱਠੇ ਲੱਗਣ ਵਾਲੇ ਹਨ। ਮਿੱਠੇ ਦਾ ਮਤਲਬ ਚੰਗਾ ਫਲ ਦੇਣ ਵਾਲੇ ਨੇ। ਪਿਆਰੇ ਗੁਣ ਗਾਓ ਵਾਹਿਗੁਰੂ ਪਰਮਾਤਮਾ ਦੇ। ਸੱਚੇ ਸੇਤੀ ਰਤਿਆ, ਮਿਲਿਆ ਨਥਾਵੇਂ ਥਾਓ। ਸੱਚੇ ਅਕਾਲ ਪੁਰਖ ਪਰਮਾਤਮਾ ਦੇ ਸੇਤੀ ਨਾਲ ਰਤਿਆ, ਜਿਹੜਾ ਰਤਿਆ ਗਿਆ, ਜਿਹਦਾ ਮਨ ਰੰਗਿਆ ਗਿਆ। ਜਿਵੇਂ ਕਿਹਾ ਨਾ ਹਜ਼ੂਰ ਨੇ, ਮਨ ਰੰਗੋ ਵਡ ਭਾਗੀ ਹੋ, ਗੁਰ ਤੁੱਠਾ ਕਰੇ ਪਸਾਓ। ਸੱਚੇ ਅਕਾਲ ਪੁਰਖ ਦੇ ਨਾਮ ਨਾਲ, ਉਸ ਵਾਹਿਗੁਰੂ ਦੇ ਚਰਨਾਂ ਨਾਲ ਜੇ ਰੱਤੇ ਜਾਈਏ ਤਾਂ ਮਿਲਿਆ ਨਥਾਵੇਂ ਥਾਓ। ਜਿਹੜੇ ਰੱਤੇ ਗਏ ਉਹਨਾਂ ਨੂੰ, ਨਥਾਵਿਆਂ ਨੂੰ ਵਾਹਿਗੁਰੂ ਦੇ ਦਰ 'ਤੇ ਥਾਂ ਮਿਲਿਆ ਹੈ, ਉਹਨਾਂ ਨੂੰ ਸਤਿਕਾਰ ਮਿਲਿਆ, ਇੱਜ਼ਤ ਮਿਲੀ ਹੈ। ਜਿਹੜੇ ਨਥਾਵੇਂ ਸਨ, ਜਿਨ੍ਹਾਂ ਦਾ ਕੋਈ ਟਿਕਾਣਾ ਨਹੀਂ ਸੀ, ਉਹਨਾਂ ਨੂੰ ਥਾਂ ਮਿਲ ਗਿਆ, ਟਿਕਾਣਾ ਮਿਲ ਗਿਆ, ਵਿਸ਼ਰਾਮ ਮਿਲ ਗਿਆ ਹੈ। ਰਹਾਓ। ਹੋਰ ਸਾਧ ਸਭ ਫਿੱਕਿਆ, ਤਨ ਮਨ ਫਿੱਕਾ ਹੋਏ। ਵਾਹਿਗੁਰੂ ਜੀ ਦੇ ਸਿਮਰਨ ਤੋਂ ਬਗੈਰ ਫੀਕੇ ਹਰ ਕੇ ਨਾਮ ਬਿਨ ਸਾਧ। ਹਰ ਬਿਨ ਕਛੂ ਨ ਲਾਗੇ ਭਗਤਨ ਕੋ ਮੀਠਾ, ਆਨ ਸਵਾਦ ਸਭ ਫੀਕਿਆ
ਕਰ ਨਿਰਣੋ ਡੀਠਾ। ਭਗਤਾਂ ਨੇ ਨਿਰਣਾ ਕਰਕੇ ਵੇਖ ਲਿਆ ਹੈ ਕਿ ਸਾਰੇ ਹੀ ਸਵਾਦ ਫਿੱਕੇ ਨੇ। ਅੱਜ ਛਕਣ ਵੇਲੇ ਕੋਈ ਭੋਜਨ ਛਕੀਏ ਜਾਂ ਕੋਈ ਵਕਾਰ ਭੋਗੇ ਜੀਵ ਜਾਂ ਕੁਛ ਵੀ ਐਸਾ ਕਰੇ ਤਾਂ ਉਦੋਂ ਮਿੱਠਾ ਲੱਗਦਾ, ਪਰ ਬਾਅਦ ਵਿੱਚ ਉਹ ਸਾਰੇ ਫਿਰ ਕੌੜੇ ਲੱਗਦੇ ਨੇ। ਖਿਨਮਹਿ ਕੌੜੇ ਹੋ ਗਏ ਜਿਤੜੇ ਮਾਇਆ ਭੋਗ, ਕਿਉਂਕਿ ਦੁਖਦਾਈ ਬਣ ਜਾਂਦੇ ਨੇ। ਰਸਨਾ ਨਾਲ ਸਵਾਦ ਆਉਣ ਵਾਲੇ ਜਿਹੜੇ ਪਦਾਰਥ ਨੇ ਉਹ ਵੀ ਲਾਲਚ ਵਸ ਖਾਈਏ ਜ਼ਿਆਦਾ ਤੇ ਉਹ ਵੀ ਰੋਗ ਬਣ ਜਾਂਦੇ ਨੇ। ਮਿੱਠਾ ਕਰਕੇ ਖਾਇਆ ਪਿਆਰੇ ਤਿੰਨ ਤਨ ਕੀਤਾ ਰੋਗ, ਕੌੜਾ ਹੋਏ ਪਤਿਸ਼ਟਿਆ ਪਿਆਰੇ ਤਿਸਤੇ ਉਪਜਿਆ ਸੋਗ। ਭੋਗ ਪੁੰਝਾਏ ਭੁਲਾਜਨ ਪਿਆਰੇ ਉਤਰੈ ਨਹੀਂ ਵਿਜੋਗ। ਪਰ ਵਾਹਿਗੁਰੂ ਦਾ ਨਾਮ ਪਹਿਲਾਂ ਪਹਿਲ ਤਾਂ ਜਪਣਾ ਔਖਾ। ਜਿਵੇਂ ਅਲੂਣੀ ਸਿਲ ਨੂੰ ਚੱਕ ਮਾਰਨਾ, ਅਲੂਣੇ ਪੱਥਰ ਨੂੰ ਕੌਣ ਚੱਕ ਮਾਰੇ, ਉੱਥੋਂ ਰਸ ਕੋਈ ਨਹੀਂ ਆਉਂਦਾ। ਹੈ ਤਾਂ ਕਠਿਨ ਪਰ ਇਹਦਾ ਫਲ ਵੀ ਬਹੁਤ ਜ਼ਿਆਦਾ, ਅਤੇ ਫਿਰ ਇਹਦੇ ਵਿੱਚੋਂ ਜਿਹੜਾ ਰਸ ਪ੍ਰਾਪਤ ਹੁੰਦਾ ਉਸ ਰਸ ਦੇ ਬਰਾਬਰ ਹੋਰ ਕੁਛ ਹੈ ਹੀ ਨਹੀਂ। ਸੋ ਹਜ਼ੂਰ ਕਹਿੰਦੇ ਨੇ ਹੋਰ ਸਾਧ ਸਭ ਫਿੱਕਿਆ, ਹੋਰ ਸਾਰੇ ਸਵਾਦ। ਜਿਵੇਂ ਫਰੀਦ ਨੇ ਵੀ ਕਿਹਾ ਹੈ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਵਾਹਿਗੁਰੂ ਜੀ ਇਹ ਜਿਹੜੀਆਂ ਮਿੱਠੀਆਂ ਚੀਜ਼ਾਂ ਲੋਕ ਕਹਿੰਦੇ ਨੇ ਮਿੱਠੀਆਂ ਮਿੱਠੀਆਂ ਖਾ ਖਾ ਵੇਖੀਆਂ ਨੇ। ਸ਼ੱਕਰ ਵੀ, ਖੰਡ ਵੀ, ਨਿਵਾਤ ਮਿਸ਼ਰੀ ਵੀ, ਮਾਖਿਓ ਸ਼ਹਿਦ ਵੀ, ਮੱਝਾਂ ਦਾ ਦੁੱਧ ਵੀ, ਜਿਨ੍ਹਾਂ ਨੂੰ ਲੋਕ ਮਿੱਠੀਆਂ ਚੀਜ਼ਾਂ ਕਹਿੰਦੇ ਨੇ, ਇਹ ਹੈਨ ਮਿੱਠੀਆਂ ਸੰਸਾਰੀਆਂ ਲਈ। ਪਰ ਜਿਨ੍ਹਾਂ ਤੈਨੂੰ ਜਪਿਆ ਹੇ ਵਾਹਿਗੁਰੂ ਜੀ, ਤੁਹਾਡੇ ਨਾਮ ਦਾ ਰਸ ਜਿਨ੍ਹਾਂ ਨੂੰ ਪ੍ਰਾਪਤ ਹੋਇਆ ਉਸ ਦੇ ਬਰਾਬਰ ਤਾਂ ਇਹ ਚੀਜ਼ਾਂ ਨਹੀਂ ਪੁੱਜਦੀਆਂ। ਜਿੰਨਾ ਰਸ ਤੁਹਾਡੇ ਵਿੱਚ ਹੈ ਉਹਦੇ ਬਰਾਬਰ ਤਾਂ ਕੁਛ ਵੀ ਨਹੀਂ ਪੁੱਜਦਾ। ਸੋ ਇਸ ਪ੍ਰਕਾਰ ਹਜ਼ੂਰ ਕਹਿ ਰਹੇ ਨੇ ਹੋਰ ਸਾਧ ਸਭ ਫਿੱਕਿਆ, ਹੋਰ ਸਾਰੇ ਸਵਾਦ ਪਦਾਰਥਾਂ ਦੇ ਵਕਾਰਾਂ ਦੇ ਸਭ ਫਿੱਕੇ ਹੀ ਨੇ, ਰੁੱਖੇ ਨੇ, ਜਿਵੇਂ ਤਨ ਮਨ ਫਿੱਕਾ ਹੋਏ। ਇਹਨਾਂ ਸਵਾਦਾਂ 'ਚ ਲੱਗੇ ਰਹਿਣ ਨਾਲ ਇੱਕ ਦਿਨ ਤਨ ਇੰਦਰੇ ਵੀ ਸਾਰੇ ਤੇ ਮਨ ਵੀ ਆਖਰ ਹਾਰ ਹੁੱਟ ਜਾਂਦਾ, ਥੱਕ ਜਾਂਦਾ ਹੈ ਤੇ ਫਿਰ ਦੁਖੀ ਹੁੰਦਾ ਹੈ। ਮਨ ਵੀ ਤੇ ਇੰਦਰੇ ਵੀ ਦੁਖੀ ਹੁੰਦੇ ਨੇ। ਇਹਨਾਂ ਭੋਗਾਂ ਪਦਾਰਥਾਂ ਨੂੰ ਭੋਗਣ ਦਾ, ਰਸਾਂ ਨੂੰ ਮਾਨਣ ਦਾ ਫਲ ਫਿਰ ਦੁਖਦਾਈ ਹੈ। ਤਨ ਵੀ ਫਿੱਕਾ ਹੁੰਦਾ ਹੈ, ਮਨ ਵੀ ਫਿੱਕਾ ਹੁੰਦਾ ਹੈ। ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ, ਪਾਛੈ ਭੋਗ ਜੋ ਭੋਗਵੇ ਤਿਨ ਕੋ ਗੁੜ ਲੈ ਖਾਏ। ਜੋ ਕਮਾਓਗੇ ਉਹਦਾ ਫਲ ਭੋਗਣਾ ਹੀ ਪਏਗਾ। ਇਸ ਕਰਕੇ ਫਲ ਮਾੜਾ ਹੈ, ਫਲ ਦੁਖਦਾਈ ਹੈ। ਵਿਣ ਪਰਮੇਸ਼ਰ ਜੋ ਕਰੇ ਫਿੱਟ ਸੋ ਜੀਵਨ ਸੋਏ। ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਦਾ ਨਾਮ ਛੱਡ ਕੇ ਜੀਵ ਜੋ ਕੁਛ ਵੀ ਹੋਰ ਕਰਦਾ ਹੈ, ਉਸ ਦਾ ਜਿਹੜਾ ਜੀਵਨ ਹੈ, ਜੋ ਜ਼ਿੰਦਗੀ ਹੈ, ਉਹ ਦੁਰ ਫਿੱਟੇ ਮੂੰਹ, ਫਿੱਟ ਲਾਹਣਤ, ਫਿਟਕਾਰਯੋਗ ਹੈ। ਫਿੱਟ ਸੋ ਜੀਵਨ ਸੋਏ, ਉਹ ਜੀਵਨ ਫਿਟਕਾਰਯੋਗ ਹੈ, ਲਾਹਣਤਯੋਗ ਹੈ, ਤ੍ਰਿਗਾਕਾਰ ਹੈ। ਉਸ ਜੀਵਨ ਨੂੰ ਦੁਰਕਾਰਾਂ ਹੀ ਨੇ, ਉਹ ਦੁਰਕਾਰ ਜੀਵਨ ਹੈ, ਵਿਅਰਥ ਹੈ, ਜੋ ਪਰਮੇਸ਼ਰ ਦੇ ਨਾਮ ਨੂੰ ਛੱਡ ਕੇ ਹੋਰ ਕਰਮ ਕਰਨਾ। ਅੰਚਲ ਗਹਿ ਕੈ ਸਾਧਕਾ ਤਰਨਾ ਇਹੋ ਸੰਸਾਰ। ਭਾਈ ਜੇ ਕੋਈ ਸੰਸਾਰ ਨੂੰ ਤਰਨਾ ਚਾਹੁੰਦਾ ਤਾਂ ਅਸੀਂ ਦੱਸਦੇ ਹਾਂ, ਸਾਧੂ ਸਤਿਗੁਰਾਂ ਦਾ ਅੰਚਲ ਪੱਲਾ ਫੜ ਕੇ ਗਹਿ ਨਾਮ ਪਕੜਨ ਦਾ ਹੈ। ਸਾਧੂ ਸਤਿਗੁਰੂ ਦਾ ਪੱਲਾ ਪਕੜ ਕੇ ਇਹ ਸੰਸਾਰ ਤੋਂ ਤਰਨਾ ਹੋਵੇਗਾ। ਇਹ ਸੰਸਾਰ ਤੋਂ ਤਰ ਕੇ ਪਾਰ ਲੰਘ ਸਕਦੇ ਹੋ। ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰਨ ਸਤਿਗੁਰੂ ਦੇ ਪਾਸ, ਅਤੇ ਐਸੇ ਸਤਿਗੁਰੂ ਦਾ ਪੱਲਾ ਪਕੜ ਕੇ, ਸ਼ਰਨ ਰੂਪੀ ਪੱਲਾ ਪਕੜ ਕੇ ਹੀ ਸੰਸਾਰ ਤੋਂ ਤਰਿਆ ਜਾ ਸਕਦਾ। ਪਾਰ ਬ੍ਰਹਮ ਆਰਾਧੀ ਹੈ ਉਧਰੈ ਸਭ ਪਰਿਵਾਰ। ਸਾਧੂ ਸਤਿਗੁਰਾਂ ਦਾ ਪੱਲਾ ਕੀ ਫੜਨਾ? ਸਤਿਗੁਰੂ ਦੇ ਉਪਦੇਸ਼ ਨੂੰ ਪਕੜਨਾ ਹੈ। ਉਪਦੇਸ਼ ਇਹ ਹੈ ਕਿ ਸਾਰੀ ਸ੍ਰਿਸ਼ਟੀ ਮਾਇਆ ਪਾਪਾਂ ਪੁੰਨਾਂ ਤੋਂ ਪਰੇ ਜੋ ਬ੍ਰਹਮ ਹੈ, ਸ਼ੁੱਧ ਸਰੂਪ, ਉਸ ਪਾਰ ਬ੍ਰਹਮ ਪਰਮਾਤਮਾ ਦਾ ਆਰਾਧਨ ਕਰਨਾ ਚਾਹੀਦਾ ਸਾਡੇ ਜੀਵਨ 'ਚ। ਜੇ ਪਾਰ ਬ੍ਰਹਮ ਪਰਮੇਸ਼ਰ ਦਾ ਆਰਾਧਨ ਕਰੀਏ ਤਾਂ ਉਧਰੈ ਸਭ ਪਰਿਵਾਰ। ਆਰਾਧਨ ਕਰਨ ਦੇ ਨਾਲ ਸਾਰਾ ਪਰਿਵਾਰ ਹੀ ਉਧਰ ਜਾਂਦਾ ਹੈ, ਤਰ ਜਾਂਦਾ ਹੈ। ਸੰਸਾਰ ਦੇ ਦੁੱਖਾਂ ਤਕਲੀਫਾਂ ਵਿਕਾਰਾਂ ਤੋਂ, ਜੰਮਣ ਮਰਨ ਤੋਂ ਉਧਰ ਜਾਂਦਾ ਸਾਰਾ ਹੀ ਪਰਿਵਾਰ। ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੈ ਦੇ। ਭਾਈ ਤੁਸੀਂ ਸਮਝਦੇ ਹੋ ਕਿ ਸੰਸਾਰ ਵਿੱਚ ਮੇਰੇ ਬੜੇ ਸੱਜਣ ਨੇ, ਮੇਰੀ ਮਦਦ ਕਰਨ ਵਾਲੇ ਮੇਰੇ ਬੰਧ ਸੰਬੰਧੀ ਹਨ, ਮੇਰੇ ਬਹੁਤ ਨਿਕਟਵਰਤੀ ਸ੍ਰੇਸ਼ਟ ਮਿੱਤਰ ਹਨ। ਪਰ ਜਿਹੜੇ ਕਹਿੰਦੇ ਨੇ ਵੀ ਤੇਰੇ ਪਸੀਨੇ ਦੇ ਥਾਂ ਅਸੀਂ ਖੂਨ ਵਹਾ ਦਿਆਂਗੇ, ਗੱਲਾਂ ਹੋਈਆਂ ਕਰਨ ਵਾਲੇ ਮੌਕਾ ਬਣਨ 'ਤੇ ਸਾਥ ਛੱਡ ਜਾਂਦਾ।
ਹਜ਼ੂਰ ਕਹਿੰਦੇ ਨੇ ਸੁਖ ਮੈਂ ਆਨ ਬਹੁਤ ਮਿਲ ਬੈਠਤ ਰਹਿਤ ਚਾਹੂੰ ਦਿਸ ਘੇਰਾ ਬਿਪਤ ਪਰੀ ਸਭ ਹੀ ਸੰਗ ਛਾੜਤ ਕੂ ਨਾ ਆਵਤ ਨੇਰਾ। ਸਾਡੀ ਦ੍ਰਿਸ਼ਟੀ ਵਿੱਚ ਮਿੱਤਰ ਉਹ ਹੈ ਜਿਹੜਾ ਦੁਨਿਆਵੀ ਕੰਮਾਂ 'ਚ ਸਾਡਾ ਸਾਥ ਦੇਵੇ। ਸਾਨੂੰ ਧਨ ਪਦਾਰਥ ਦੀ ਲੋੜ ਪਏ ਤਾਂ ਉਹਦੇ ਕੋਲੋਂ ਧਨ ਪਦਾਰਥ ਮੰਗ ਲਈਏ, ਗੱਲਾਂ ਬਾਤਾਂ ਸਾਡੇ ਨਾਲ ਕਰੇ ਮਿੱਠੀਆਂ ਮਿੱਠੀਆਂ ਆਦਿਕ। ਪਰ ਸਤਿਗੁਰੂ ਕਹਿੰਦੇ ਨੇ ਸੱਜਣ ਉਹ, ਬੰਧ ਸੰਬੰਧੀ ਰਿਸ਼ਤੇਦਾਰ ਉਹ, ਸੁਮਿੱਤਰ ਸ੍ਰੇਸ਼ਟ ਮਿੱਤਰ ਉਸ ਨੂੰ ਗਿਣੋ, ਹਰ ਨਾਮ ਹਿਰਦੈ ਦੇ। ਜਿਹਦੀ ਸੰਗਤ ਕਰੀਏ ਤੇ ਹਰੀ ਪਰਮਾਤਮਾ ਦਾ ਨਾਮ ਹਿਰਦੇ 'ਚ ਪ੍ਰਾਪਤ ਹੋ ਜਾਏ। ਜਿਹੜਾ ਵਾਹਿਗੁਰੂ ਦਾ ਨਾਮ ਸਾਡੇ ਹਿਰਦੇ 'ਚ ਵਸਾਉਣ ਦੀ ਸਮਰੱਥਾ ਰੱਖਦਾ, ਜਿਹਦੀ ਸੰਗਤ ਦਾ ਐਸਾ ਦਰਸ਼ਨਾਂ ਦਾ ਬਚਨਾਂ ਦਾ ਐਸਾ ਪ੍ਰਭਾਵ ਪਏ ਕਿ ਸਾਡੇ ਹਿਰਦੇ 'ਚ ਵਾਹਿਗੁਰੂ ਦਾ ਨਾਮ ਸਿਮਰਨ ਹੋਣ ਲੱਗ ਪਏ, ਉਹ ਲੋਕ ਪ੍ਰਲੋਕ ਦਾ ਸੱਜਣ ਹੈ। ਨਾਨਕ ਕੱਚੜੇ ਆਸਿਓਂ ਤੋੜ ਢੂੜ ਸੱਜਣ ਸੰਤ ਪੱਕਿਆ, ਓਏ ਜੀਵਨ ਦੇ ਵਿਛੜ ਹੈ ਓਏ ਮੋਇਆ ਨਾ ਜਾਹੀ ਛੋੜ। ਸੰਸਾਰੀ ਕੱਚਿਆਂ ਲੋਕਾਂ ਨਾਲੋਂ ਪ੍ਰੀਤ ਹਜ਼ੂਰ ਕਹਿੰਦੇ ਤੋੜਦੇ ਜਿਹੜੇ ਸੱਜਣ ਹਨ ਨਾ, ਸੰਤ ਸੱਜਣ, ਉਹ ਪੱਕੇ ਨੇ, ਪੱਕੇ ਸੱਜਣ। ਸੰਸਾਰੀ ਜੀਵ ਤਾਂ ਜਿਉਂਦੇ ਹੀ ਸਾਥ ਛੱਡ ਜਾਂਦੇ ਨੇ, ਜਿਉਂਦੇ ਵਿਛੜ ਜਾਂਦੇ ਨੇ, ਪਰ ਉਹ ਰੱਬ ਦੇ ਪਿਆਰੇ ਮਰ ਜਾਣ ਤੋਂ ਬਾਅਦ ਵੀ ਸਾਨੂੰ ਛੱਡਦੇ ਨਹੀਂ, ਸਹਾਇਤਾ ਕਰਦੇ। ਉਹਨਾਂ ਦੀ ਸੰਗਤ ਕੀਤੀ ਸਾਡੀ ਪਰਲੋਕ ਵਿੱਚ ਵੀ ਸਹਾਇਤਾ ਕਰਦੀ ਹੈ। ਇਸ ਪ੍ਰਕਾਰ ਔਗਣ ਸਭ ਮਿਟਾਏ ਕੈ ਪਰਉਪਕਾਰ ਕਰੇ। ਜਿਹਦੇ ਵਿੱਚ ਇਹ ਸਮਰੱਥਾ ਵੀ ਹਿਰਦੇ 'ਚ ਨਾਮ ਵਸਾ ਦੇਵੇ, ਉਹ ਕੀ ਕਰੇਗਾ? ਸਾਡੇ ਸਾਰੇ ਔਗਣ ਮਿਟਾ ਕੇ ਸਾਡੇ 'ਤੇ ਗੁਣ ਕਰੇਗਾ, ਉਪਕਾਰ ਕਰੇਗਾ, ਪਰਉਪਕਾਰ ਕਰੇ। ਇਹ ਪਰਉਪਕਾਰ ਹਨ, ਪਰਾਏ ਦੇ ਹਿਰਦੇ 'ਚ ਕਿਸੇ ਹੋਰ ਦੇ ਹਿਰਦੇ 'ਚ ਨਾਮ ਵਸਾ ਦੇਣਾ, ਇਹ ਵੱਡੀ ਵੱਡੀ ਬਖਸ਼ਿਸ਼ ਹੈ। ਐਸੀ ਸਮਰੱਥਾ ਕਿਸੇ ਵਿਰਲੇ ਵਿੱਚ ਹੁੰਦੀ ਹੈ। ਐਸੇ ਮਹਾਂਪੁਰਸ਼ ਰੱਬ ਦੇ ਪਿਆਰੇ ਵੱਡਿਆਂ ਭਾਗਾਂ ਨਾਲ ਹੀ ਮਿਲਦੇ ਨੇ ਵੀ ਸਾਡੇ ਔਗਣ ਮਿਟਾ ਦੇਣ ਅਤੇ ਪਰਉਪਕਾਰ ਸਾਡੇ 'ਤੇ ਕਰਨ, ਨਾਮ ਹਿਰਦੇ 'ਚ ਵਸਾ ਦੇਣ। ਮਾਲ ਖਜ਼ਾਨਾ ਥੇਹੋ ਘਰ ਹਰ ਕੇ ਚਰਨ ਨਿਦਾਨ। ਇਸ ਪੰਕਤੀ ਦਾ ਅਰਥ ਵਿਦਵਾਨ ਜਨਾਂ ਨੇ ਦੋ ਤਰੀਕਿਆਂ ਨਾਲ ਕੀਤਾ। ਇੱਕ ਤਾਂ ਇਹ ਵੀ ਜਿਹੜੇ ਦੁਨੀਆ ਦਾ ਮਾਲ ਹੈ, ਮਾਲ ਮਤਾ, ਜਿਵੇਂ ਘਰਾਂ 'ਚ ਅਸੀਂ ਸਮਾਨ ਮਾਲ ਸਬਾਬ ਇਕੱਠਾ ਕਰਦੇ ਹਾਂ, ਮੱਝਾਂ ਘੋੜੇ ਹਾਥੀ ਸਭ ਕੁਛ, ਇਹ ਵੀ ਮਾਲ ਹੈ। ਅਤੇ ਖਜ਼ਾਨਾ ਜਿਹੜਾ ਦੁਨਿਆਵੀ ਧਨ ਦਾ, ਅਤੇ ਘਰ ਜਿਹੜਾ ਅਸੀਂ ਬਣਾ ਲਿਆ, ਬੜਾ ਵੱਡੇ ਘਰ ਬਣਾਉਣੇ। ਹਜ਼ੂਰ ਕਹਿੰਦੇ ਸਾਰਾ ਕੁਝ ਥੇ ਰੂਪ ਹੈ। ਥੇ ਹੁੰਦਾ ਜਿਹੜਾ ਪਿੰਡ ਉਜੜ ਜਾਏ, ਢਹਿ ਜਾਏ ਅਤੇ ਉੱਥੇ ਮਿੱਟੀ ਦਾ ਥੇ ਬਣ ਜਾਂਦਾ, ਉਹਨੂੰ ਕਹਿੰਦੇ ਥੇ ਬਣਿਆ। ਸੋ ਮਹਾਰਾਜ ਕਹਿੰਦੇ ਵਾਹਿਗੁਰੂ ਦਾ ਨਾਮ ਜਿਹੜਾ ਉਹ ਹੀ ਵੱਡਾ ਖਜ਼ਾਨਾ ਹੈ, ਬਾਕੀ ਸਾਰਾ ਕੁਝ ਥੇ ਰੂਪ ਹੈ। ਹਰ ਕੇ ਚਰਨ ਨਿਦਾਨ, ਹਰੀ ਪਰਮਾਤਮਾ ਦੇ ਨਾਮ ਰੂਪੀ ਚਰਨ ਹੀ ਵੱਡਾ ਖਜ਼ਾਨਾ ਹਨ। ਵੱਡੇ ਖਜ਼ਾਨੇ ਵਾਹਿਗੁਰੂ ਦੇ ਨਾਮ ਰੂਪੀ ਚਰਨ, ਸ਼ਬਦ ਰੂਪੀ ਚਰਨ। ਇਹ ਬਾਕੀ ਜਿਹੜੇ ਮਾਲ ਖਜ਼ਾਨਾ ਘਰ ਬਾਰ ਹੈ, ਸਭ ਕੁਝ ਥੇ ਰੂਪ ਸਮਝੋ। ਦੂਜਾ ਅਰਥ ਇੰਝ ਹੈ ਕਿ ਮਾਲ ਖਜ਼ਾਨਾ ਥੇਹੋ ਪਿੰਡ ਅਤੇ ਘਰ ਸਭ ਕੁਝ ਕਿਹਾ ਹੈ ਵਾਹਿਗੁਰੂ ਦੇ ਚਰਨ। ਸਾਰੇ ਖਜ਼ਾਨਿਆਂ ਦਾ ਖਜ਼ਾਨਾ, ਸਾਰਾ ਮਾਲ ਮਤਾ ਭਗਤ ਵਾਸਤੇ ਸਭ ਕੁਝ ਇਹੋ ਹੀ ਹੈ। ਇਸ ਕਰਕੇ ਨਾਨਕ ਜਾਚਕ ਦਰ ਤੇਰਾ ਪ੍ਰਭ ਤੁਧ ਨੂੰ ਮੰਗਿਆ ਦਾਨ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਸ ਕਰਕੇ ਮੈਂ ਜਾਚਕ ਮੰਗਤਾ ਬਣ ਕੇ ਤੇਰੇ ਦਰ 'ਤੇ ਖਲੋਤਾ ਹੋਇਆ। ਤੇਰੇ ਦਰ 'ਤੇ ਜਾਚਕ ਮੰਗਤਾ ਬਣ ਕੇ ਪ੍ਰਭ ਤੁਧ ਨੂੰ ਮੰਗਿਆ ਦਾਨ। ਇਹ ਦਾਸ ਮੰਗਤਾ, ਹੇ ਪ੍ਰਭੂ ਜੀ ਤੁਹਾਨੂੰ ਹੀ ਦਾਨ ਵਜੋਂ ਮੰਗਦਾ, ਪ੍ਰਭ ਤੁਧ ਨੂੰ ਮੰਗਿਆ ਦਾਨ। ਮਹਾਰਾਜ ਅਸੀਂ ਤਾਂ ਇੱਥੋਂ ਹੋਰ ਦਾਨ ਨਹੀਂ ਮੰਗਦੇ, ਸਾਨੂੰ ਤੁਸੀਂ ਪ੍ਰਾਪਤ ਹੋਵੋ, ਹੋਰ ਸਭ ਕੁਛ ਵਿਅਰਥ ਹੈ। ਤੁਹਾਡਾ ਨਾਮ ਪ੍ਰੇਮ, ਤੁਹਾਡੇ ਸਰੂਪ ਦਾ ਦਰਸ਼ਨ, ਤੁਸੀਂ ਪ੍ਰਾਪਤ ਹੋ ਜਾਓ, ਹੋਰ ਨਹੀਂ ਕੁਛ। ਇਹੀ ਅੰਤਰ ਹੈ ਸੰਸਾਰੀਆਂ ਵਿੱਚ ਅਤੇ ਸੰਤ ਜਨਾਂ 'ਚ। ਸੰਸਾਰੀ ਦਾਤਾਂ ਨਾਲ ਸੰਬੰਧ ਰੱਖਦੇ ਨੇ, ਦਾਤਾਰ ਨਾਲ ਨਹੀਂ। ਪਰ ਭਗਤ ਜਿਸ ਨੂੰ ਵਾਹਿਗੁਰੂ ਦੇ ਸਿਮਰਨ ਵਿੱਚੋਂ ਰਸ ਆਇਆ, ਆਨੰਦ ਆਇਆ, ਉਹ ਕਹਿੰਦਾ ਵਾਹਿਗੁਰੂ ਪ੍ਰਾਪਤ ਹੋਣਾ ਚਾਹੀਦਾ, ਬਾਕੀ ਸਾਰਾ ਕੁਝ ਵਿਅਰਥ ਹੈ, ਉਹ ਕਿਉਂ ਮੰਗੀਏ। ਅਤੇ ਜਿਵੇਂ ਸਿਆਣੇ ਕਹਿੰਦੇ ਨੇ ਵੀ ਜਿੱਥੇ ਬਾਦਸ਼ਾਹ ਆ ਕੇ ਬਹਿ ਜੇ, ਉੱਥੇ ਹੀ ਉਹਦਾ ਤਖਤ, ਉੱਥੇ ਖਜ਼ਾਨੇ, ਸਭ ਕੁਝ ਉੱਥੇ ਹੀ ਆ ਜਾਂਦਾ। ਅਤੇ ਇਸ ਤਰ੍ਹਾਂ ਵਾਹਿਗੁਰੂ ਜੇ ਪ੍ਰਾਪਤ ਹੋ ਜਾਏ ਤਾਂ ਫਿਰ ਤਾਂ ਕੁਝ ਪਿੱਛੇ ਨਹੀਂ ਨਾ ਰਹਿ ਜਾਂਦਾ। ਪਰ ਭਗਤ ਜਨ ਇਸ ਲਾਲਚ ਕਰਕੇ ਨਹੀਂ ਵਾਹਿਗੁਰੂ ਨੂੰ ਪ੍ਰਾਪਤ ਕਰਨਾ ਚਾਹੁੰਦੇ ਕਿ ਇਹ ਮਾਲ ਖਜ਼ਾਨੇ ਸਾਡੇ ਕੋਲ ਆ ਜਾਣਗੇ। ਨਹੀਂ, ਕਹਿੰਦੇ ਸਭ ਕੁਝ ਤੂੰ ਰੱਖ ਆਪਣੇ ਪਾਸ, ਤੂੰ ਸਾਨੂੰ ਜੋ ਦੇ ਰਿਹਾ ਅਸੀਂ ਭੋਗ ਰਹੇ ਹਾਂ, ਪਰ ਤੂੰ ਪ੍ਰਾਪਤ ਹੋ। ਤੂੰ ਐਡੀਆਂ ਵੱਡੀਆਂ ਬਖਸ਼ਿਸ਼ਾਂ ਸਾਡੇ 'ਤੇ ਕੀਤੀਆਂ ਹਨ, ਅਸੀਂ ਤੇਰੇ ਦਰ ਦੇ ਜਾਚਕ ਮੰਗਤੇ ਬਣ ਕੇ ਪ੍ਰਭੂ ਜੀ ਤੁਹਾਨੂੰ ਹੀ ਦਾਨ ਵਜੋਂ ਮੰਗਦੇ ਹਾਂ।
ਇੱਥੇ ਤੱਕ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਕੁੱਲ 172 ਸ਼ਬਦ ਸੰਪੂਰਨ ਹੋਏ ਨੇ। ਇਸ ਤੋਂ ਅੱਗੇ ਹੁਣ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦ ਆਰੰਭ ਹੋ ਰਹੇ ਨੇ, ਯਾਨੀ ਗੌੜੀ ਰਾਗ ਅੰਦਰ। ਇੱਕੋ ਓੰਕਾਰ ਸਤਿਗੁਰ ਪ੍ਰਸਾਦ। ਇੱਕ ਅਦਵੈਤ ਸਰੂਪ ਹੈ ਬ੍ਰਹਮ ਪਰਮਾਤਮਾ ਓੰਕਾਰ, ਸਭਨਾਂ ਦਾ ਪ੍ਰਕਾਸ਼ਕ, ਵਾਹਦ ਹਸਤੀ ਵਾਹਿਗੁਰੂ। ਸਤਿਗੁਰੂ ਦੀ ਪ੍ਰਸਾਦ ਕਿਰਪਾ ਨਾਲ ਵਾਹਿਗੁਰੂ ਜੀ ਦਾ ਗਿਆਨ ਪ੍ਰਾਪਤ ਹੁੰਦਾ। ਰਾਗ ਗੌੜੀ ਮਹੱਲਾ ਨਾਵਾਂ। ਰਾਗਣੀ ਗੌੜੀ ਹੈ। ਇਸ ਦੇ ਅੰਦਰ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਫਰਮਾ ਰਹੇ ਨੇ। ਇੱਕ ਥੋੜ੍ਹਾ ਜਿਹਾ ਨੁਕਤਾ ਇੱਥੇ ਮੈਂ ਬੇਨਤੀ ਕਰਦਿਆਂ ਕਿ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਬਾਣੀ ਤੋਂ ਲੈ ਕੇ 5ਵੇਂ ਪਾਤਸ਼ਾਹ ਤੱਕ ਜੋ ਪਵਿੱਤਰ ਮੁਬਾਰਕ ਬਾਣੀ ਹੈ ਨਾ ਪੰਜਾਂ ਸਤਿਗੁਰਾਂ ਦੀ, ਉਹਦੇ ਵਿੱਚ ਜਿਹੜਾ ਨੁਕਤਾ ਹੈ ਗੁਰਬਾਣੀ ਦਾ ਢੰਗ ਤਰੀਕਾ ਅਰਥਾਂ ਦਾ, ਉਹਦੇ ਅਨੁਸਾਰ ਜੇ ਅਰਥ ਕਰੀਏ ਤਾਂ ਇੱਥੇ ਸਾਧੋ ਮਨ ਕਾ ਮਾਨ ਤਿਆਗੋ ਦੇ ਅਖੀਰ ਵਿੱਚ ਜਿਹੜਾ ਊੜਾ ਹੈ ਇੱਥੇ ਹਾਹਾ ਹੋਣਾ ਚਾਹੀਦਾ। ਪਰ ਕਿਉਂਕਿ ਸਤਿਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਬਾਣੀ ਵਿੱਚ ਇਹੀ ਤਰੀਕਾ ਚੱਲਦਾ। 5ਵੇਂ ਪਾਤਸ਼ਾਹ ਤੱਕ ਜੋ ਬਾਣੀ ਹੈ ਉੱਥੇ ਜਿਹੜਾ ਸੰਬੋਧਕ ਵਾਚਕ ਬਚਨ ਹੈ ਤਿਆਗੋ, ਉੱਥੇ ਗੱਗੇ ਦੇ ਅੱਗੇ ਹਾਹਾ ਤੇ ਹਾਹੇ ਨੂੰ ਔਂਕੜਾ। ਪਰ ਧੰਨ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਸਤਿਗੁਰਾਂ ਨੇ ਇਹ ਤਰੀਕਾ ਵਰਤਿਆ, ਤਿਆਗੋ। ਹੋ ਸਕਦਾ ਕਿ ਉਦੋਂ ਤੱਕ ਬੋਲ ਚਾਲ ਦੀ ਬੋਲੀ ਬਦਲ ਗਈ, 9ਵੇਂ ਪਾਤਸ਼ਾਹ ਤੱਕ ਤਾਂ ਸਤਿਗੁਰੂ ਮਹਾਰਾਜ ਨੇ ਇਹ ਤਰੀਕਾ ਵਰਤਿਆ ਹੈ। ਜੇ ਕਹੀਏ ਵੀ ਗੁਰਬਾਣੀ ਵਿਆਕਰਨ ਦਾ ਜੋ ਢੰਗ ਤਰੀਕਾ ਪਿੱਛੇ ਚੱਲਿਆ ਆ ਰਿਹਾ ਉਹਦੇ ਅਨੁਸਾਰ, ਤੇ ਉਹਦੇ ਅਨੁਸਾਰ ਨਹੀਂ ਅਰਥ ਹੋਣਗੇ, ਕਿਉਂਕਿ ਸੰਬੋਧਨ ਵਾਚਕ ਬਚਨ ਹੈ। ਇੱਥੇ ਨਹੀਂ ਵੀ ਇਹ ਸਾਧੂ ਜਨੋ ਮੈਂ ਆਪਣੇ ਮਨ ਦਾ ਮਾਣ ਤਿਆਗ ਦੇਵਾਂ, ਨਹੀਂ, ਇਹ ਸਾਧਾਂ ਨੂੰ ਉਪਦੇਸ਼ ਦਿੱਤਾ। ਔਰ ਇਹ ਵੀ ਇੱਕ ਨੁਕਤਾ ਭਈ ਸਤਿਗੁਰੂ ਮਹਾਰਾਜ ਨੇ ਸਾਧ ਸਤਿਗੁਰਾਂ ਨੂੰ ਵੀ ਕਿਹਾ ਹੈ, ਅਤੇ ਸਾਧ ਜਿਹਨਾਂ ਮਨ ਸਾਧ ਲਿਆ ਉਹਨਾਂ ਨੂੰ ਵੀ ਕਿਹਾ ਹੈ। ਅਤੇ ਸਾਧਕ ਪੁਰਸ਼ ਜਿਹੜੇ ਸਾਧਨਾ 'ਚ ਲੱਗੇ ਹੋਏ ਨੇ, ਇਸ ਮਾਰਗ ਦੇ ਪਾਂਧੀ ਹਨ, ਪਰ ਅਜੇ ਮਾਣ ਨਹੀਂ ਤਿਆਗਿਆ ਗਿਆ। ਕਰਮ ਚੰਗੇ ਕਰਦੇ ਨੇ ਜਾਂ ਬੰਦਗੀ ਵੀ ਕਰਦੇ ਨੇ, ਪਰ ਅਜੇ ਵੀ ਅੰਦਰ ਮਾਣ ਹੈ। ਉਹਨਾਂ ਵਾਸਤੇ ਵੀ ਸਤਿਗੁਰੂ ਜੀ ਨੇ ਸਾਧੋ ਸ਼ਬਦ ਸਤਿਕਾਰਯੋਗ ਸ਼ਬਦ ਹੈ, ਕੋਈ ਬੁਰਾ ਸ਼ਬਦ ਨਹੀਂ ਹੈ। ਹਜ਼ੂਰ ਕਹਿੰਦੇ ਨੇ ਐ ਸਾਧ ਕਹਾਉਣ ਵਾਲਿਓ ਜਾਂ ਸਾਧ ਮਾਰਗ ਦੇ ਪਾਂਧੀ ਜਨੋ, ਮਨ ਨੂੰ ਸਾਧਣ ਵਾਲੇ ਪਾਸੇ ਤੁਰੇ ਹੋਏ ਗੁਰਮੁਖ ਜਨੋ, ਮਨ ਕਾ ਮਾਣ ਤਿਆਗੋ। ਆਪਣੇ ਮਨ ਦਾ ਜਿਹੜਾ ਮਾਣ ਹੈ ਨਾ, ਇਸ ਨੂੰ ਤਿਆਗੋ। ਇਹੀ ਕਸਰ ਪਈ ਹੋਈ ਹੈ। ਇਸ ਮਨ ਵਿੱਚ ਮਾਣ ਵਸਿਆ ਹੋਣ ਕਰਕੇ ਹੀ ਵਾਹਿਗੁਰੂ ਦੇ ਗਿਆਨ ਦੀ ਪ੍ਰਾਪਤੀ ਨਹੀਂ ਹੋ ਰਹੀ। ਸਾਧੋ ਮਨ ਕਾ ਮਾਣ ਤਿਆਗੋ, ਮਨ ਦਾ ਜੋ ਮਾਣ ਹੈ, ਹੰਕਾਰ ਹੈ, ਉਹ ਤਿਆਗ ਦਿਓ। ਇੱਕ ਹੋਰ ਨੁਕਤਾ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਬ੍ਰਿਜ ਭਾਸ਼ਾ ਵਰਤੀ ਗਈ ਹੈ। ਜਿਵੇਂ ਗੁਣ ਗੋਬਿੰਦ ਗਾਇਓ ਨੇ, ਇੱਥੇ ਵੀ ਮਾਨ ਸ਼ਬਦ ਹੈ, ਨਾਣਾ ਸ਼ਬਦ ਨਹੀਂ ਵਰਤਿਆ ਗਿਆ, ਕਿਉਂਕਿ ਬ੍ਰਿਜ ਭਾਸ਼ਾ ਵਿੱਚ ਨਾਣਾ ਸ਼ਬਦ ਦੀ ਆਵਾਜ਼ ਦੇਣ ਵਾਲਾ ਕੋਈ ਅੱਖਰ ਨਹੀਂ ਹੈ। ਉੱਥੇ ਨਾਣਾ ਨਹੀਂ ਬੋਲਿਆ ਜਾਂਦਾ, ਉਹਦੀ ਥਾਂ ਨੰਨਾ ਹੀ ਬੋਲਿਆ ਜਾਂਦਾ। ਇਹ ਸਾਧ ਜਨੋ, ਮਨ ਦਾ ਜਿਹੜਾ ਮਾਣ, ਅਹੰਕਾਰ, ਅਭਿਮਾਨ ਹੈ, ਉਹ ਤਿਆਗ ਦਿਓ। ਨਾਲ ਹਜ਼ੂਰ ਕਹਿੰਦੇ ਨੇ ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਅਹਨਸ ਭਾਗੋ। ਕਾਮ ਕ੍ਰੋਧ ਨੂੰ ਵੀ ਛੱਡ ਦਿਓ, ਅਤੇ ਜਿਹੜੀ ਦੁਰਜਨ ਖੋਟੇ ਪੁਰਸ਼ਾਂ ਦੀ ਸੰਗਤ ਹੈ ਉਹ ਵੀ ਬੁਰੀ ਹੈ। ਤਾਂ ਤੇ ਅਹਨਸ ਭਾਗੋ। ਇਹ ਕਾਮ ਕ੍ਰੋਧ ਦੀ ਸੰਗਤ ਇੰਜੀ ਹੈ ਜਿਵੇਂ ਖੋਟੇ ਪੁਰਖਾਂ ਦੀ ਸੰਗਤ ਹੈ। ਤਾਂ ਤੇ ਇਹਨਾਂ ਤੋਂ ਭਾਵ ਇਹਨਾਂ ਤੋਂ ਖੋਟੇ ਪੁਰਸ਼ਾਂ ਦੀ ਸੰਗਤ ਤੋਂ, ਕਾਮ ਤੇ ਕ੍ਰੋਧ ਦੀ ਸੰਗਤ ਤੋਂ, ਕਿਉਂਕਿ ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉ ਕੰਚਨ ਸੁਹਾਗਾ ਢਲ। ਜਿਵੇਂ ਕੰਚਨ ਸੋਨੇ ਨੂੰ ਢਾਲਣ ਵਾਸਤੇ ਪਿਘਲਾਉਣ ਲਈ ਸੁਹਾਗਾ ਪਾਇਆ ਜਾਂਦਾ। ਸੁਹਾਗਾ ਜਿਹੜਾ ਖੇਤਾਂ 'ਚ ਫੇਰਨ ਵਾਲਾ ਉਹ ਨਹੀਂ, ਇੱਕ ਕਾਲੇ ਰੰਗ ਦਾ ਪਦਾਰਥ ਹੁੰਦਾ ਸੁਨਿਆਰਿਆਂ ਕੋਲ, ਜਦੋਂ ਸੋਨੇ ਨੂੰ ਗਾਲਣਾ ਹੁੰਦਾ, ਢਾਲਣਾ ਹੁੰਦਾ, ਉਦੋਂ ਉਹ ਪਾਉਂਦੇ ਨੇ ਸੁਹਾਗਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿਵੇਂ ਸੋਨੇ ਨੂੰ ਗਾਲ ਦਿੰਦਾ ਨਾ ਸੁਹਾਗਾ, ਇਸੇ ਤਰ੍ਹਾਂ ਇਹ ਕਾਮ ਕ੍ਰੋਧ ਕਾਇਆ ਨੂੰ ਗਾਲਦੇ ਪਏ ਨੇ। ਇਸ ਵਾਸਤੇ ਦੁਰਜਨ ਖੋਟੇ ਪੁਰਸ਼ਾਂ ਦੀ ਸੰਗਤ ਅਤੇ ਕਾਮ ਕ੍ਰੋਧ ਦੀ ਸੰਗਤ, ਵਾਸ਼ਨਾ ਜਿਹੜੀ ਹੈ ਵਕਾਰ ਦੀ, ਅਤੇ ਕ੍ਰੋਧ ਚਿੱਤ ਦੀ ਤੀਖਣ ਬਿਰਤੀ, ਅੱਗ ਬਗੋਲੇ ਹੋ ਜਾਣਾ, ਤਪ ਜਾਣਾ ਕ੍ਰੋਧ ਨਾਲ, ਇਹਨਾਂ ਦੀ ਸੰਗਤ ਤੋਂ ਅਹਨਸ ਰਾਤ ਦਿਨੇ ਰਾਤ ਭੱਜ ਜਾਓ, ਦੂਰ ਭੱਜੋ।
ਦਿਨੇ ਰਾਤ, ਰਾਤ ਦਿਨੇ ਦੂਰ ਭੱਜ ਕੇ ਜਾਓ, ਇਹਨਾਂ ਤੋਂ ਬਚੋ। ਰਹਾਓ। ਸੁਖ ਦੁਖ ਦੋਨੋਂ ਸਮਕਰ ਜਾਨੈ, ਔਰ ਮਾਨ ਅਪਮਾਨਾ। ਜਿਹੜੇ ਅਸਲ ਸਾਧੂ ਹੁੰਦੇ ਨੇ ਉਹਨਾਂ ਬਾਰੇ ਤੁਹਾਨੂੰ ਦੱਸਦੇ। ਮੰਜ਼ਿਲ 'ਤੇ ਪਹੁੰਚੇ ਹੋਏ ਸੰਤ ਜਨਾਂ ਦੀ ਅਵਸਥਾ ਵੱਲ ਵੇਖੋ। ਕੇਵਲ ਸਾਧੂਆਂ ਸੰਤਾਂ ਵੱਲ ਵੇਖ ਕੇ ਉਹਨਾਂ ਵਰਗਾ ਲਿਬਾਸ ਪਾ ਕੇ ਨਾ ਸਾਧ ਕਹਾਈ ਜਾਓ। ਸਾਧ ਕਹਾਉਣ ਵਾਲਿਓ, ਤੁਹਾਨੂੰ ਦੱਸੀਏ ਵੀ ਅਸਲੀ ਸਾਧੂ ਕੌਣ ਹੁੰਦਾ। ਸੁੱਖ ਦੁੱਖ ਦੋਨੋਂ ਸਮਕਰ ਜਾਨੈ। ਜਿਹੜਾ ਸੁੱਖ ਨੂੰ, ਸਰੀਰਕ ਸਹੂਲਤਾਂ, ਸਰੀਰਕ ਸੁੱਖਾਂ ਨੂੰ ਅਤੇ ਦੁੱਖ ਤਕਲੀਫ ਕੋਈ ਆਏ ਅਤੇ ਇਹਨਾਂ ਦੋਨਾਂ ਨੂੰ ਜਿਹੜਾ ਸਮ ਕਰਕੇ, ਬਰਾਬਰ ਕਰਕੇ ਜਾਣਦਾ ਹੈ। ਦੁੱਖ ਵਿੱਚ ਵੀ ਨਹੀਂ ਘਬਰਾਉਂਦਾ ਅਤੇ ਸੁੱਖ ਦੇ ਵਿੱਚ ਉਛਾਲੇ ਵਿੱਚ ਨਹੀਂ ਆਉਂਦਾ, ਮਾਣ ਅਭਿਮਾਨ ਵਿੱਚ ਨਹੀਂ ਆਉਂਦਾ। ਦੋਵਾਂ ਨੂੰ ਇੱਕੋ ਜਿਹਾ ਕਰਕੇ ਜਾਣਦਾ ਵੀ ਇਹ ਸਰੀਰਾਂ ਦਾ ਧਰਮ ਹੈ, ਦੁੱਖ ਅਤੇ ਸੁੱਖ। ਜਦੋਂ ਤੱਕ ਸਰੀਰ ਬਣਿਆ ਹੋਇਆ ਉਦੋਂ ਤੱਕ ਦੁੱਖ ਸੁੱਖ ਵਿਆਪੇਗਾ ਅਤੇ ਦੋਵੇਂ ਮਿਥਿਆ ਨੇ। ਸਰੀਰਕ ਦੁੱਖ ਵੀ, ਕਿਉਂਕਿ ਸਰੀਰ ਮਿਥਿਆ ਹੈ, ਅਤੇ ਸਰੀਰਕ ਸੁੱਖ ਵੀ ਮਿਥਿਆ, ਨਾਸਵੰਤ ਹੈ। ਇਹ ਸਦਾ ਨਹੀਂ ਰਹਿਣਾ, ਇਹ ਅਸਲੀ ਨਹੀਂ ਹੈ। ਔਰ ਮਾਨ ਅਪਮਾਨਾ, ਔਰ ਅਤੇ ਬੌੜੋ, ਮਾਣ ਆਦਰ ਕਰਾਉਣ ਦੀ ਇੱਛਾ ਅਤੇ ਅਪਮਾਨ ਨਰਾਦਰ ਜੇ ਕੋਈ ਕਰਦੇ, ਇਹਨਾਂ ਦੋਵਾਂ ਨੂੰ ਬਰਾਬਰ। ਆਦਰ ਵੀ ਕੋਈ ਕਰੀ ਜਾਏ ਅਤੇ ਕੋਈ ਅਸਰ ਨਹੀਂ, ਸਨਮਾਨ ਕੋਈ ਕਰੇ ਅਤੇ ਉਹ ਫੁੱਲਦਾ ਨਹੀਂ, ਜੇ ਕੋਈ ਅਪਮਾਨ ਕਰੇ ਅਤੇ ਨਾਰਾਜ਼ ਨਹੀਂ ਹੁੰਦਾ, ਉਹ ਸਾਧੂ ਹੁੰਦਾ। ਫਿਰ ਹੋਰ ਲੱਛਣ ਦੱਸ ਰਹੇ ਨੇ ਹਜ਼ੂਰ ਕਿ ਹਰਖ ਸੋਗ ਤੇ ਰਹਿ ਅਤੀਤਾ। ਹਰਖ ਖੁਸ਼ੀ, ਕੁਝ ਮਿਲ ਜਾਏ ਅਤੇ ਖੁਸ਼ੀ ਹੋਣੀ, ਉਛਾਲਾ ਆ ਜਾਣਾ, ਭੰਗੜੇ ਪਾਉਣ ਲੱਗ ਪੈਂਦੇ ਨੇ ਲੋਕ। ਦੇਖੋ ਜੀ, ਖੁਸ਼ੀ ਦਾ ਮੌਕਾ ਹੁਣ ਨਹੀਂ। ਅਸੀਂ ਸ਼ਰਾਬਾਂ ਦੇ ਦੌਰ ਚਲਾਉਣੇ, ਹੁਣ ਨਹੀਂ ਮੱਛੀ ਮੀਟ ਖਵਾਉਣਾ, ਖਾਣਾ ਪੀਣਾ, ਅਤੇ ਕਦੋਂ ਖਾਣਾ। ਸੋ ਇਸ ਪ੍ਰਕਾਰ ਹਰਖ ਖੁਸ਼ੀ 'ਚ ਆ ਕੇ ਉਛਾਲਾ, ਜਿਹਦੇ ਬਾਰੇ ਬਚਨ ਹੈ, ਮਾਟੀ ਕੋ ਪੋਤਰਾ ਕੈਸੇ ਨਚਤ ਹੈ, ਦੇਖਿਆ ਦੇਖਿਆ ਸੁਨੈ ਬੋਲੇ ਦੌਰਿਓ ਫਿਰਤ ਹੈ, ਜਬ ਕਛ ਪਾਵੈ ਤਬ ਗਰਵ ਕਰਤ ਹੈ। ਗਮਾਨ 'ਚ ਆ ਜਾਂਦਾ, ਖੁਸ਼ੀ ਮਿਲੇ ਤੇ ਗਮਾਨ 'ਚ ਆ ਜਾਂਦਾ। ਮਾਇਆ ਗਈ ਤਬ ਰੋਵਨ ਲਗਤ ਹੈ, ਕੁਝ ਹੱਥੋਂ ਚਲਿਆ ਗਿਆ, ਦਮੜੇ ਹੱਥੋਂ ਖਿਸਕ ਗਏ, ਕੁਝ ਕਾਰਨ ਐਸਾ ਬਣਿਆ ਅਤੇ ਫਿਰ ਰੋਣ ਲੱਗ ਪੈਂਦਾ। ਇਹ ਹੈ ਖੁਸ਼ੀ ਗਮੀ ਦਾ ਪ੍ਰਭਾਵ। ਹਰਖ ਸੋਗ ਗਮ ਤੋਂ ਰਹਿ ਅਤੀਤਾ ਨਿਰਲੇਪ, ਉਪਰਾਮ ਪਰੇ। ਤਿੰਨ ਜਗ ਤੱਤ ਪਛਾਨਾ, ਉਹਨੇ ਇਸ ਦੁਨੀਆ 'ਚ, ਜੱਗ ਵਿੱਚ ਜੀਵਨ ਦਾ ਤੱਤ ਪਛਾਣਿਆ। ਇਸ ਜੱਗ ਵਿੱਚੋਂ ਉਹਨੇ ਤੱਤ ਨੂੰ ਪਛਾਣਿਆ ਹੋਇਆ। ਰਹਿੰਦਾ ਤਾਂ ਜੱਗ ਦੇ ਵਿੱਚ ਹੀ ਆ, ਪਰ ਉਹਨੇ ਤੱਤ ਨੂੰ ਪਛਾਣਿਆ ਵੀ ਇਸ ਜਗਤ ਵਿੱਚ ਆਉਣ ਦਾ ਕਾਰਨ ਕੀ ਹੈ, ਕਾਹਦੇ ਵਾਸਤੇ ਆਇਆ, ਇੱਥੇ ਜੀਵਨ ਦਾ ਤੱਤ ਕੀ ਹੈ, ਕੀ ਖੱਟਣਾ ਇੱਥੋਂ, ਉਹਨੇ ਪਛਾਣ ਲਿਆ ਹੈ। ਉਸਤਤ ਨਿੰਦਾ ਦੋ ਤਿਆਗਾ, ਆਪਣੀ ਉਸਤਤ ਵਡਿਆਈ ਦੀ ਭੁੱਖ ਨਹੀਂ ਰੱਖਦਾ ਅਤੇ ਕਿਸੇ ਦੀ ਨਿੰਦਾ ਨਹੀਂ ਕਰਦਾ। ਕਿਸੇ ਦੀ ਨਿੰਦਾ ਕਰਕੇ ਖੁਸ਼ ਨਹੀਂ ਹੁੰਦਾ। ਮਨੁੱਖੀ ਮਨ ਦਾ ਸੁਭਾਅ ਆ ਵੀ ਆਪਣੀ ਵਡਿਆਈ ਕਰਾਉਣੀ ਚਾਹੁੰਦਾ, ਦੂਜਿਆਂ ਦੀ ਨਿੰਦਾ। ਉਹ ਉਸਤਤ ਕਰਾ ਕੇ ਵੀ ਖੁਸ਼ ਨਹੀਂ ਹੈ ਅਤੇ ਨਿੰਦਾ ਹੋਣ ਤੋਂ ਵੀ ਗਮਰੁੱਠ ਨਹੀਂ ਹੁੰਦਾ, ਨਾਰਾਜ਼ ਹੁੰਦਾ, ਮੇਰੀ ਕੋਈ ਨਿੰਦਾ ਕਿਉਂ ਕਰ ਰਿਹਾ, ਮੇਰੀ ਨਿੰਦਾ ਕੋਈ ਕਰਦਾ ਮੈਂ ਨਾਰਾਜ਼ ਹੋ ਜਾਂਦੀ। ਸਗੋਂ ਸੰਸਾਰ ਦੇ ਉਲਟ, ਨਿੰਦੋ ਨਿੰਦੋ ਮੋਕੋ ਲੋਗ ਨਿੰਦੋ, ਨਿੰਦਾ ਜਨ ਕੋ ਖਰੀ ਪਿਆਰੀ, ਨਿੰਦਾ ਬਾਪ ਨਿੰਦਾ ਮੈਂ ਤਾਰੀ, ਕਬੀਰ ਜੀ ਵਰਗਿਆਂ ਨੇ ਕਿਹਾ। ਔਰ ਨਾ ਕਿਸੇ ਦੀ ਨਿੰਦਿਆ ਕਰਕੇ ਖੁਸ਼ ਹੈ ਅਤੇ ਨਾ ਹੀ ਖੁਸ਼ਾਮਦ ਵਿੱਚ ਆ ਕੇ ਉਸਤਤੀ ਕਰਦਾ। ਉਸਤਤ ਨਿੰਦਾ ਦੋ ਵਿਵਰਜਿਤ, ਦੋਵਾਂ ਤੋਂ ਵਿਵਰਜਿਤ ਕੀਤਾ ਸਤਿਗੁਰਾਂ ਨੇ। ਇੱਕ ਆਪਾਂ ਝੋਲੀ ਚੁੱਕਦੇ ਹਾਂ ਮਾਇਆ ਧਾਰੀਆਂ ਦੀ, ਇਹਨਾਂ ਕੋਲ ਸ਼ਕਤੀ ਹੈ, ਦਮੜੇ ਹਨ ਅਤੇ ਉਹਨਾਂ ਦੀ ਖੁਸ਼ਾਮਦ ਕਰਨੀ, ਮੂੰਹ 'ਤੇ ਪਿੱਠ ਪਿੱਛੇ ਭਾਵੇਂ ਨਿੰਦਾ ਕਰੀ ਜਾਈਏ। ਇਹਨਾਂ ਦੋਵਾਂ ਤੋਂ ਉੱਪਰ ਉੱਠ ਜਾਂਦਾ ਗੁਰਮੁਖ ਪਿਆਰਾ। ਨਾ ਆਪਣੀ ਉਸਤਤ ਦੀ ਭੁੱਖ, ਨਾ ਕਿਸੇ ਨਿੰਦਾ ਕਰਨ ਦੇ ਵਿੱਚ ਬਿਰਤੀ, ਅਤੇ ਨਾ ਆਪਣੀ ਨਿੰਦਿਆ ਤੋਂ ਨਾਰਾਜ਼ ਹੋਣਾ, ਅਤੇ ਨਾ ਉਸਤਤ ਹੋਣ ਕਰਕੇ ਫੁੱਲ ਜਾਣਾ। ਉਸਤਤ ਨਿੰਦਾ ਦੋ ਤਿਆਗ, ਦੋਵਾਂ ਨੂੰ ਮਨ ਵਿੱਚੋਂ ਤਿਆਗ ਛੱਡਦਾ। ਕੋਈ ਇੱਛਾ ਹੀ ਨਹੀਂ ਹੈ ਉਸਤਤ ਦੀ, ਨਿੰਦਿਆ ਦਾ ਕੋਈ ਪ੍ਰਭਾਵ ਨਹੀਂ ਹੈ ਭਈ ਉਹ ਨਾਰਾਜ਼ ਹੁੰਦਾ, ਨਹੀਂ। ਖੋਜਿਆ ਪਦ ਨਿਰਬਾਨਾ, ਉਹ ਉਸ ਪਦਵੀ ਨੂੰ, ਉਸ ਮਰਤਬੇ ਨੂੰ, ਉਸ ਰੁਤਬੇ ਨੂੰ ਖੋਜ ਲੈਂਦਾ ਹੈ ਜਿਸ ਨੂੰ ਨਿਰਵਾਣ ਕਿਹਾ ਜਾਂਦਾ। ਨਿਰਬਾਨਾ, ਜਿੱਥੇ ਕੋਈ ਵਾਸ਼ਨਾ ਨਹੀਂ ਪੋ ਸਕਦੀ। ਨਿਰਵਾਣ ਪਦਵੀ ਹੈ ਵਾਸ਼ਨਾ ਰਹਿਤ ਅਵਸਥਾ, ਜਿੱਥੇ ਕੋਈ ਵਾਸ਼ਨਾ ਨਹੀਂ ਪੋ ਸਕਦੀ, ਆਪਣਾ ਅਸਰ ਨਹੀਂ ਕਰ ਸਕਦੀ। ਜਨ ਨਾਨਕ ਇਹ ਖੇਲ ਕਠਨ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਵੀ ਇਹ ਖੇਡ ਖੇਡਣੀ ਬੜਾ ਔਖਾ ਕੰਮ ਹੈ। ਇਹ ਖੇਲ ਹੈ ਨਾ ਜਿਹੜਾ ਪਰਮਾਰਥ ਦਾ, ਇਹ ਬੜਾ ਕਠਨ ਹੈ, ਔਖਾ ਹੈ, ਕਰੜਾ ਹੈ। ਪਰ ਕਿਨਹੂ ਗੁਰਮੁਖ ਜਾਨਾ,
ਕਿਸੇ ਵਿਰਲੇ ਨੇ ਜੋ ਗੁਰਾਂ ਦੇ ਸਨਮੁਖ ਹੋ ਕੇ ਚੱਲਿਆ, ਗੁਰੂ ਮਹਾਰਾਜ ਦੇ ਅਨੁਸਾਰੀ ਹੋ ਕੇ ਚੱਲਿਆ, ਜੋ ਕੋਈ ਵਿਰਲਾ ਗੁਰਮੁਖ, ਉਸ ਨੇ ਇਹ ਖੇਡ ਨੂੰ ਖੇਡਣਾ ਜਾਣਿਆ ਹੈ। ਇਹ ਸਾਧੂ ਬਣਨਾ ਸੌਖਾ ਨਹੀਂ, ਕਹਾਉਣਾ ਬੜਾ ਸੌਖਾ। ਇਸ ਕਰਕੇ ਸਾਧ ਕਹਾਉਣ ਵਾਲਿਓ ਇਸ ਤਰ੍ਹਾਂ ਦੇ ਬਣੋ, ਸੱਚੇ ਸੁੱਚੇ ਸਾਧੂ ਬਣੋ, ਇਸ ਪਦਵੀ 'ਤੇ ਪਹੁੰਚੋ, ਫਿਰ ਤੁਸੀਂ ਹੋਗੇ ਸਾਧ ਕਹਾਉਣ ਦੇ ਹੱਕਦਾਰ। ਗੌੜੀ ਮਹੱਲਾ ਨਾਵਾਂ। ਗੌੜੀ ਰਾਗਣੀ ਅੰਦਰ ਗੁਰਦੇਵ ਨਾਵੇਂ ਪਾਤਸ਼ਾਹ ਬੈਰਾਗ ਦੀ ਮੂਰਤ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਚਨ ਫਰਮਾਉਂਦੇ ਨੇ, ਸਾਧੋ ਰਚਨਾ ਰਾਮ ਬਣਾਈ। ਐ ਸਾਧ ਕਹਾਉਣ ਵਾਲਿਓ, ਸਾਧੂ ਜਨੋ, ਸਾਧ ਮਾਰਗ ਦੇ ਪਾਂਧੀ ਲੋਕੋ, ਇਹ ਜਿਹੜੀ ਰਚਨਾ ਅਸੀਂ ਵੇਖ ਰਹੇ ਹਾਂ ਸਾਰੀ ਜੋ ਰਚਿਆ ਹੋਇਆ ਹੈ, ਅਡੰਬਰ ਜੋ ਪਰਮਾਤਮਾ ਨੇ ਬਣਾਵਟ ਬਣਾਈ ਹੈ, ਇਹ ਪਰਮਾਤਮਾ ਨੇ ਰਚਾਈ ਹੈ। ਸਾਧੋ ਰਚਨਾ, ਇਹ ਬਣਾਵਟ, ਰਾਮ ਰਮੇ ਹੋਏ ਪਰਮਾਤਮਾ ਜੋ ਵਿਆਪਕ ਸਰੂਪ ਹੈ ਪਰ ਦਿਖਾਈ ਨਹੀਂ ਦਿੰਦਾ, ਇਹ ਉਸਨੇ ਬਣਤ ਬਣਾਈ ਹੈ। ਵੇਖੋ ਕਿੱਡੀ ਹੈਰਾਨੀ ਦੀ ਗੱਲ ਹੈ। ਕਿਸੇ ਦੇ ਘਰ 'ਚ ਕੋਈ ਵਿਅਕਤੀ ਆਏ ਅਤੇ ਹੱਥ ਨਾਲ ਪੇਂਟਿੰਗ ਕੀਤੀ ਹੋਈ ਕੋਈ ਤਸਵੀਰ ਬਣੀ ਹੋਈ ਵੇਖੇਗਾ ਅਤੇ ਪੁੱਛੇਗਾ ਕਿਸ ਨੇ ਬਣਾਈ ਹੈ। ਪਰ ਨਾਸਤਿਕ ਲੋਕ ਕੈਸੀ ਹਾਸੋਹੀਣੀ ਗੱਲ ਕਰਦੇ ਨੇ ਵੀ ਜਿਹੜਾ ਐਡਾ ਵੱਡਾ ਪਸਾਰਾ ਪਸਰਿਆ ਹੋਇਆ, ਕਹਿੰਦੇ ਇਹਨੂੰ ਬਣਾਉਣ ਵਾਲਾ ਹੈ ਹੀ ਕੋਈ ਨਹੀਂ। ਇਹ ਅਣੂਆਂ ਪਰਮਾਣੂਆਂ ਤੋਂ ਆਪਣੇ ਆਪ ਹੀ ਸਾਰਾ ਕੁਝ ਬਣਦਾ ਗਿਆ। ਜਾਂ ਕੁਝ ਐਸੇ ਹੁਣ ਸੱਜਣ ਪ੍ਰਚਾਰ ਕਰ ਰਹੇ ਨੇ ਵੀ ਕੁਦਰਤ ਹੀ ਰੱਬ ਹੈ, ਅਸੀਂ ਰੱਬ ਦਾ ਹਿੱਸਾ, ਅਸੀਂ ਕੁਦਰਤ ਦਾ ਹਿੱਸਾ ਨਾ, ਅਸੀਂ ਵੀ ਰੱਬ ਹਾਂ, ਦੂਜਾ ਵੀ ਰੱਬ ਹੈ, ਤੀਜਾ ਵੀ ਰੱਬ। ਨਹੀਂ, ਅਸੀਂ ਕੁਦਰਤ ਦਾ ਹਿੱਸਾ ਹਾਂ, ਰੱਬ ਦੀ ਅੰਸ਼ ਵੀ ਸਾਡੇ ਅੰਦਰ ਹੈ, ਪਰ ਸਾਡੇ ਹੱਥ 'ਚ ਕੁਛ ਨਹੀਂ ਹੈ। ਅਸੀਂ ਅਲਪੱਗ ਜੀਵ ਹਾਂ। ਉਹ ਇੱਕ ਸ਼ਕਤੀ ਹੈ, ਪਰਮਾਤਮਾ, ਆਤਮਾ ਪਰਮਾਤਮਾ, ਜਿਸ ਨੇ ਇਹ ਬਣਾਵਟ ਬਣਾਈ, ਜੜ ਮਾਇਆ ਰਚੀ ਅਤੇ ਇਹਨੂੰ ਚੇਤਨਤਾ ਵਿੱਚ ਤਬਦੀਲ ਕਰਨ ਲਈ ਆਪਣੀ ਪਰਛਾਈ, ਆਪਣਾ ਪ੍ਰਤੀਬਿੰਬ, ਆਪਣੀ ਅੰਸ਼ ਆਤਮਾ ਇਸ ਸੰਸਾਰ 'ਚ ਪਾਈ ਅਤੇ ਫਿਰ ਇਹ ਸੰਸਾਰ ਚੱਲ ਰਿਹਾ ਹੈ। ਜੇ ਅਸੀਂ ਸਾਰੇ ਖੁਦ ਆਪ ਸਭ ਕੁਝ ਕਰ ਸਕਦੇ ਹੋਈਏ ਤਾਂ ਫਿਰ ਕਰ ਲਈਏ। ਐਸਾ ਹੁੰਦਾ ਨਹੀਂ ਹੈ। ਸਾਰੇ ਲੋਕ ਸੁਖ ਹੀ ਚਾਹੁੰਦੇ ਨੇ, ਦੁੱਖ ਕੋਈ ਨਹੀਂ ਚਾਹੁੰਦਾ। ਸਾਰੇ ਲੋਕ ਅਮੀਰੀ ਚਾਹੁੰਦੇ ਨੇ, ਗਰੀਬੀ ਕੋਈ ਨਹੀਂ ਚਾਹੁੰਦਾ, ਪਰ ਇੰਜ ਹੁੰਦਾ ਨਹੀਂ ਹੈ। ਸਾਰਿਆਂ ਨੂੰ ਇੱਕੋ ਜਿਹੇ ਸੁੱਖ ਅਤੇ ਇੱਕੋ ਜਿਹੀ ਅਮੀਰੀ ਪਦਾਰਥ ਸਾਰਿਆਂ ਨੂੰ ਥੋੜ੍ਹਾ ਮਿਲ ਜਾਂਦਾ। ਪਰਮਾਤਮਾ ਦੇ ਹੱਥ ਵਿੱਚ ਸਾਰੀ ਖੇਡ ਹੈ। ਇਹ ਰਚਨਾ ਸਾਰੀ ਬਨਾਵਟ ਪਰਮਾਤਮਾ ਨੇ ਹੀ ਬਣਾਈ। ਇੱਕ ਮਹਾਂਪੁਰਸ਼ ਸੀ, ਮਹਾਤਮਾ ਵਿਦਵਾਨ, ਉਹਨਾਂ ਦਾ ਨਾਮ ਸੀ ਪਹਿਲਾਂ ਕਲਿਆਣ ਦਾਸ। ਅਨੰਦਪੁਰ ਸਾਹਿਬ ਉਹਨਾਂ ਦੀ ਕੁਟੀਆ ਹੁੰਦੀ ਸੀ, ਫਿਰ ਅੰਮ੍ਰਿਤ ਪਾਨ ਕਰਕੇ ਉਹਨਾਂ ਦਾ ਨਾਮ ਕਲਿਆਣ ਸਿੰਘ ਬਣ ਗਿਆ। ਉਹ ਚੰਡੀਗੜ੍ਹ ਇੱਕ ਗੁਰਦੁਆਰਾ ਸਾਹਿਬ ਕਥਾ ਕਰਦੇ ਸਨ ਅਤੇ ਗੱਲ ਆਈ ਆਸਤਿਕਤਾ ਦੀ ਅਤੇ ਨਾਸਤਿਕਤਾ ਦੀ। ਉਹਨਾਂ ਨੇ ਆਪਣੀ ਖੂੰਡੀ ਖੜੀ ਕੀਤੀ ਅਤੇ ਕਿਹਾ, ਸਾਧ ਸੰਗਤ ਜੀ, ਸੋਚ ਵਿਚਾਰ ਕੇ ਦੱਸੋ, ਇਹ ਖੂੰਡੀ ਕਿਸੇ ਨੇ ਬਣਾਈ ਹੈ ਜਾਂ ਆਪੇ ਬਣੀ? ਬੋਲੋ। ਸਾਰੀ ਸੰਗਤ ਕਹਿਣ ਲੱਗੀ, ਜੀ ਬਣਾਈ ਤਾਂ ਬਣੀ, ਆਪਣੇ ਆਪ ਤਾਂ ਨਹੀਂ ਬਣੀ। ਕਹਿਣ ਲੱਗੇ, ਤੁਹਾਨੂੰ ਕਿਵੇਂ ਪਤਾ ਬਣਾਈ? ਤੁਸੀਂ ਖੂੰਡੀ ਬਣਾਉਂਦਿਆਂ ਕਿਸੇ ਬੰਦੇ ਨੂੰ ਵੇਖਿਆ? ਕਹਿਣ ਲੱਗੇ, ਜੀ ਨਹੀਂ। ਫਿਰ ਕਿਉਂ ਕਹਿ ਰਹੇ ਹੋ ਵੀ ਕਿਸੇ ਨੇ ਬਣਾਈ? ਕਹਿੰਦੇ, ਜੀ ਆਪਣੇ ਆਪ ਇਸ ਸ਼ਕਲ ਵਿੱਚ ਬਣ ਨਹੀਂ ਸਕਦੀ। ਇਹ ਸਟਿਕ, ਇਹ ਖੂੰਡੀ ਕੋਈ ਬਣਾਉਣ ਵਾਲਾ ਹੈ ਸੀ ਤਾਂ ਇਸ ਤਰ੍ਹਾਂ ਦੀ ਬਣੀ, ਆਪਣੇ ਆਪ ਨਹੀਂ ਬਣੀ। ਇਹਨੂੰ ਛਿੱਲਣਾ ਛੁੱਲਣਾ, ਰੰਗ ਰੋਗਨ ਕਰਨਾ, ਇਹੋ ਜਿਹੀ ਸੋਹਣੀ ਸੁਨੱਖੀ ਬਣਾਉਣਾ ਖੂੰਡੀ ਨੂੰ ਕਿਸੇ ਵਿਅਕਤੀ ਦਾ ਕੰਮ ਹੈ। ਹੱਸ ਪਏ, ਕਹਿਣ ਲੱਗੇ, ਫਿਰ ਇਹੀ ਗੱਲ ਦੱਸਣੀ ਚਾਹੁੰਦੇ ਆ ਵੀ ਨਾਸਤਿਕ ਲੋਕਾਂ ਦਾ ਕੀ ਇਲਾਜ ਕਰੀਏ। ਉਸ ਖੂੰਡੀ ਬਾਰੇ ਤਾਂ ਉਹ ਵੀ ਕਹਿਣਗੇ ਵੀ ਕਿਸੇ ਨੇ ਬਣਾਈ ਹੈ, ਪਰ ਐਡਾ ਵੱਡਾ ਜੋ ਪਸਾਰਾ ਹੈ, ਵੱਡੇ ਵੱਡੇ ਪਹਾੜ ਰਚ ਦਿੱਤੇ ਪ੍ਰਮਾਤਮਾ ਨੇ, ਕਿਧਰੇ ਪਾਣੀ ਨਾ ਪੈਦਾ ਕਰ ਦਿੱਤਾ, ਕਿਧਰੇ ਖੁਸ਼ਕ ਧਰਤੀ ਹੈ, ਕਿਧਰੇ ਅਨੇਕਾਂ ਵੰਨ ਸੁਵੰਨੇ ਬਿਰਛ ਬੂਟਿਆਂ ਦੇ ਬੀਜ ਪੈਦਾ ਕੀਤੇ, ਜਿੱਥੋਂ ਧਰਤੀ ਵਿੱਚੋਂ ਇੰਨਾ ਕੁਛ ਉੱਗ ਰਿਹਾ ਹੈ ਅਤੇ ਸਾਡਾ ਜੀਵਨ ਜਿਸ ਦੇ ਆਸਰੇ ਚੱਲ ਰਿਹਾ ਹੈ, ਇਹਨੂੰ ਬਣਾਉਣ ਵਾਲਾ ਕੋਈ ਹੈ ਹੀ ਨਹੀਂ, ਆਪਣੇ ਆਪ ਬਣ ਗਿਆ। ਨਹੀਂ, ਆਪਣੇ ਆਪ ਨਹੀਂ ਬਣਿਆ। ਇਹ ਗੱਲ ਵੱਖਰੀ ਹੈ ਕਿ ਸਾਇੰਟਿਸਟਾਂ ਨੇ ਬੜੀ ਖੋਜ ਕੀਤੀ ਹੈ ਅਤੇ ਪਰਮਾਤਮਾ ਨੂੰ ਨਹੀਂ ਲੱਭ ਸਕੇ, ਪਰ ਉਹਨਾਂ ਇਹ ਗੱਲ ਕਹੀ, ਅਸੀਂ ਨਹੀਂ ਜਾਣਦੇ ਪਰਮਾਤਮਾ ਕਿਹੋ ਜਿਹਾ, ਉਹਨਾਂ ਦੀ ਪਕੜ ਵਿੱਚ ਨਹੀਂ। ਕਿਉਂਕਿ ਵਾਹਿਗੁਰੂ ਪਰਮਾਤਮਾ ਇੱਕ ਖੇਡ ਹੀ ਐਸੀ ਹੈ ਕਿ ਬੰਦਗੀ ਕਰਕੇ ਕੋਈ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੀ ਵਾਹਿਗੁਰੂ ਦਾ ਗਿਆਨ ਹਾਸਲ ਕਰ ਸਕਦਾ। ਇਸ ਕਰਕੇ ਹਜ਼ੂਰ ਕਹਿ ਰਹੇ ਨੇ, ਭਾਈ ਸਾਧੋ ਰਚਨਾ ਰਾਮ ਬਣਾਈ। ਐ ਸਾਧੂ ਜਨੋ, ਸਾਧਕ ਪੁਰਸ਼ੋ, ਸਾਧਕ ਹੋਣ ਵਾਲਿਓ, ਇਸ ਮਾਰਗ ਦੇ ਪਾਂਧੀ ਜਨੋ, ਇਹ ਜਿਹੜੀ ਰਚਨਾ ਬਨਾਵਟ ਹੈ, ਰਾਮ ਨੇ, ਪਰਮਾਤਮਾ ਨੇ ਰਚੀ ਹੈ, ਬਣਾਈ ਹੈ।
ਇੱਕ ਬਿਨਸੈ ਇੱਕ ਅਸਥਿਰ ਮਨ। ਤੇ ਕਿਹੋ ਜਿਹੀ ਰਚਨਾ ਪਰਮਾਤਮਾ ਰਚ ਦਿੱਤੀ, ਕੈਸੀ ਖੇਡ ਵਰਤਾਈ ਹੈ। ਇਸ ਰਚਨਾ ਦੀ ਅੰਸ਼ ਕੋਈ ਜੀਵ ਬਿਨਸਦਾ ਹੈ। ਇੱਕ ਦਾ ਮਤਲਬ ਕੱਕੇ ਨੂੰ ਸਿਆਰੀ, ਕਈ ਇਹਦੇ ਵਿੱਚੋਂ ਵਾਰੀ ਬਿਨਸਦੇ ਨੇ। ਇੱਕ ਵਿਅਕਤੀ ਬਿਨਸਦਾ ਹੈ, ਸਰੀਰ ਖਤਮ ਹੁੰਦਾ, ਤੇ ਇੱਕ ਅਸਥਿਰ ਮਨ ਹੈ। ਦੂਜਾ ਜੋ ਜਿਉਂਦਾ ਵਿਅਕਤੀ ਹੈ, ਉਸ ਬਿਨਸ ਜਾਣ ਵਾਲੇ ਵਿਅਕਤੀ ਨੂੰ ਵੇਖ ਕੇ, ਉਹਦੇ ਸਰੀਰ ਦਾ ਖਾਤਮਾ ਹੁੰਦਾ ਵੇਖ ਕੇ ਵੀ ਆਪਣੇ ਆਪ ਨੂੰ ਸਥਿਰ ਸਦਾ ਰਹਿਣ ਵਾਲਾ ਮੰਨੀ ਫਿਰਦਾ। ਇਹ ਭੁੱਲ ਚੁੱਕਾ ਉਹ ਖਿਆਲ। ਅਨੇਕਾਂ ਨੂੰ ਮਰਦਿਆਂ ਵੇਖਦੇ ਹਾਂ, ਸੰਸਕਾਰ ਹੁੰਦੇ, ਦਫਨਾਉਂਦੇ ਸਰੀਰ ਅਸੀਂ ਵੇਖਦੇ ਹਾਂ। ਫਰੀਦ ਨੇ ਕਿਹਾ ਹੈ, ਫਰੀਦਾ ਪੰਖ ਪਰਉ ਹੋਣੀ ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਹ ਸਿਉ ਚੱਲਣ ਕਾ ਕਰਸਾਜ। ਇਹ ਦੁਨੀਆ ਸ਼ੋਭਨੀਕ ਬਾਗ ਦੀ ਨਿਆਈ ਹੈ। ਤੇ ਜਿਵੇਂ ਬਾਗਾਂ ਦੇ 'ਚ ਪੰਛੀ ਉਤਰਦੇ ਨੇ ਪ੍ਰਾਹੁਣਿਆਂ ਵਾਂਗ, ਉੱਡ ਜਾਂਦੇ ਸਵੇਰੇ, ਇਸੇ ਤਰ੍ਹਾਂ ਕਿਸੇ ਦੇ ਘਰ 'ਚ ਕੋਈ ਪ੍ਰਾਹੁਣਾ ਆਉਂਦਾ ਤੇ ਉਹ ਵੀ ਸਵੇਰੇ ਉੱਠ ਕੇ ਚਲਿਆ ਜਾਂਦਾ। ਪਰ ਜਦੋਂ ਤੋਂ ਇਹ ਸੰਸਾਰ ਬਗੀਚਾ ਪ੍ਰਮਾਤਮਾ ਰਚਿਆ, ਉਦੋਂ ਸੁਬਾਹ ਤੋਂ, ਸਵੇਰ ਤੋਂ, ਉਦੋਂ ਤੋਂ ਲੈ ਕੇ ਨੌਬਤਾਂ ਨਖਾਰੇ ਖੜਕ ਰਹੇ ਨੇ। ਅੱਜ ਫਲਾਣਾ ਗੁਜ਼ਰਿਆ, ਅੱਜ ਫਲਾਣਾ ਗੁਜ਼ਰਿਆ। ਜੇ ਪੈਦਾ ਹੁੰਦੇ ਰਚਨਾ ਬਣ ਰਹੀ ਹੈ ਨਵੀਂ, ਤੇ ਪਿਛਲੀ ਰਚਨਾ ਖਤਮ ਵੀ ਹੁੰਦੀ ਜਾ ਰਹੀ। ਚੱਲਣ ਕਾ ਕਰ ਸਾਜ, ਤੂੰ ਵੀ ਚਲੇ ਜਾਣ ਦਾ ਬੰਦੋਬਸਤ, ਸਾਜ ਸਮੱਗਰੀ ਇਕੱਠੀ ਕਰ ਲਾ। ਜਾਂ ਫਰੀਦ ਨੇ ਵੀ ਕਿਹਾ, ਫਰੀਦਾ ਕਿੱਥੇ ਤੈਂਡਾ ਮਾਪਿਆ, ਤੇਰੇ ਮਾਂ ਤੇ ਪਿਆ ਪਿਓ। ਮਾਪੇ ਸ਼ਬਦ ਇੱਥੋਂ ਬਣਿਆ, ਮਾਂ ਤੇ ਪਿਓ ਮਾਪੇ। ਉਹ ਤੇਰੇ ਮਾਪੇ ਮਾਂ ਪਿਓ ਕਿੱਥੇ ਨੇ, ਜਿਨ੍ਹਾਂ ਨੇ ਤੈਨੂੰ ਜਣਿਆ ਸੀ, ਜਨਮ ਦਿੱਤਾ ਸੀ। ਤੈਂ ਪਾਸੋਂ ਉਹ ਲੱਦ ਗਏ, ਤੇਰੇ ਪਾਸੋਂ ਲੱਦ ਗਏ ਦਾ ਮਤਲਬ ਚਲੇ ਗਏ। ਤੂੰ ਅਜੇ ਨਾ ਪਤੀਣੋ ਮਨਾ, ਤੂੰ ਅਜੇ ਵੀ ਨਹੀਂ ਭਤੀਜਿਆ ਕਿ ਮੈਂ ਵੀ ਮਰ ਜਾਣਾ। ਇਸ ਗੱਲ 'ਤੇ ਭਤੀਜਿਆ ਨਹੀਂ। ਮਨ 'ਚ ਨਿਸ਼ਚਾ ਨਹੀਂ ਆਇਆ ਵੀ ਪਤਾ ਨਹੀਂ ਕਿਹੜੇ ਵੇਲੇ ਬਿਨਸ ਜਾਣਾ ਸਰੀਰ ਨੇ, ਤੇ ਬੰਨ ਨੂੰ ਬੰਨ੍ਹ ਕੇ ਬੈਠੇ। ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ, ਚੱਲਣ ਸਾਰ ਨਾ ਜਾਣਨੀ ਕਾਜ ਸਵਾਰਨ ਹਾਰ। ਜਿਨ੍ਹਾਂ ਇਸ ਗੱਲ ਨੂੰ ਦੀ ਸਾਰ ਨੂੰ ਜਾਣਿਆ, ਜਾਣ ਲਿਆ ਵੀ ਚਲੇ ਜਾਣਾ, ਉਹ ਬਾਹਲੇ ਅਡੰਬਰ ਕਿਉਂ ਰਚਣਗੇ, ਕਿਉਂ ਵਿਸਥਾਰ ਦੇ ਵਿੱਚ ਆਪਣੇ ਮਨ ਦੇ ਅੰਦਰ ਅਡੰਬਰ ਰਚਦਾ ਬੰਦਾ। ਮਨ ਦੇ ਅੰਦਰ ਬੜੇ ਸੰਸਾਰ ਦੇ ਫੈਲਾਓ ਕਰਦਾ ਹੈ, ਚਾਹੁੰਦਾ ਬੜਾ ਕੁਛ ਬਣ ਜਾਏ, ਹੋਰ ਬਣ ਜਾਏ, ਹੋਰ ਬਣ ਜਾਏ। ਇਹ ਖਿਆਲ ਭੁੱਲ ਗਿਆ ਹੈ ਕਿ ਮੈਂ ਇੱਥੋਂ ਚਲੇ ਜਾਣਾ। ਇੱਕ ਬਿਨਸਦਾ ਜੀਵ ਤੇ ਇੱਕ ਉਹਨੂੰ ਬਿਨਸਦੇ ਨੂੰ ਵੇਖ ਕੇ ਵੀ ਆਪਣੇ ਆਪ ਨੂੰ ਅਸਥਿਰ ਸਥਿਰ ਮੰਨਿਆ ਹੋਇਆ ਭਈ ਮੈਂ ਸਦਾ ਲਈ ਥਿਰ ਹਾਂ। ਅਚਰਜ ਲਖਿਓ ਨਾ ਜਾਏ। ਇਹ ਬੜਾ ਅਸਚਰਜ ਹੈ, ਇਹ ਬੜਾ ਹੈਰਾਨੀਜਨਕ ਮਾਮਲਾ ਹੈ। ਲਖਿਓ ਨਾ, ਜੀਵ ਦੇ ਕੋਲੋਂ ਲਖਿਆ ਹੀ ਨਹੀਂ ਜਾ ਰਿਹਾ। ਇਹ ਸੰਸਾਰ ਦਾ ਸਿਲਸਿਲਾ ਜੀਵ ਦੇ ਕੋਲੋਂ ਇਹ ਜਾਣਿਆ ਹੀ ਨਹੀਂ ਜਾਂਦਾ, ਲਖਿਆ ਹੀ ਨਹੀਂ ਜਾਂਦਾ, ਹਿਰਦੇ 'ਚ ਵਸਾਇਆ ਹੀ ਨਹੀਂ ਜਾਂਦਾ। ਰਹਾ ਕਾਮ ਕ੍ਰੋਧ ਮੋਹ ਬਸ ਪ੍ਰਾਣੀ। ਕਿਉਂ ਐਸਾ ਹੋ ਰਿਹਾ ਜੀ? ਤਾਂ ਹਜ਼ੂਰ ਕਹਿੰਦੇ ਨੇ ਕਾਮ ਵਾਸ਼ਨਾ, ਵਿਕਾਰ ਦੀ ਵਾਸ਼ਨਾ, ਕ੍ਰੋਧ ਅਗਨੀ ਹਾਵੀ ਹੋ ਗਏ, ਤੇ ਮੋਹ ਜਿਹੜਾ ਹੈ ਪਦਾਰਥਾਂ ਨਾਲ ਲਗਾਓ, ਸੰਬੰਧੀਆਂ ਨਾਲ, ਸਰੀਰਾਂ ਨਾਲ, ਸਰੀਰ ਨਾਲ ਆਪਣੇ ਨਾਲ ਵੀ ਮੋਹ ਹੈ। ਜਿਹੜੇ ਸਰੀਰ ਨਾਲ ਸੰਬੰਧਿਤ ਧੀਆਂ ਪੁੱਤਰ, ਧਰਮ ਪਤਨੀ ਜਾਂ ਹੋਰ ਸੰਬੰਧੀ, ਉਹਨਾਂ ਨਾਲ ਵੀ ਮੋਹ, ਫਿਰ ਪਦਾਰਥਾਂ ਨਾਲ ਵੀ ਮੋਹ। ਇਹ ਪ੍ਰਾਣੀ ਸਵਾਸਾਂ ਦਾ ਪੁਤਲਾ, ਪ੍ਰਾਣਾਂ ਦਾ ਪੁਤਲਾ, ਇਹ ਸਰੀਰ ਜੀਵ ਇਹਨਾਂ ਦੇ ਵਸ 'ਚ ਪੈ ਗਿਆ ਹੈ। ਕਾਮ ਕ੍ਰੋਧ ਤੇ ਮੋਹ ਦੇ ਵਸ 'ਚ ਪਿਆ ਹੋਇਆ। ਹਰ ਮੂਰਤ ਬਿਸਰਾਈ, ਇਹਨਾਂ ਦੇ ਵਸ ਪੈ ਕੇ ਹਰੀ ਅਕਾਲ ਪੁਰਖ ਦੀ ਜੋ ਮੂਰਤੀ ਹੈ, ਪਰਮਾਤਮਾ ਦਾ ਜੋ ਸਰੂਪ ਹੈ, ਵਜੂਦ ਹੈ, ਰੱਬ ਦੀ ਜੋ ਹੋਂਦ ਹੈ, ਉਹ ਇਸ ਨੇ ਮਨ ਵਿੱਚੋਂ ਵਿਸਰਾ ਦਿੱਤੀ, ਵਿਸਰਾਈ, ਵਿਸਾਰ ਦਿੱਤੀ, ਤਿਆਗ ਦਿੱਤੀ। ਉਸ ਨੂੰ ਭੁੱਲ ਹੀ ਗਿਆ ਵੀ ਰੱਬ ਵੀ ਕਿਤੇ ਹੈ। ਝੂਠਾ ਤਨ ਸਾਚਾ ਕਰ ਮਾਨਿਓ, ਜਿਉ ਸੁਪਨਾ ਰਹਿ ਨਾਈ। ਸਰੀਰ ਝੂਠਾ ਸੀ, ਪਰ ਇਸ ਨੂੰ ਝੂਠ ਸਮੱਗਰੀ ਪੇਖ ਸੱਚ ਕਰ ਜਾਂਦੇ। ਸਮੱਗਰੀ ਸਾਰੀ ਹੀ ਝੂਠੀ ਸੀ, ਤਨ ਤੋਂ ਹੀ ਸ਼ੁਰੂ ਹੁੰਦੀ ਹੈ ਨਾ ਸਮੱਗਰੀ ਸਾਰੀ। ਇਹ ਝੂਠਾ ਤਨ, ਝੂਠਾ ਦਾ ਮਤਲਬ ਨਾਸਵੰਤ, ਇਹ ਨਾਸ ਹੋ ਜਾਣ ਵਾਲਾ ਤਨ ਸੱਚਾ ਕਰਕੇ ਮੰਨ ਲਿਆ। ਔਰ ਹੈ ਇੰਜ ਕਿਉਂ ਸੱਚਾ ਕਰਕੇ ਮੰਨਿਆ? ਜਿਵੇਂ ਰਾਤ ਨੂੰ ਸੁੱਤਾ ਪਿਆ ਵਿਅਕਤੀ ਕੋਈ ਸੁਪਨਾ ਵੇਖਦਾ ਹੈ ਤੇ ਸੁਪਨਾ ਉਹਨੂੰ ਸੱਚਾ ਹੀ ਪ੍ਰਤੀਤ ਹੁੰਦਾ, ਕਿਉਂਕਿ ਸੁੱਤਾ ਹੋਇਆ ਤੇ ਸੁੱਤੇ ਪਿਆ ਜੋ ਸੁਪਨਾ ਮਨ ਨੇ ਤਾਣਾ ਬੁਣਾ ਬੁਣਿਆ ਹੈ ਉਹਦੇ 'ਚ ਉਹ ਖਚਦਾ ਹੈ ਤੇ ਉਹਨੂੰ ਸੱਚਾ ਕਰਕੇ ਮੰਨ ਰਿਹਾ। ਜਿਵੇਂ ਕੋਈ ਛੋਟਾ ਜਿਹਾ ਬੱਚਾ ਖੇਡਦਾ, ਕੋਈ ਚੀਜ਼ ਬਣਾਉਂਦਾ ਤੇ ਉਹਦੇ ਵਿੱਚ ਉਹ ਮਗਨ ਹੈ, ਉਹ ਸੱਚੀ ਮੰਨ ਰਿਹਾ ਹੈ। ਫਿਰ ਅਖੀਰ ਨੂੰ ਢਾਹ ਢੂ ਕੇ ਘਰਾਂ ਨੂੰ ਵੀ ਬੱਚੇ ਚਲੇ ਜਾਂਦੇ, ਮਿੱਟੀ ਦੀਆਂ ਢੇਰੀਆਂ ਬਣਾਉਂਦੇ, ਆਦਿ ਖੇਡਾਂ ਖੇਡਦੇ।
ਹੁਣ ਤਾਂ नहीं, पुराने समय 'ਚ ऐसा ਸੀ। ਔਰ ਇਸ ਪ੍ਰਕਾਰ ਮਹਾਰਾਜ ਕਹਿੰਦੇ ਨੇ ਭਈ ਇਹ ਸੰਸਾਰ ਜਿਹੜਾ ਮਨ 'ਚ ਰਚ ਲਿਆ ਹੈ, ਇਹ ਇੰਝ ਹੀ ਹੈ ਜਿਵੇਂ ਸੁੱਤਿਆਂ ਪਿਆ ਕੋਈ ਸੁਪਨੇ 'ਚ ਰਚਦਾ ਰਚਨਾ। ਇਸੇ ਪ੍ਰਕਾਰ ਇਹ ਅਵਿਦਿਆ ਦੀ ਨੀਂਦ ਵਿੱਚ, ਅਗਿਆਨਤਾ ਦੀ ਨੀਂਦ ਵਿੱਚ ਸੁੱਤਾ ਪਿਆ ਜੀਵ ਤੇ ਜਗਤ ਜੋ ਸੁਪਨਾ ਇਹਨੂੰ ਸੱਚਾ ਕਰਕੇ ਮੰਨਿਆ, ਜਦੋਂ ਜਾਗ ਪਿਆ ਉਦੋਂ ਇਹ ਸੁਪਨਾ ਹੀ ਪ੍ਰਤੀਤ ਹੋਵੇਗਾ। ਜਦੋਂ ਬੰਦਾ ਨੀਂਦ 'ਚ ਉੱਠਦਾ ਹੈ ਤੇ ਜੋ ਕੁਝ ਸੁਪਨੇ 'ਚ ਵੇਖਦਾ ਪਤਾ ਲੱਗ ਜਾਂਦਾ ਵੀ ਐਵੇਂ ਹੀ ਸੀ, ਉਹ ਤਾਂ ਸੁਪਨੇ ਦੀ ਖੇਡ ਸੀ। ਇਸੇ ਤਰ੍ਹਾਂ ਜਿਹਨੂੰ ਗਿਆਨ ਦੀ ਪ੍ਰਾਪਤੀ ਹੋ ਗਈ, ਜਾਗ ਪਿਆ ਅਵਿਦਿਆ ਦੀ ਨੀਂਦ ਵਿੱਚੋਂ, ਉਹਦੇ ਲਈ ਸੰਸਾਰ ਇੱਕ ਸੁਪਨਾ। ਹਜ਼ੂਰ ਕਹਿੰਦੇ ਨੇ ਸੁਪਨਰੀ ਸੰਸਾਰ, ਧੰਨ ਗੁਰੂ ਅਰਜਨ ਦੇਵ ਜੀ। ਮਿਥਨੀ ਵਿਸਥਾਰ, ਜਿੰਨਾ ਵਿਸਥਾਰ ਹੈ ਸਭ ਮਿਥਿਆ ਹੋਇਆ। ਸੁਪਨਰੀ ਸੰਸਾਰ ਮਿਥਨੀ ਵਿਸਥਾਰ, ਸਖੀ ਕਾਏ ਮੋਹ ਮੋਹਲੀ। हे ਜੀਵ ਰੂਪ ਸਖੀ, ਕਾਹਦੇ ਵਾਸਤੇ ਜੇ ਮੋਹ 'ਚ ਮੋਹੀ ਹੋਈ ਹੈ। ਸਖੀ ਕਾਏ ਮੋਹ ਮੋਹਲੀ, ਪ੍ਰੀਤ ਹਿਰਦੈ ਮੇਲ। ਪਿਆਰੇ ਪ੍ਰਮਾਤਮਾ ਦੀ ਪ੍ਰੀਤ ਦਾ ਹਿਰਦੇ 'ਚ ਮਿਲਾਪ ਹਾਸਲ ਕਰ। ਜੋ ਦਿਸੈ ਸੋ ਸਗਲ ਬਿਨਾਸਾ। ਜੋ ਵੀ ਦਿਸ ਰਿਹਾ, ਜੋ ਦ੍ਰਿਸ਼ਮਾਨ ਪ੍ਰਪੰਚ ਹੈ, ਜੋ ਵੀ ਇਹਨਾਂ ਚਮਦੀਆਂ ਅੱਖਾਂ ਨਾਲ ਦਿਖਾਈ ਦੇ ਰਿਹਾ, ਕੇਵਲ ਸਰੀਰ ਹੀ ਨਹੀਂ, ਇਹ ਪਹਾੜ, ਇਹ ਰੁੱਖ, ਇਹ ਧਰਤੀ, ਇਹ ਸਮੁੰਦਰਾਂ ਦਾ ਪਾਣੀ, ਇਹ ਆਕਾਸ਼ ਦੇ ਤਾਰੇ, ਸੂਰਜ ਚੰਦਰਮਾ, ਜੋ ਵੀ ਦਿਸ ਰਿਹਾ ਇੱਕ ਦਿਨ ਖਤਮ ਹੋਏਗਾ। ਸਗਲ ਬਿਨਾਸਾ, ਸਾਰਾ ਕੁਝ ਬਿਨਸਦਾ ਹੈ। ਜੋ ਦਿਸੈ ਸੋ ਸਗਲ ਬਿਨਾਸਾ। ਜਿਉਂ ਬਾਦਰ ਕੀ ਸ਼ਾਹੀ, ਬਾਦਰ ਦਾ ਲੱਲਾ ਜਿਹੜਾ ਬੱਦਲ ਦਾ, ਉਹਦੇ ਥਾਂ ਇਹ ਰਾਰਾ ਵਰਤਿਆ ਹੈ। ਸੋ ਇਸ ਪ੍ਰਕਾਰ ਇਹ ਸਾਰੀਆਂ ਭਾਸ਼ਾਵਾਂ ਦੇ ਵਿੱਚ ਇੰਝ ਇੱਕ ਅੱਖਰ ਦੀ ਥਾਂ ਦੱਦੇ ਦੀ ਥਾਂ ਜ਼ੱਜ਼ਾ, ਫਾਰਸੀ ਜ਼ਾ ਵੀ ਵਰਤਿਆ ਜਾਂਦਾ। ਇਸੇ ਪ੍ਰਕਾਰ ਇੱਥੇ ਜਿਵੇਂ ਬੱਦਲ ਦੀ ਛਾਂ ਹੈ ਉਹ ਸਥਿਰ ਥੋੜ੍ਹਾ ਰਹਿੰਦੀ ਹੈ। ਬੱਦਲ ਦੀ ਛਾਵੇਂ ਕੋਈ ਬਹਿ ਜੇ, ਕੁਰਸੀ ਡਾਹ ਕੇ ਜਾਂ ਕਿਵੇਂ ਧੁੱਪ ਹੋਵੇ ਇੰਝ ਤੇ ਬੱਦਲ ਆਏ ਹੋਣ ਤੇ ਛਾਵੇਂ ਬਹਿ ਜੇ ਤੇ ਇੰਝ ਖਿਆਲ ਰੱਖੇ ਵੀ ਇਹ ਛਾਂ ਹੀ ਰਹਿਣੀ। ਬੱਦਲ ਤਾਂ ਘੜੀ ਵਿੱਚੋਂ ਬੜੀ ਦੂਰ ਚਲਾ ਜਾਂਦਾ। ਜਿਵੇਂ ਬੱਦਲ ਦੀ ਛਾਂ ਸਥਿਰ ਨਹੀਂ ਹੈ, ਬਹੁਤਾ ਚਿਰ ਨਹੀਂ ਰਹਿੰਦੀ, ਇਸ ਤਰ੍ਹਾਂ ਹੀ ਸਾਰਾ ਕੁਝ ਬਿਨਸ ਜਾਣਾ। ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਨਾਈ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ, ਜਿਸ ਜਨ ਨੇ ਜਗਤ ਨੂੰ ਜਾਣ ਲਿਆ ਹੈ ਮਿਥਿਆ, ਝੂਠਾ, ਨਾਸਵੰਤ, ਕੁਝ ਸਮੇਂ ਲਈ ਮਿਥਿਆ ਹੋਇਆ, ਰਹਿਣਾ ਨਹੀਂ। ਇੰਝ ਜਾਣ ਕੇ ਫਿਰ ਉਹ ਵਿਅਕਤੀ ਰਹਿਓ ਰਾਮ ਸਰਨਾਈ। ਰਾਮ ਰਮੇ ਹੋਏ ਪਰਮਾਤਮਾ ਦੀ ਸ਼ਰਨ ਵਿੱਚ ਰਿਹਾ ਹੈ। ਉਹਨੇ ਵਾਹਿਗੁਰੂ ਦੀ ਸ਼ਰਨ ਨਹੀਂ ਤਿਆਗੀ। ਉਹਨੇ ਹੋਰ ਕੋਈ ਆਸਰਾ ਨਹੀਂ ਲਿਆ ਭਈ ਧਨ ਦੀ ਸ਼ਰਨ ਲੈ ਲੈ, ਸੰਬੰਧੀਆਂ ਦੀ ਸ਼ਰਨ ਲੈ ਲੈ, ਰਾਜਨੀਤਿਕਾਂ ਦੀ ਸ਼ਰਨ ਲੈ ਲੈ। ਸਾਰੇ ਜਗਤ ਨੂੰ ਜਿਹਨੇ ਮਿਥਿਆ ਜਾਣ ਲਿਆ ਉਹ ਰਾਮ ਦੀ ਸ਼ਰਨ ਵਿੱਚ ਜੀਵਨ ਬਤੀਤ ਕਰਦਾ। ਗੌੜੀ ਮਹੱਲਾ ਨਾਵਾਂ, ਗੌੜੀ ਰਾਗਣੀ 'ਚ ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਫਰਮਾ ਰਹੇ ਨੇ, ਪ੍ਰਾਨੀ ਕਹੋ ਹਰ ਜਸ ਮਨ ਨਹੀਂ ਆਵੇ। ਇਹ ਜਿਹੜਾ ਸਵਾਸਾਂ ਦਾ ਪੁਤਲਾ ਹੈ, ਪ੍ਰਾਣਾ ਧਾਰੀ, ਸਵਾਸਾਂ ਧਾਰੀ ਜੀਵ, ਇਸ ਦੇ ਮਨ ਅੰਦਰ ਹਰੀ ਪਰਮਾਤਮਾ ਦਾ ਜਸ ਨਹੀਂ ਆ ਕੇ ਵਸਦਾ। ਮਨ 'ਚ ਚੇਤਾ ਹੀ ਨਹੀਂ ਆਉਂਦਾ ਵਾਹਿਗੁਰੂ ਦੇ ਜਸ ਦਾ, ਵੀ ਜਸ ਕਰਨਾ ਚਾਹੀਦਾ। ਜੇ ਕਿਤੇ ਕਰੀਏ ਵੀ ਬੱਧੇ ਰੁੱਧੇ ਜ਼ਬਾਨ ਤੋਂ, ਮਨ 'ਚ ਨਹੀਂ ਆਉਂਦਾ ਵਾਹਿਗੁਰੂ ਦਾ ਜਸ। ਪਰਮਾਤਮਾ ਦੀ ਵਡਿਆਈ, ਪਰਮਾਤਮਾ ਦੀ ਸਿਫਤ ਸਲਾਘਾ, ਵਾਹਿਗੁਰੂ ਦੀ ਸਿਫਤੋ ਸਿਫਾਤ, ਪਰਮਾਤਮਾ ਦੀ ਕੀਰਤੀ ਇਹਦੇ ਮਨ ਵਿੱਚ ਨਹੀਂ ਆਉਂਦੀ ਹੈ। ਐਨਸ ਮਗਨ ਰਹਿ ਮਾਇਆ ਮਹਿ। ਭਾਈ ਰੱਬ ਦੀ ਰਚੀ ਹੋਈ ਜਿਹੜੀ ਮਾਇਆ ਸਰੀਰ ਤੋਂ ਸ਼ੁਰੂ ਹੋ ਕੇ ਇਹ ਸਾਰੀ ਜਿਹੜੀ ਮਾਇਆ ਪ੍ਰਪੰਚ ਹੈ, ਇਹਦੇ ਵਿੱਚ ਇਹ ਰਾਤ ਦਿਨ, ਦਿਨ ਤੇ ਰਾਤ ਇਹ ਮਗਨ ਰਹਿੰਦਾ, ਮਸਤ ਹੋਇਆ ਰਹਿੰਦਾ, ਵਿੱਚ ਡੁੱਬਾ ਰਹਿੰਦਾ, ਖੋਇਆ ਰਹਿੰਦਾ। ਕਹੋ ਕੈਸੇ ਗੁਣ ਗਾਵੇ। ਫਿਰ ਭਾਈ ਦੱਸੋ ਖਾਂ ਕਿਸ ਤਰ੍ਹਾਂ ਇਹ ਜੀਵ ਵਾਹਿਗੁਰੂ ਦੇ ਗੁਣ ਗਾ ਸਕਦਾ, ਕਿਸ ਤਰ੍ਹਾਂ ਪਰਮਾਤਮਾ ਦੇ ਸਿਫਤਾਂ ਨੂੰ, ਉਹਦੀਆਂ ਖੂਬੀਆਂ ਨੂੰ, ਉਹਦੀਆਂ ਵਡਿਆਈਆਂ ਨੂੰ ਕਿਵੇਂ ਇਹ ਗਾ ਸਕਦਾ। ਰਹਾ ਪੂਤ ਮੀਤ ਮਾਇਆ ਮਮਤਾ ਸਿਉ, ਇਹ ਵਿਦਿਆਪ ਬੰਧਾਵੈ। ਪੁੱਤਰ ਹਨ ਮੇਰੇ, ਮੇਰੇ ਮਿੱਤਰ ਬੜੇ ਹਨ। ਇਸ ਤਰ੍ਹਾਂ ਕਰਦਾ ਮਾਇਆ ਦਮੜਿਆਂ ਦੀ, ਮਮਤਾ ਮੇਰ ਆਪਣਤ, ਇਹਨਾਂ ਵਿੱਚ ਖਚਤ ਹੋਇਆ ਹੋਇਆ, ਇਹਨਾਂ ਨਾਲ, ਪਦਾਰਥਾਂ ਨਾਲ, ਪੁੱਤਰਾਂ ਮਿੱਤਰਾਂ, ਮਾਇਆ ਦਮੜਿਆਂ ਨਾਲ, ਸਾਰੀ ਜਿਹੜੀ ਮਾਇਆ ਹੈ ਅਨੇਕਾਂ ਰੂਪਾਂ ਦੀ ਜੜ ਚੇਤਨ, ਇਹਦੀ ਮਮਤਾ ਨਾਲ ਜੁੜਿਆ ਹੋਇਆ, ਆਪਣਤ ਨਾਲ ਜੁੜਿਆ ਹੋਇਆ।
ਇਸ ਵਿਧੀ ਨਾਲ ਜੀਵਨ ਬਤੀਤ ਕਰ ਰਿਹਾ ਤੇ ਇੰਜ ਕਰਦਾ ਕਰਦਾ ਆਪ ਆਪਣੇ ਆਪ ਨੂੰ ਬੰਧਾਵਾ ਬਣਾ ਲੈਂਦਾ, ਜਕੜ ਲੈਂਦਾ ਆਪਣੇ ਆਪ ਨੂੰ। ਜਿਵੇਂ ਮੱਕੜੀ ਨਹੀਂ ਜਾਲਾ ਬੁਣਦੀ, ਆਪਣੇ ਬੁਣੇ ਜਾਲੇ ਵਿੱਚ ਆਪ ਹੀ ਫਸ ਕੇ ਮਰ ਜਾਂਦੀ, ਇਸੇ ਤਰ੍ਹਾਂ ਇਸ ਵਿਧੀ ਨਾਲ ਇਹ ਆਪਣੇ ਆਪ ਨੂੰ ਐਸਾ ਬਣਾ ਲੈਂਦਾ ਵਿੱਚੋਂ ਨਿਕਲ ਨਹੀਂ ਸਕਦਾ। ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖ ਤਾਸ ਉਠ ਧਾਵੈ। ਹਜ਼ੂਰ ਕਹਿੰਦੇ ਨੇ ਜਿਹੜਾ ਜਗਤ ਵੇਖ ਰਿਹਾ ਨਾ ਜੀਵ ਸੱਚਾ ਕਰਕੇ, ਇਹ ਇੰਜ ਹੀ ਝੂਠਾ ਜਿਵੇਂ ਮ੍ਰਿਗ ਤ੍ਰਿਸ਼ਨਾ ਦਾ ਪਾਣੀ। ਉਹਨੂੰ ਠੱਗ ਨੀਰਾ ਵੀ ਕਹਿੰਦੇ ਨੇ, ਠੱਗ ਨੀਰਾ। ਮ੍ਰਿਗ ਤ੍ਰਿਸ਼ਨਾ, ਮ੍ਰਿਗ ਨਾਮ ਹਿਰਨ ਦਾ, ਤ੍ਰਿਸ਼ਨਾ ਤ੍ਰੇ, ਮ੍ਰਿਗ ਦੀ ਜਿਹੜਾ ਹਿਰਨ ਹੈ ਉਹਦੀ ਪਿਆਸ। ਕੀ ਪਿਆਸ? ਮਾਰੂਥਲ ਦੇ ਵਿੱਚ ਜਿਵੇਂ ਰਾਜਸਥਾਨ ਆਦਿਕ ਦਾ ਇਲਾਕਾ ਹੈ ਤੇ ਗਰਮੀ ਦੇ ਦਿਨਾਂ 'ਚ ਸੂਰਜ ਦੀ ਤਪਸ਼ ਵਧੀ ਹੁੰਦੀ ਹੈ ਤੇ ਰੇਤਾ ਬਹੁਤ ਤਪਦਾ। ਰੇਤਾ ਤਪਣ ਕਰਕੇ ਹਵਾ ਦੇ ਵਿੱਚ ਕੁਛ ਉੱਡਦਾ ਪ੍ਰਤੀਤ ਹੁੰਦਾ। ਹਿਰਨ ਦੀ ਨਜ਼ਰ ਭੁਲੇਖਾ ਖਾਂਦੀ, ਕਿਉਂਕਿ ਉਹ ਪਿਆਸਾ ਹੈ। ਉਹ ਸਮਝਦਾ ਕਿ ਉਹ ਪਾਣੀ ਡਲਕਦਾ, ਹਵਾ ਦੇ ਵਿੱਚ ਪਾਣੀ ਪ੍ਰਤੀਤ ਹੁੰਦਾ ਉਹਨੂੰ, ਪਰ ਉਹ ਮ੍ਰਿਗ ਤ੍ਰਿਸ਼ਨਾ ਦਾ ਜਲ ਠੱਗ ਨੀਰਾ ਹੈ, ਠੱਗੀ ਹੈ, ਧੋਖਾ ਹੈ ਨਹੀਂ ਪਾਣੀ। ਮ੍ਰਿਗ ਦੀ ਨਜ਼ਰ ਨੂੰ ਭੁਲੇਖਾ ਲੱਗ ਗਿਆ ਤੇ ਉਹ ਦੌੜਿਆ। ਜਿਵੇਂ ਜਿਵੇਂ ਦੌੜਦਾ ਗਿਆ ਤਿਵੇਂ ਤਿਵੇਂ ਉਹ ਹਵਾ ਵਿੱਚ ਕੁਛ ਡਲਕਦਾ ਜਿਹਾ ਦੂਰ ਪ੍ਰਤੀਤ ਹੋਈ ਗਿਆ ਤੇ ਹਿਰਨ ਦੌੜਿਆ ਜਾਂਦਾ। ਅੱਗੇ ਹੈ ਪਾਣੀ, ਅੱਗੇ ਹੈ ਪਾਣੀ, ਪਰ ਪਾਣੀ ਹੋਵੇ ਤੇ ਪਿਆਸ ਬੁਝੇ। ਪਾਣੀ ਹੈ ਹੀ ਨਹੀਂ ਸੀ, ਭੁਲੇਖਾ ਸੀ ਮਨ ਦਾ। ਤੇ ਆਖਰ ਹਾਰ ਹੰਭ ਕੇ ਹਫ ਕੇ ਹਿਰਨ ਵਿਚਾਰਾ ਡਿੱਗ ਪੈਂਦਾ। ਉੱਧਰੋਂ ਪਿਆਸ, ਉੱਧਰੋਂ ਦੌੜ, ਤੇ ਉਹਦੇ ਨਾਲ ਫਿਰ ਹਫ ਕੇ ਡਿੱਗ ਪੈਂਦਾ ਤੇ ਤੜਫਦਾ ਮਰ ਜਾਂਦਾ, ਕਿਉਂਕਿ ਪਾਣੀ ਨਹੀਂ ਸੀ। ਉਹਨੇ ਪਾਣੀ ਸਮਝ ਲਿਆ ਸੀ, ਪਾਣੀ ਹੁੰਦਾ ਤੇ ਪਿਆਸ ਬੁਝਦੀ। ਇਸੇ ਤਰ੍ਹਾਂ ਮਾਰੇ ਕਹਿੰਦੇ ਇਸ ਜਗਤ ਨਾਲ ਜਿਹੜੀ ਪ੍ਰੀਤ ਪਾਈ ਆ ਨਾ ਵੀ ਇੱਥੋਂ ਕੁਛ ਮਿਲ ਜਾਏਗਾ, ਮੈਨੂੰ ਸੁੱਖ ਮਿਲ ਜਾਏਗਾ, ਇਹ ਤੇਰਾ ਭੁਲੇਖਾ ਹੀ ਹੈ। ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ ਇੱਕ ਵਚਨ ਲਿਖਦੇ ਨੇ ਸਾਡੇ ਲਈ, ਸੰਸਾਰੀਆਂ ਲਈ। ਵੇਖੋ, ਮਨੁੱਖ ਇਸ ਇੱਛਾ ਨੂੰ ਰੱਖ ਕੇ ਸਾਰਾ ਤਾਣਾ ਬੁਣਾ ਬੁਣਦਾ, ਭਈ ਵਿਆਹ ਕਰਾਵਾਂ, ਧਰਮ ਪਤਨੀ ਰੋਟੀ ਪਾਣੀ ਬਣਾਇਆ ਕਰੇਗੀ, ਸੁੱਖ ਹੋਵੇਗਾ। ਫਿਰ ਕਾਕੇ ਦੀ ਇੱਛਾ ਜਾਗ ਪਈ ਵੀ ਕਾਕਾ ਜੰਮ ਪਏ। ਪਹਿਲਾਂ ਮਾਂ ਦੇ ਗਰਭ ਵਿੱਚ 9-10 ਮਹੀਨੇ ਮਾਂ ਨੂੰ ਤੰਗ ਕੀਤਾ, ਫਿਰ ਪਿਤਾ ਵੀ ਧਿਆਨ ਰੱਖਦਾ, ਮਾਂ ਵੀ ਧਿਆਨ ਰੱਖਦੀ ਹੈ, ਡਾਕਟਰਾਂ ਦਵਾਈਆਂ ਪਾਸੇ ਭੱਜੇ ਫਿਰਦੇ। ਫਿਰ ਬੱਚੇ ਦਾ ਜਨਮ ਹੁੰਦਾ, ਫਿਰ ਉਹ ਥੋੜ੍ਹਾ ਜਿਹਾ ਰੋਂਦਾ, ਬਿੱਲੀ ਕੰਨ ਤੱਤਾ ਹੋਏ ਤੇ ਮਾਂ ਨੂੰ ਵਕਤ ਪੈ ਜਾਂਦਾ, ਡਾਕਟਰਾਂ ਕੋਲ ਭੱਜੇ ਫਿਰਦੇ ਨੇ। ਮੋਜ ਹੋਇਆ। ਇੱਛਾ ਤਾਂ ਇਹੀ ਹੈ ਕਿ ਵੱਡਾ ਹੋ ਕੇ, ਹਜ਼ੂਰ ਨੇ ਕਿਹਾ, ਜੋ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ, ਵੱਡਾ ਹੋਏ ਧਨ ਖਾੜ ਦੇ ਕਰ ਭੋਗ ਬਿਲਾਸਾ। ਇਸ ਤਰ੍ਹਾਂ ਵੱਡਾ ਹੋ ਕੇ ਧਨ ਖੱਟ ਕਮਾ ਕੇ ਲਿਆਵੇਗਾ, ਸਾਨੂੰ ਵਿਹਲਿਆਂ ਬੈਠਿਆਂ ਨੂੰ ਛਕਾਵੇਗਾ, ਕਿਉਂਕਿ ਅਸੀਂ ਬਿਰਧ ਹੋ ਜਾਣਾ ਸੁੱਖ ਦੀ ਇੱਛਾ ਕਰਕੇ। ਫਿਰ ਕਹਿੰਦੇ ਉਹ ਕਾਕੇ ਨੂੰ ਵਿੱਦਿਆ ਪੜ੍ਹਾਈ, ਟੁੱਟ ਟੁੱਟ ਮਰਦੇ ਆ ਮਾਤਾ ਪਿਤਾ, ਧਨ ਇਕੱਠਾ ਕਰਦੇ ਨੇ, ਇਹਦੇ ਵਾਸਤੇ ਘਰ ਬਣਾ ਦਈਏ, ਇਹਦਾ ਵਿਆਹ ਵੀ ਕਰਨਾ ਆਦਿਕ। ਉਹਦੇ ਮੋਹ 'ਚ ਗਰਸੇ ਬੜਾ ਕੁਛ ਉਹਦੇ ਲਈ ਬਣਾਉਂਦੇ ਨੇ। ਅਤੇ ਜਦੋਂ ਆਪ ਬਿਰਧ ਹੋ ਜਾਣ, ਹੋ ਸਕਦਾ ਉਹੀ ਪੁੱਤਰ ਜਿੰਨਾ ਤੁਸੀਂ ਮੋਹ ਕਰਦੇ ਇੰਨਾ ਨਾ ਕਰੇ ਅਤੇ ਘਰੋਂ ਕੱਢ ਦੇ। ਅਤੇ ਇੰਝ ਸਾਰੀ ਉਮਰ ਦੁੱਖਾਂ 'ਚ ਲੰਘ ਗਈ, ਸੁੱਖ ਤਾਂ ਮਿਲਿਆ ਹੀ ਨਹੀਂ। ਸੁੱਖ ਦੀ ਕਲਪਨਾ ਪਿੱਛੇ ਇੰਨੇ ਦੁੱਖ ਸਹੇੜੇ, ਮਿਲਿਆ ਫਿਰ ਜਾ ਕੇ ਦੁੱਖ। ਇਸ ਤਰ੍ਹਾਂ ਦਾ ਹੀ ਇਹ ਸੰਸਾਰ ਹੈ। ਸੁੱਖ ਤਾਂ ਵਾਹਿਗੁਰੂ ਦੇ ਘਰ ਵਿੱਚ ਹੈ। ਜੇ ਸੰਸਾਰੀ ਸੁੱਖ ਵੀ ਮਿਲਣਾ ਨਾ ਔਲਾਦ ਵੱਲੋਂ ਆਦਿਕ ਸੰਸਾਰ ਤੋਂ, ਅਤੇ ਉਹ ਵੀ ਪਰਮਾਤਮਾ ਦੀ ਬਖਸ਼ਿਸ਼ ਨਾਲ ਹੀ ਮਿਲਣਾ। ਜੇ ਵਾਹਿਗੁਰੂ ਨਹੀਂ ਕਰਦਾ ਐਸਾ ਤਾਂ ਫਿਰ ਨਹੀਂ ਮਿਲਦਾ। ਜੇ ਸਾਡੇ ਭਾਗ ਸਵੱਲੇ ਨਹੀਂ ਤੇ ਔਲਾਦ ਵੱਲੋਂ ਸੁੱਖ ਨਹੀਂ। ਔਰ ਜਿਹੜਾ ਇਹ ਸੰਸਾਰਿਕ ਸੁੱਖ ਮਿਲ ਵੀ ਜਾਏ ਤੇ ਸਦੀਵੀ ਨਹੀਂ ਹੈ, ਇਹਦੇ ਨਾਲੋਂ ਸਾਡਾ ਸੰਬੰਧ ਟੁੱਟ ਜਾਣਾ ਹੈ। ਸੋ ਖੈਰ, ਸਤਿਗੁਰੂ ਮਹਾਰਾਜ ਕਹਿੰਦੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ। ਇਹ ਹਿਰਨ ਨੂੰ ਜਿਹੜਾ ਪਾਣੀ ਪ੍ਰਤੀਤ ਹੁੰਦਾ, ਠੱਗ ਨੀਰਾ, ਪਿਆਸ ਕਰਕੇ ਪਾਣੀ ਪ੍ਰਤੀਤ ਹੁੰਦਾ ਜਿਵੇਂ ਹਿਰਨ ਦੀ ਨਜ਼ਰ ਨੂੰ, ਇਸ ਤਰ੍ਹਾਂ ਹੀ ਇਹ ਜਗਤ ਝੂਠਾ ਹੈ। ਦੇਖ ਤਾਸ ਉਠ ਧਾਵੈ, ਜਿਵੇਂ ਪਾਣੀ ਸਮਝ ਕੇ ਵੇਖ ਕੇ ਤੇ ਹਿਰਨ ਉੱਧਰ ਨੂੰ ਦੌੜਦਾ, ਇਸੇ ਤਰ੍ਹਾਂ ਪਦਾਰਥਾਂ ਪਿੱਛੇ ਮਨੁੱਖ ਉੱਠ ਕੇ ਧਾਈ ਕਰਦਾ, ਦੌੜਦਾ। ਭੁਗਤ ਮੁਕਤ ਕਾ ਕਾਰਨ ਸੁਆਮੀ, ਮੂੜ ਤਾਹੇ ਬਿਸਰਾਵੈ। ਸਾਰੇ ਸੰਸਾਰ ਦੇ ਭੁਗਤ ਪਦਾਰਥ ਵੀ ਜੇ ਮਨੁੱਖ ਚਾਹੁੰਦਾ ਤਾਂ ਹਜ਼ੂਰ ਨੇ ਕਿਹਾ, ਧੰਨ ਗੁਰੂ ਅਰਜਨ ਦੇਵ ਜੀ ਨੇ, ਜਿਸ ਧਨ ਕੋ 4 ਕੁੰਟ ਉਠ ਧਾਵੈ, ਸੋ ਧਨ ਹਰ ਸੇਵਾ ਤੇ ਪਾਵੈ। 4 ਕੁੰਟਾਂ 'ਚ ਦੌੜਿਆ ਫਿਰਦਾ ਨਾ ਮਨੁੱਖ, ਜੇ ਵਿਸ਼ਵਾਸ ਕਰੇ ਪ੍ਰਮਾਤਮਾ ਉੱਪਰ, ਤੇ ਬਹੁਤੀ ਦੌੜ ਭੱਜ ਨਹੀਂ ਕਰਨੀ ਪਵੇਗੀ।
ਹਰੀ ਦਾ ਸਿਮਰਨ ਕਰਨ ਵਿੱਚ ਚਿੱਤ ਜੁੜ ਜਾਏ ਤੇ ਧਨ ਵੀ ਚਲਿਆ ਆਏਗਾ। ਧਨ ਦੀ ਪਦਾਰਥਾਂ ਦੀ ਤੋੜ ਨਹੀਂ ਰਹੇਗੀ। ਇਹ ਤਾਂ ਛੋਟੀ ਜਿਹੀ ਬਾਤ ਹੈ। ਵਾਹਿਗੁਰੂ ਦੇ ਸਿਮਰਨ ਅੱਗੇ ਤੇ ਕੁਛ ਵੀ ਵੱਡੀ ਚੀਜ਼ ਨਹੀਂ ਹੈ। ਪਰ ਮਨ ਹੀ ਨਹੀਂ ਮੰਨਦਾ, ਵਿਸ਼ਵਾਸ ਨਹੀਂ ਕਰਦਾ, ਪ੍ਰਤੀਤੀ ਨਹੀਂ ਕਰਦਾ, ਨਿਸ਼ਚਾ ਨਹੀਂ ਕਰਦਾ। ਇਹ ਮਨ ਭੋਗਣ ਵਾਲੇ ਜਿਹੜੇ ਪਦਾਰਥ ਸੁੱਖ ਹਨ, ਉਹਨਾਂ ਦੀ ਪ੍ਰਾਪਤੀ ਦਾ ਤੇ ਅੰਤ ਨੂੰ ਮੁਕਤੀ ਦਾ, ਮੋਖ ਪਦਵੀ ਦਾ ਕਾਰਨ ਸੁਆਮੀ ਅਕਾਲ ਪੁਰਖ ਹੈ, ਜਿਹਨੇ ਏਡੀ ਵੱਡੀ ਰਚਨਾ ਰਚੀ ਆ। ਧਰਤੀ ਵਿੱਚੋਂ ਇੰਨਾ ਕੁਛ ਪੈਦਾ ਕਰ ਦਿੰਦਾ ਕਿ ਉਹ ਹੁਣ ਸਾਨੂੰ ਦੇ ਨਹੀਂ ਸਕਦਾ ਕੁਛ। ਅਸੀਂ ਉਹਨੂੰ ਛੱਡਿਆ ਹੋਇਆ ਨਾ, ਤੇ ਅਸੀਂ ਪਦਾਰਥਾਂ ਪਿੱਛੇ ਭੱਜ ਰਹੇ ਹਾਂ। ਪਰ ਜੋ ਭੁਗਤ ਪਦਾਰਥਾਂ ਦਾ ਤੇ ਮੁਕਤੀ ਦਾ ਕਾਰਨ ਰੂਪ ਹੈ ਪਰਮਾਤਮਾ ਸੁਆਮੀ ਅਕਾਲ ਪੁਰਖ, ਸਾਡਾ ਖਸਮ ਮੂੜ ਤਾਹੇ ਬਿਸਰਾਵੈ। ਇਹ ਜੀਵ ਮੂੜ ਮੂਰਖ ਬਣ ਰਿਹਾ ਹੈ, ਜਿਸ ਪਰਮਾਤਮਾ ਨੂੰ ਵਿਸਰਾ ਦਿੰਦਾ, ਭੁੱਲ ਜਾਂਦਾ, ਵਿਸਾਰ ਦਿੰਦਾ, ਤਿਆਗ ਦਿੰਦਾ ਪਰਮਾਤਮਾ ਦਾ ਸਿਮਰਨ। ਜਨ ਨਾਨਕ ਕੋਟਨ ਮੈਂ ਕਉ ਭਜਨ ਰਾਮ ਕੋ ਪਾਵੈ। ਇਹ ਮਹਾਨ ਉੱਚੀ ਬੁੱਧ ਵਾਲਾ ਭਗਤ ਜਿਹੜਾ ਹੁੰਦਾ, ਹਜੂਰ ਕਹਿੰਦੇ ਸਤਿਗੁਰੂ ਤੇਗ ਬਹਾਦਰ ਜੀ, ਕਿ ਕਰੋੜਾਂ ਵਿੱਚੋਂ ਕੋਈ ਐਸਾ ਜਨ ਹੈ, ਜਨ ਨਾਨਕ ਕੋਟਨ ਮੈਂ ਕਉ। ਕੋਟ ਨਾਮ ਕਰੋੜ ਦਾ, ਕੋਟਨ ਕਰੋੜਾਂ ਵਿੱਚੋਂ ਕੋਈ ਹੈ। ਜਿਵੇਂ ਕਿਹਾ ਹੈ, ਕੋਟਨ ਮੈਂ ਨਾਨਕ ਕਉ ਨਾਰਾਇਣ ਜਿਹ ਚੀਤ। ਜਿਸ ਦੇ ਚਿੱਤ ਵਿੱਚ ਨਾਰਾਇਣ ਹੈ, ਪਦਾਰਥ ਨਹੀਂ, ਸੰਸਾਰ ਨਹੀਂ, ਸਰੀਰ ਦਾ ਮੋਹ ਨਹੀਂ, ਪਰਮਾਤਮਾ ਹੈ ਜਿਹਦੇ ਚਿੱਤ ਵਿੱਚ, ਉਹ ਕਰੋੜਾਂ ਵਿੱਚੋਂ ਕੋਈ ਹੁੰਦਾ। ਕਰੋੜਾਂ ਵਿੱਚੋਂ ਹਜੂਰ ਕਹਿੰਦੇ ਕੋਈ ਜਨ ਹੈ ਜੋ ਰਾਮ ਪਰਮਾਤਮਾ ਦਾ ਭਜਨ ਵਾਹਿਗੁਰੂ ਦੇ ਦਰ ਤੋਂ ਪ੍ਰਾਪਤ ਕਰਦਾ ਹੈ। ਜੋ ਇਸ ਦਾ ਪਾਤਰ ਬਣੇਗਾ, ਉਸ ਦੀ ਝੋਲੀ 'ਚ ਦਾਤ ਪਵੇਗੀ। ਹਰ ਇੱਕ ਅਧਿਕਾਰੀ ਨਹੀਂ, ਅਸੀਂ ਸਾਡਾ ਮਨ ਹੀ ਨਹੀਂ ਤਿਆਰ, ਮੰਗਦਾ ਨਹੀਂ, ਵਿਸ਼ਵਾਸ ਹੀ ਨਹੀਂ ਕਰਦਾ। ਗੌੜੀ ਮਹੱਲਾ ਨਾਮ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੌੜੀ ਰਾਗਣੀ ਅੰਦਰ ਅਗਲਾ ਸ਼ਬਦ ਉਚਾਰਨ ਕਰਦੇ ਹਨ, ਸਾਧੋ ਇਹੋ ਮਨ ਗਹਿਓ ਨਾ ਜਾਈ। ਸਤਿਗੁਰੂ ਮਹਾਰਾਜ ਕਹਿੰਦੇ, ਸਾਧੋ ਬਾਈ, ਸਾਧ ਲਿਬਾਸ ਤਾਂ ਪਾ ਲਿਆ, ਭੇਖ ਤਾਂ ਬਣਾ ਲਿਆ, ਪਰ ਮਨ ਨਹੀਂ ਸਾਧਿਆ ਗਿਆ। ਸਾਧੋ ਇਹ ਜਿਹੜਾ ਮਨ ਹੈ, ਗਹਿਓ ਨਾ ਜਾਈ, ਪਕੜਿਆ ਹੀ ਨਹੀਂ ਜਾਂਦਾ, ਵਸ ਵਿੱਚ ਨਹੀਂ ਆਉਂਦਾ, ਕਾਬੂ 'ਚ ਨਹੀਂ ਆਉਂਦਾ। ਧੰਨ ਗੁਰੂ ਤੇਗ ਅਰਜਨ ਦੇਵ ਮਹਾਰਾਜ ਦਾ ਬਚਨ ਹੈ ਭਈ, ਹੇ ਮਨਾ ਕਵਨ ਕਵਨ ਨਹੀਂ ਪਤਰਿਆ ਤੁਮਰੀ ਪ੍ਰਤੀਤ। ਤੇਰੇ ਭਰੋਸੇ 'ਚ ਲੱਗ ਕੇ ਕਿਹੜਾ ਨੇ ਡਿੱਗਾ ਧਰਮ ਤੋਂ, ਇਸ ਇਨਸਾਨੀਅਤ ਤੋਂ, ਕਿਹੜਾ ਨੇ ਵਿਕਾਰਾਂ 'ਚ ਗੁਲਤਾਨ ਹੋਇਆ। ਤੇਰੇ ਪਿੱਛੇ ਲੱਗ ਕੇ ਤੂੰ ਰਸਾਂ ਨੂੰ ਭੋਗਦਾ ਹੋ ਜਾਨ। ਕਵਨ ਕਵਨ ਨੇ ਪਤਰਿਆ ਤੁਮਰੀ ਪ੍ਰਤੀਤ, ਮਹਾ ਮੋਹਨੀ ਮੋਹਿਆ ਨਰਕ ਕੀ ਰੀਤ। ਮਨ ਖੁਟਹਰ ਤੇਰਾ ਨਹੀਂ ਵਿਸਾਸ, ਤੂੰ ਮਹਾ ਉਦਮਾਦਾ। ਖਰਕਾ ਪੈ ਖਰਤੋ ਛੁਟੈ ਜੋ ਉੱਪਰ ਲਾਦਾ। ਤੂੰ ਮਨਾ ਖੋਤਾ ਹੈ, ਖੋਟਾ ਹੈ, ਖੋਤੇ ਵਰਗਾ। ਔਰ ਤੇਰੇ ਪੈਰਾਂ ਨੂੰ ਪੈਂਖੜ ਪਾਵਾਂ ਤੇ ਫਿਰ ਤੂੰ ਕਾਬੂ ਹੋ ਸਕਦਾ। ਜਿਵੇਂ ਖੋਤੇ ਦੇ ਪਿਛਲੀਆਂ ਲੱਤਾਂ ਨੂੰ ਰੱਸਾ ਪਾਇਆ ਜਾਂਦਾ, ਉਹਨੂੰ ਕਹਿੰਦੇ ਪੈਂਖੜ ਜਾਂ ਢੰਗਾ। ਉਂਝ ਉਹ ਦੁਲੱਤੇ ਮਾਰਦਾ, ਉੱਤੇ ਵਜਨ ਲੱਦਣ ਨਹੀਂ ਦਿੰਦਾ। ਇਸੇ ਤਰ੍ਹਾਂ ਪਹਿਲਾਂ ਗੁਰੂ ਸ਼ਬਦ ਦਾ ਅਭਿਆਸ, ਸੰਗਤ ਦੀ ਸੇਵਾ, ਕਦੇ ਕੀਰਤਨ ਸੁਣਨ ਲੱਗ ਪਈਏ, ਕਦੇ ਮਹਾਰਾਜ ਦੀ ਬਾਣੀ ਦਾ ਪਾਠ ਸੁਣੀਏ, ਕਦੇ ਗੁਰਮੰਤਰ ਦਾ ਜਾਪ ਕਰੀਏ, ਕਦੇ ਮੂਲ ਮੰਤਰ ਦਾ ਆਪ ਬਾਣੀ ਪੜ੍ਹੀਏ, ਸਮਝੀਏ, ਵਿਚਾਰੀਏ। ਅਤੇ ਇਸ ਤਰ੍ਹਾਂ ਅਭਿਆਸ ਦੁਆਰਾ ਇਹਦੇ 'ਤੇ ਭਾਰ ਲੱਦਿਆ ਜਾਏ ਤੇ ਫਿਰ ਕਿਤੇ ਕਾਬੂ ਹੋ ਸਕਦਾ। ਮਹਾਰਾਜ ਕਹਿੰਦੇ ਨੇ, ਸਾਧੋ ਇਹ ਮਨ ਗਹਿਓ ਨਾ ਜਾਈ। ਸਾਧੋ ਇਹ ਮਨ ਹੀ ਵੱਡਾ ਪੌੜਾ, ਸਾਡਾ ਵੈਰੀ ਵੱਡਾ ਮਨ ਹੈ ਸਾਡੇ ਅੰਦਰ, ਇਹਨੂੰ ਸਾਧਣਾ ਸੀ। ਵਰਮੀ ਮਾਰੀ ਸਾਪ ਨਾ ਮੂਆ, ਪ੍ਰਭ ਸਭ ਕੁਛ ਜਾਣੈ ਜੰਤੂ ਕੀਆ। ਕਹਿੰਦੇ ਵਰਮੀ ਸਰੀਰ ਕਾਇਆ ਨੂੰ ਤੁਸੀਂ ਕਈ ਤਰ੍ਹਾਂ ਦੇ ਲਿਬਾਸ ਪਾ ਲਏ ਜਾਂ ਤਪੱਸਿਆ ਕੀਤੀ, ਇਹਨੂੰ ਵਰਮੀ ਨੂੰ ਢਾਈ ਜਾਣਾ, ਅਤੇ ਵਿੱਚ ਬੈਠਾ ਜਿਹੜਾ ਸੱਪ ਮਨ ਆਏ ਤੇ ਪਕੜਿਆ ਹੀ ਨਹੀਂ ਗਿਆ। ਸੱਪ ਤੇ ਮਰਿਆ ਹੀ ਨਹੀਂ। ਕਬੀਰ ਮਨ ਮੁੰਡਿਆ ਨਹੀਂ, ਮਨ ਨਹੀਂ ਮੁੰਡਿਆ ਮੁੰਨਿਆ ਗਿਆ। ਕੇਸ ਮੁੰਡਾਏ ਕਾਏ, ਕਾਇਆ ਤੋਂ ਸਰੀਰ ਤੋਂ ਕੇਸ ਮੁੰਡਾ ਕੇ ਕਈਆਂ ਮੁਹੰਮਦ ਦਾ ਪੌਲਾ ਫਿਰਾ ਲਿਆ, ਕਿ ਸਾਧਾਂ ਨੇ ਘੋਣ ਮੋਨ ਬਣ ਕੇ ਸਵਾਹ ਸਵੂ ਮਲ ਲਈ। ਮਹਾਰਾਜ ਕਹਿੰਦੇ ਇੰਝ ਨਹੀਂ ਗੱਲ ਬਣਨੀ, ਮਨ ਨਹੀਂ ਕਾਬੂ ਆਇਆ। ਕਬੀਰ ਜੀ ਕਹਿੰਦੇ, ਕਬੀਰ ਮਨ ਮੁੰਡਿਆ ਨਹੀਂ, ਕੇਸ ਮੁੰਡਾਏ ਕਾਏ। ਜੋ ਕਿਛ ਕੀਆ ਸੋ ਮਨ ਕੀਆ। ਜਿੰਨਾ ਸਿਆਪਾ ਗਲ 'ਚ ਪਾਇਆ, ਮਨ ਨੇ ਪਾਇਆ। ਰੱਬ ਤੋਂ ਵਿਛੋੜਿਆ ਇਸ ਮਨ ਨੇ। ਜੋ ਕਿਛ ਕੀਆ ਸੋ ਮਨ ਕੀਆ। ਮੁੰਡਾ ਮੂੰਡ ਅਜਾਏ। ਜਿਹੜਾ ਮੂੰਡ ਹੈ ਨਾ, ਸਿਰ, ਇਹ ਮੁੰਡਾ ਮੁੰਨਿਆ ਅਜਾਈ ਗਿਆ। ਐਵੇਂ ਵਿਅਰਥ ਹੀ ਸਿਰ ਮੁੰਨੀ ਫਿਰਦਾ। ਮਨ ਨੂੰ ਮੁੰਨਣਾ ਸੀ। ਮੁੰਨਣ ਤੋਂ ਮਤਲਬ ਅਧੀਨ ਕਰਨਾ। ਸੋ ਇਸ ਪ੍ਰਕਾਰ ਕਿਉਂ ਨਹੀਂ ਕਾਬੂ ਹੁੰਦਾ? ਮਹਾਰਾਜ ਕਹਿੰਦੇ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ।
ਇਹ ਚੰਚਲ ਹੋ ਗਿਆ ਕਿਉਂਕਿ ਤ੍ਰਿਸ਼ਨਾ ਇਹਦੇ ਸੰਗ ਸਾਥ ਵਸਦੀ ਹੈ। ਤ੍ਰਿਸ਼ਨਾ ਵੀ ਚੰਚਲ ਹੈ ਕਿਉਂਕਿ ਤ੍ਰਿਸ਼ਨਾ ਹੀ ਮਨ ਨੂੰ ਚੰਚਲ ਕਰਦੀ ਹੈ। ਤ੍ਰਿਸ਼ਨਾ ਚੰਚਲ ਅਥਵਾ ਤ੍ਰਿਸ਼ਨਾ ਕਰਕੇ ਮਨ ਚੰਚਲ ਹੋ ਗਿਆ। ਜੋ ਇਹਦੀ ਸੰਗ ਸਾਥ ਸੰਗਤ ਵਿੱਚ ਤ੍ਰਿਸ਼ਨਾ ਵਸਦੀ ਫਿਰਦੀ, ਇਹ ਚੰਚਲ ਤ੍ਰਿਸ਼ਨਾ ਸੰਗ ਵਸਦਾ ਹੈ, ਤ੍ਰਿਸ਼ਨਾ ਦੀ ਸੰਗਤ ਵਿੱਚ ਵਸਦਾ ਹੈ। ਜਾਂ ਤੇ ਥਿਰ ਨਾ, ਇਹਨੇ ਸੰਗਤ ਗਲਤ ਚੁਣ ਲਈ ਹੈ। ਪਦਾਰਥਾਂ ਦੀ ਤ੍ਰਿਸ਼ਨਾ ਦੀ ਸੰਗਤ ਵਿੱਚ ਵਸੀ ਜਾਂਦਾ ਜਾਂ ਤੇ ਥਿਰ ਨਾ, ਇਸ ਕਰਕੇ ਇਹ ਥਿਰ ਨਹੀਂ ਰਹਿੰਦਾ, ਟਿਕਦਾ ਨਹੀਂ ਹੈ। ਰਹਾਉ ਕਠਨ ਕ੍ਰੋਧ ਘਟ ਹੀ ਕੇ ਭੀਤਰ। ਜਿਹੜਾ ਕ੍ਰੋਧ ਦਾ ਪ੍ਰਭਾਵ ਹੈ ਨਾ, ਇਹਨੂੰ ਕੱਟਣਾ ਬੜਾ ਕਠਨ ਹੈ, ਔਖਾ ਹੈ। ਮੈਂ ਅੰਧ ਕਰੋ ਦ੍ਰਿਗਵੰਤਨ ਕਹੋ ਸ਼ਰੁਤਵੰਤਨ ਕਹੋ ਬਦਰੋ ਕਰ ਡਾਰੋ। ਕ੍ਰੋਧ ਕਹਿੰਦਾ ਵੀ ਮੈਂ ਬੜਾ ਜ਼ਬਰਦਸਤ ਸੂਰਮਾ ਹਾਂ। ਮੈਂ ਜਦੋਂ ਆਪਣਾ ਪ੍ਰਭਾਵ ਪਾਉਣਾ ਅੱਖਾਂ ਵਾਲਿਆਂ ਨੂੰ ਅੰਨ੍ਹਿਆਂ ਕਰ ਦਿੰਦਾ ਅਤੇ ਕੰਨਾਂ ਵਾਲਿਆਂ ਨੂੰ ਬੋਲੇ ਕਰ ਸੁੱਟਦਾ। ਜਦੋਂ ਅੱਗ ਬਗੋਲਾ ਹੁੰਦਾ ਨਾ ਬੰਦਾ ਕ੍ਰੋਧ 'ਚੋਂ, ਕਿਸੇ ਦੀ ਗੱਲ ਨਹੀਂ ਸੁਣਦਾ, ਉਹਨੂੰ ਦਿਸਦਾ ਹੀ ਕੁਛ ਨਹੀਂ, ਕਤਲ ਕਰ ਦਿੰਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਬਚਨ ਕੀਤਾ, ਹੇ ਕਲ ਮੂਲ ਕ੍ਰੋਧੰ। ਦੁਨੀਆ 'ਤੇ ਜਿੰਨੇ ਪੁਆੜੇ ਸਿਆਪੇ ਝਗੜੇ ਪਾਏ ਹੋਏ ਨੇ, ਤੂੰ ਸਾਰਿਆਂ ਦਾ ਮੁੱਢ ਤੂੰ ਹੈ, ਹੇ ਕ੍ਰੋਧ। ਹੇ ਕਲ ਮੂਲ ਕ੍ਰੋਧੰ ਕਦੰਚ ਕਰੁਣਾ ਨਾ ਉਪਰਜਤੇ। ਤੇਰੇ ਮਨ ਅੰਦਰ ਭੂਰਾ ਜਿੰਨੀ ਵੀ ਕਰੁਣਾ ਤਰਸ ਦਇਆ ਨਹੀਂ ਪੈਦਾ ਹੁੰਦੀ। ਭਾਵ ਮਨੁੱਖ ਦੇ ਮਨ ਅੰਦਰ ਕਰੁਣਾ ਤਰਸ ਦਇਆ ਤੂੰ ਰਹਿਣ ਨਹੀਂ ਦਿੰਦਾ। ਆਪਣਾ ਆਪ ਹਾਵੀ ਕਰ ਲੈਂਦਾ, ਮਨੁੱਖੀ ਮਨ 'ਤੇ ਕਾਬੂ ਕਰ ਲੈਂਦਾ ਹੈ, ਅਤੇ ਫਿਰ ਇਹਦੇ ਲਾਗੇ ਤੇ ਚੀਜ਼ਾਂ ਨਹੀਂ ਆਉਂਦੀਆਂ ਨਾ। ਕਦੰਚ ਕਰੁਣਾ ਨਾ ਉਪਰਜਤੇ ਵਿਖਯੰਤ ਜੀਵੰ ਵਸਯੰ ਕ੍ਰੋਧ। ਜਿਹੜੇ ਵਿਸ਼ਈ ਜੀਵ ਨੇ ਨਾ, ਉਹਨਾਂ ਨੂੰ ਤੂੰ ਵਸ ਕਰ ਲੈਣਾ। ਨਿਰਤਿਅੰ ਕ੍ਰੋਧ ਜਥਾ ਮਰਗਟ ਹੈ। ਮਰਕਟ ਨਾਮ ਬਾਂਦਰ ਦਾ। ਇਹ ਮਨੁੱਖ ਚੰਗਾ ਭਲਾ ਸਿਆਣਾ ਬਿਆਣਾ ਕ੍ਰੋਧ ਦੇ ਅਧੀਨ ਹੋ ਕੇ ਇੰਝ ਤੜਫਦਾ ਹੈ ਜਿਵੇਂ ਬਾਂਦਰ ਨਾਚ ਕਰਦਾ। ਮਨੁੱਖ ਦੇ ਮਨ ਨੂੰ ਇੰਨਾ ਤੜਪਾ ਦੇਣਾ, ਬੰਦਾ ਬਾਂਦਰ ਵਾਂਗ ਨਾਚ ਕਰਨ ਲੱਗ ਪੈਂਦਾ। ਕਠਨ ਕ੍ਰੋਧ ਘਟ ਹੀ ਕੇ ਭੀਤਰ। ਵੇਖੋ ਕ੍ਰੋਧ ਦਿਖਾਈ ਨਹੀਂ ਦਿੰਦਾ, ਇਹਦੇ ਪ੍ਰਭਾਵ ਜਦੋਂ ਸਰੀਰ 'ਤੇ ਪੈਂਦੇ ਉਦੋਂ ਬੰਦਾ ਨੱਚਦਾ ਹੋਇਆ ਦਿਖਾਈ ਦਿੰਦਾ। ਅਤੇ ਜਦੋਂ ਅਸੀਂ ਸ਼ਾਂਤ ਬੈਠੇ ਹਾਂ, ਕ੍ਰੋਧ ਅੰਦਰ ਫਿਰ ਵੀ ਹੈਗਾ, ਕਦੇ ਹਾਵੀ ਹੋ ਕੇ ਆਪਣਾ ਰੂਪ ਪ੍ਰਗਟ ਕਰਦਾ ਹੈ, ਪਰ ਦਿਖਾਈ ਨਹੀਂ ਦਿੰਦਾ ਕਿਹੋ ਜਿਹਾ, ਕਾਮ ਕਿਹੋ ਜਿਹਾ, ਕ੍ਰੋਧ ਕਿਹੋ ਜਿਹਾ, ਮੋਹ ਕਿਹੋ ਜਿਹਾ, ਲੋਭ ਅਤੇ ਹੰਕਾਰ ਕਿਹੋ ਜਿਹਾ। ਅੰਦਰ ਹੀ ਵਸਦੇ ਨੇ ਮਨੁੱਖ ਦੇ। ਮਨ ਵੀ ਨਹੀਂ ਦਿਖਾਈ ਦਿੰਦਾ ਜਿਹਦੇ 'ਤੇ ਨਾ ਕਬਜ਼ਾ ਕੀਤਾ ਹੋਇਆ। ਹਜ਼ੂਰ ਕਹਿੰਦੇ ਨੇ ਕਠਨ ਕ੍ਰੋਧ ਘਟ ਹੀ ਕੇ ਭੀਤਰ। ਹਿਰਦੇ ਦੇ ਅੰਦਰ ਹੀ ਹਨ ਇਹ ਵੀ, ਉੱਥੇ ਹੀ ਵਾਹਿਗੁਰੂ ਦਾ ਵਾਸਾ ਵੀ ਹੈ। ਹਰ ਇੱਕ ਪਾਸੇ ਹੈ। ਪਰਮਾਤਮਾ ਵੱਲ ਨੂੰ ਜੋ ਤੁਰੇ, ਪਰਮਾਤਮਾ ਨੂੰ ਮਿਲੇ ਅਤੇ ਫਿਰ ਇਹਨਾਂ ਦਾ ਖਾਤਮਾ ਕਰੇ। ਕਠਨ ਕ੍ਰੋਧ ਘਟ ਹੀ ਕੇ ਭੀਤਰ ਜਿਹ ਸੁਧ ਸਭ ਬਿਸਰਾਈ। ਇਸ ਕ੍ਰੋਧ ਨੇ ਮਨੁੱਖ ਦੀ ਸਾਰੀ ਹੋਸ਼ ਹੀ ਭੁਲਾ ਦਿੱਤੀ। ਸੂਝ, ਸੁਧ ਨਾਮ ਸੂਝ, ਗਿਆਤ ਸਮਝ, ਹੋਸ਼, ਹੋਸ਼ੋਂ ਬੇਹੋਸ਼ ਕਰ ਦਿੱਤਾ। ਰਤਨ ਗਿਆਨ ਸਭ ਕੋ ਹਿਰ ਲੀਨਾ ਤਾਂ ਸਿਉ ਕਛ ਨ ਬਸਾਈ। ਇਸ ਕ੍ਰੋਧ ਨੇ ਸਾਰੇ ਅੰਦਰ, ਸਾਰਿਆਂ ਜੀਆਂ ਦੇ ਅੰਦਰ ਜਿਹੜਾ ਗਿਆਨ ਰੂਪੀ ਰਤਨ ਹੈ, ਆਤਮ ਗਿਆਨ ਰੂਪੀ ਰਤਨ ਹੈ, ਉਹ ਸਾਰਿਆਂ ਦੇ ਅੰਦਰੋਂ ਹਿਰ ਲੀਨਾ ਖੋਹ ਲਿਆ, ਚੋਰੀ ਕਰ ਲਿਆ, ਲੁੱਟ ਲਿਆ ਹੈ। ਸਾਰਿਆਂ ਦੇ ਅੰਦਰੋਂ ਗਿਆਨ ਰੂਪੀ ਰਤਨ ਇਸ ਕ੍ਰੋਧ ਰੂਪੀ ਚੋਰ ਨੇ, ਇਸ ਲਟੇਰੇ ਨੇ ਹਿਰ ਲਿਆ, ਚੋਰੀ ਕਰ ਲਿਆ ਹੈ, ਲੁੱਟ ਲਿਆ। ਤਾਂ ਸਿਉ ਕਛ ਨਾ ਬਸਾਈ। ਅਤੇ ਇਸ ਕ੍ਰੋਧ ਦੇ ਨਾਲ ਮਨੁੱਖ ਦਾ ਕੋਈ ਵਸ ਹੀ ਨਹੀਂ ਚੱਲਦਾ। ਤਾਂ ਸਿਉ ਕਛ ਨ ਬਸਾਈ, ਕੁਛ ਵੀ ਵਸ ਨਹੀਂ ਚੱਲਦਾ। ਜੋਗੀ ਯਤਨ ਕਰਤ ਸਭ ਹਾਰੇ। ਵੱਡੇ ਵੱਡੇ ਯੋਗਾ ਅਭਿਆਸ ਕਰਨ ਵਾਲੇ ਜੋਗੀ ਯਤਨ ਕਰਦੇ ਸਭ ਹਾਰ ਗਏ। ਇਹ ਕਾਬੂ ਨਹੀਂ ਆਈਆਂ ਚੀਜ਼ਾਂ, ਕਾਮ ਕ੍ਰੋਧ ਮੋਹ ਲੋਭ ਹੰਕਾਰ ਕਾਬੂ ਨਹੀਂ ਆਇਆ। ਗੁਣੀ ਰਹੇ ਗੁਣ ਗਾਈ। ਇੱਕ ਅਰਥ ਇਹ ਹੈ ਵੀ ਗੁਣੀ ਜਨ ਵਿਦਵਾਨ, ਵਿਦਿਆ ਪੜ੍ਹ ਕੇ ਆਪਣੀ ਵਿਦਿਆ ਦੇ ਹੀ ਗੁਣ ਗਾਉਣ ਲੱਗ ਪਏ। ਆਪਣੀ ਵਿਦਿਆ ਕਰਕੇ ਆਪਣੇ ਸੋਹਲੇ ਗਾਉਣ ਦੇ ਉਹ ਵੀ ਹਾਰ ਗਏ, ਉਹ ਵੀ ਰਹਿ ਗਏ ਗੁਣ ਗਾਉਂਦੇ ਹੀ। ਆਪਣੇ ਹੰਕਾਰ, ਆਪਣੇ ਗੁਣਾਂ ਦਾ ਮਾਣ ਕਰੀ ਗਏ। ਦੂਜਾ ਅਰਥ ਹੈ ਗੁਣੀ ਰਹੇ ਗੁਣ ਗਾਈ। ਗੁਣ ਗਾਉਣ ਵਾਲੇ ਗੁਣੀ ਜਨ, ਗੁਣੀ ਜਨ ਬਣ ਕੇ ਜਸ ਕਰਨ ਵਾਲੇ ਜਸ ਵੀ ਗਾਉਂਦੇ ਰਹੇ। ਪਰ ਕਈ ਜਸ ਗਾਉਂਦਿਆਂ ਦੇ ਵੀ ਹਿਰਦਿਆਂ 'ਚ ਹੋਰ ਕੁਝ ਵਸਿਆ ਹੋਇਆ ਹੈ, ਅਜੇ ਉੱਥੇ ਪਹੁੰਚੇ ਨਹੀਂ। ਜਨ ਨਾਨਕ ਹਰ ਭਏ ਦਇਆਲਾ ਤਉ ਸਭ ਬਿਦ ਬਣ ਆਈ। ਆਪਣੇ 'ਤੇ ਟੇਕ ਰੱਖੀ, ਭਾਵੇਂ ਗੁਣ ਵੀ ਗਾਉਂਦੇ ਹਾਂ ਤਾਂ ਗੱਲ ਨਹੀਂ ਬਣੀ। ਹਜ਼ੂਰ ਕਹਿੰਦੇ ਨੇ
ਜਿਸ ਜਨ ਦੇ ਉੱਪਰ ਹਰੀ ਅਕਾਲ ਪੁਰਖ ਜੀ ਭਏ ਦਇਆਲਾ, ਹੋਏ ਦਿਆਲੂ ਕਿਰਪਾਲੂ, ਤਾਂ ਉਹ ਸਭ ਵਿਧ ਬਣੇ, ਤਾਂ ਸਾਰੀਆਂ ਵਿਧਾਂ ਬਣ ਆਈਆਂ। ਕ੍ਰੋਧ ਵੀ ਮਰ ਗਿਆ, ਕਾਮ ਵੀ, ਮੋਹ ਲੋਭ ਹੰਕਾਰ ਆਸਾ ਤ੍ਰਿਸ਼ਨਾ ਮਰ ਗਈਆਂ। ਵਾਹਿਗੁਰੂ ਜਦੋਂ ਤੱਕ ਦਿਆਲੂ ਕਿਰਪਾਲੂ ਨਹੀਂ ਹੁੰਦਾ, ਜਿਵੇਂ ਬਾਬਾ ਬੁੱਢਾ ਜੀ ਜਦੋਂ ਉਹਨਾਂ ਸਰੀਰ ਤਿਆਗਣਾ ਸੀ ਤੇ ਉਦੋਂ ਕੁਝ ਗੁਰਸਿੱਖ ਪਿਆਰਿਆਂ ਨੇ ਬੇਨਤੀ ਕੀਤੀ, ਮਹਾਂਪੁਰਸ਼ੋ ਤੁਸਾਂ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਕਮਾਈ ਬਹੁਤ ਲੰਬਾ ਸਮਾਂ, 12 ਵਰ੍ਹਿਆਂ ਦੇ ਸਨ ਬਾਬਾ ਬੁੱਢਾ ਜੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨਾਲ ਮਿਲਾਪ ਹੋਇਆ, ਤੇ 113 ਵਰ੍ਹੇ ਉਹਨਾਂ ਨੇ ਸਿੱਖੀ ਕਮਾਈ। 125 ਵਰ੍ਹਿਆਂ ਦੀ ਵਰੇਸ ਵਿੱਚ ਉਹਨਾਂ ਨੇ ਆਪਣੀ ਦੇਹ ਨੂੰ ਤਿਆਗਿਆ ਰਮਦਾਸ ਨਗਰ। ਉਦੋਂ ਪੁੱਛਿਆ ਸੀ ਵੀ ਬਾਬਾ ਜੀ ਆਪਣੀ ਜ਼ਿੰਦਗੀ ਦੇ ਤਜਰਬੇ ਵਿੱਚੋਂ ਕੋਈ ਸਿੱਖ ਮਤ ਸਾਨੂੰ ਦੇ ਦਿਓ। ਉਹਨਾਂ ਕਿਹਾ ਸੀ, ਸੱਜਣੋ ਜਦੋਂ ਤੱਕ ਸਰੀਰ ਵਿੱਚ ਦਮ ਹੈ ਨਾ ਉਦੋਂ ਤੱਕ ਹੀਲਾ ਚਾਰਾ ਉਦਮ ਕਰਦੇ ਰਹਿਣਾ ਸੇਵਾ ਸਿਮਰਨ ਦਾ, ਪਰ ਟੇਕ ਸਤਿਗੁਰੂ ਦੀ ਬਖਸ਼ਿਸ਼ ਉੱਪਰ ਰੱਖਣੀ, ਆਪਣੇ ਕਰਮਾਂ 'ਤੇ ਟੇਕ ਨਾ ਰੱਖਣੀ। ਇਹ ਅਹੰਕਾਰ ਹੈ ਵੀ ਮੈਂ ਆਹ ਕੁਝ ਕਰਦਾ, ਮੈਂ ਇੰਨਾ ਕੁਝ ਕਰ ਲਿਆ, ਇਹ ਦੁਖਦਾਈ ਚੀਜ਼ ਹੈ। ਇੰਜ ਨਹੀਂ ਵਾਹਿਗੁਰੂ ਨੂੰ ਪਸੰਦ ਤੁਸੀਂ ਆ ਸਕਦੇ। ਟੇਕ ਸਤਿਗੁਰੂ ਦੀ ਵਾਹਿਗੁਰੂ ਦੀ ਬਖਸ਼ਿਸ਼ ਉੱਪਰ ਰੱਖਣੀ। ਜਦੋਂ ਵਾਹਿਗੁਰੂ ਜੀ ਦਿਆਲੂ ਕਿਰਪਾਲੂ ਹੋ ਗਏ ਤਾਂ ਸਭ ਵਿਧ ਬਣੇ ਆਈ। ਸਾਰੀਆਂ ਵਿਧਾਂ ਉਦੋਂ ਹੀ ਬਣੇ ਆਉਂਦੀਆਂ। ਗੌੜੀ ਮਹੱਲਾ ਨਾਵਾਂ, ਗੌੜੀ ਰਾਗਣੀ ਅੰਦਰ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਮੁਬਾਰਕ ਬਚਨ ਫਰਮਾਉਂਦੇ ਨੇ, ਸਾਧੋ ਗੋਬਿੰਦ ਕੇ ਗੁਣ ਗਾਵ। ਇੱਥੇ ਵੀ ਗਾਵੋ ਸ਼ਬਦ ਪੰਜਵੇਂ ਪਾਤਸ਼ਾਹ ਤੱਕ ਦੀ ਬਾਣੀ ਦੇ ਅਨੁਸਾਰ ਹੋਵੇ ਜੇ ਤੇ ਫਿਰ ਊੜੇ ਦੇ ਥਾਂ ਹਾਹਾ ਚਾਹੀਦਾ, ਪਰ ਨਵੇਂ ਪਾਤਸ਼ਾਹ ਦੀ ਬਾਣੀ ਵਿੱਚ ਇਹ ਵਿਧਾਨ ਚੱਲਦਾ ਹੈ, ਗਾ ਵਾਓ ਊੜੇ ਨਾਲ। ਹੇ ਸਾਧ ਕਹਾਉਣ ਵਾਲਿਓ, ਸਾਧ ਮਾਰਗ ਦੇ ਪੰਧਿਓ, ਆਪਣੇ ਮਨ ਨੂੰ ਸਾਧਣ ਵੱਲ ਤੁਰੇ ਹੋਏ ਲੋਕੋ, ਗੋਬਿੰਦ ਜੋ ਪਰਮੇਸ਼ਰ ਹੈ, ਸ੍ਰਿਸ਼ਟੀ ਦੀ ਬਿੰਦ ਰੱਖਿਆ ਕਰਨ ਵਾਲਾ ਵਾਹਿਗੁਰੂ, ਉਹਦੇ ਗੁਣਾਂ ਨੂੰ ਗਾਵੋ। ਗੁਣ ਹਨ ਪਰਮਾਤਮਾ ਦੀਆਂ ਸਿਫਤਾਂ, ਖੂਬੀਆਂ, ਵਡਿਆਈਆਂ, ਜਸ ਕਰਨ। ਆਪਣੇ ਭਾਵ ਗੁਣ ਵਿਸਾਰੋ ਨਾ, ਇਸ ਗੱਲ ਦਾ ਖਿਆਲ ਛੱਡੋ ਕਿ ਸਾਡੇ 'ਚ ਵੀ ਕੋਈ ਗੁਣ ਹੈ, ਅਤੇ ਨਾ ਹੀ ਕਿਸੇ ਹੋਰ ਦੀ ਖੁਸ਼ਾਮਦ ਕਰੋ, ਬੰਦਿਆਂ ਦੇ ਗੁਣ ਗਾਉਂਦੇ ਫਿਰੋ। ਗੋਬਿੰਦ ਪਰਮਾਤਮਾ ਦੇ ਗੁਣ ਗਾਓ। ਮਾਨਸ ਜਨਮ ਅਮੋਲਕ ਪਾਇਓ, ਇਹ ਮਨੁੱਖਾ ਦੇਈ ਮਿਲੀ ਇਸ ਵਾਸਤੇ। ਇਹ ਮਾਨਸ ਜਨਮ ਨਿਰਮੋਲ ਹੈ, ਇਉਂ ਕੌਡੀ ਬਦਲਿਆ ਜਾਏ। ਅਮੋਲਕ, ਜਿਸ ਦਾ ਮੁੱਲ ਹੀ ਨਹੀਂ ਕੋਈ, ਕਿਸੇ ਮੁੱਲ ਤੋਂ ਜਿਹੜੀ ਚੀਜ਼ ਮਿਲੇ ਹੀ ਨਾ, ਐਸਾ ਤੁਸੀਂ ਮਾਨਸ ਜਨਮ ਪ੍ਰਾਪਤ ਕੀਤਾ ਹੈ, ਬਿਰਥਾ ਕਾਹੇ ਗਵਾਓ। ਕਾਹਦੇ ਵਾਸਤੇ ਵਿਅਰਥ ਕੌਡੀਆਂ ਦੇ ਭਾਅ ਨੂੰ ਗਵਾ ਰਹੇ ਹੋ? ਕਿਉਂ ਗਵਾਉਣਾ ਹੈ? ਕਿਉਂਕਿ ਦੁਰਲੱਭ ਦੇ ਪਾਈ ਵਡਭਾਗੀ, ਨਾਮ ਨਾ ਜਪਹਿ ਤੇ ਆਤਮ ਘਾਤੀ। ਸੋ ਇਸ ਪ੍ਰਕਾਰ ਜਿਹੜਾ ਮਨੁੱਖਾ ਜਨਮ ਹੈ, ਇਹਨੂੰ ਬਹੁਤ ਵਾਰੀ ਸਤਿਗੁਰਾਂ ਨੇ ਦੁਰਲੱਭ ਵਸਤੂ ਕਿਹਾ ਹੈ। ਰਹਾਉ ਪਤਤ ਪੁਨੀਤ ਦੀਨ ਬੰਧ ਹਰ। ਪਤਤ ਜਿਹੜੇ ਧਰਮ ਇਨਸਾਨੀਅਤ ਤੋਂ ਡਿੱਗ ਪੈਣ, ਥੱਲੇ ਭ੍ਰਿਸ਼ਟ ਹੋ ਜਾਣ, ਉਹਨਾਂ ਨੂੰ ਪੁਨੀਤ ਪਵਿੱਤਰ ਕਰਨ ਵਾਲਾ ਪਰਮਾਤਮਾ ਨੂੰ ਤਾਂ ਹੀ ਪਤਤ ਪੁਨੀਤ ਕਿਹਾ ਜਾਂਦਾ ਹੈ, ਪਤਤਾਂ ਨੂੰ ਪਵਿੱਤਰ ਕਰਨ ਵਾਲਾ। ਅਜਾਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ। ਪਤਤ ਅਜਾਮਲ ਪਾਪ ਕਰ ਜਾਏ ਕਲਾਵਤਣੀ ਦੇ ਰਹਿਆ। ਅਨੇਕਾਂ ਦੀਆਂ ਉਦਾਹਰਨਾਂ ਹਨ। ਦੀਨ ਬੰਧ ਦੀਨ ਆਜਿਜ ਨਿਮਾਣੇ, ਗਰੀਬ ਨਿਮਰਤਾਵਾਨ ਜੋ ਹਨ, ਉਹਨਾਂ ਦਾ ਸੰਬੰਧੀ ਹੈ ਪਰਮਾਤਮਾ। ਉਹਨਾਂ ਨਾਲ ਉਹਦੀ ਗੰਢ ਪੈਂਦੀ, ਸੰਬੰਧ ਬਣਦਾ, ਹੰਕਾਰੀਆਂ ਨਾਲ ਨਹੀਂ। ਐਸਾ ਜੋ ਹਰੀ ਹੈ, ਸ਼ਰਨ ਤਾਹੇ ਤੁਮ ਆਓ। ਤੁਸੀਂ ਉਸ ਪਰਮਾਤਮਾ ਦੀ ਸ਼ਰਨ 'ਚ ਆਓ, ਗਰੀਬ ਬਣ ਕੇ, ਆਜਿਜ ਨਿਮਾਣੇ ਬਣ ਕੇ ਵਾਹਿਗੁਰੂ ਦੀ ਸ਼ਰਨ ਵਿੱਚ ਆਓ। ਗਜ ਕੋ ਤਰਾਸ ਮਿਟਿਓ ਜਿਹ ਸਿਮਰਤ ਤੁਮ ਕਾਹੇ ਬਿਸਰਾਵੋ। ਇਹ ਗਜ ਦਾ ਤਰਾਸ, ਇਸ ਹਾਥੀ ਦਾ ਕਈ ਵਾਰੀ ਧੰਨ ਗੁਰੂ ਤੇਗ ਬਹਾਦਰ ਜੀ ਨੇ ਪ੍ਰਮਾਣ ਦਿੱਤਾ ਹੈ, ਗਜ ਜਿਉਂ ਹੋ ਸਹਾਏ। ਸੋ ਇਸ ਪ੍ਰਕਾਰ ਇੱਥੇ ਹਜ਼ੂਰ ਕਹਿ ਰਹੇ ਨੇ, ਗਜ ਕੋ ਤਰਾਸ ਮਿਟਿਓ ਜੇ ਸਿਮਰਤ। ਗਜ ਹਾਥੀ ਪੁਰਾਣੇ ਸਮੇਂ 'ਚ ਹਿੰਦੁਸਤਾਨ 'ਚ ਹਰੀਹਰ ਖੇਤਰ ਨਾਂ ਦਾ ਤੀਰਥ ਹੈ, ਉੱਥੇ ਹਾਥੀ ਪਾਣੀ ਪੀਣ ਗਿਆ ਸੀ। ਹੇਠਾਂ ਇੱਕ ਤੰਦੂਆ ਸੀ, ਉਹ ਤੰਦੂਏ ਨੇ ਆਪਣੀਆਂ ਨੌਂਦਰਾਂ ਤਾਰਾਂ ਪਕੜ ਲਿਆ ਹਾਥੀ ਨੂੰ, ਅਤੇ ਹੋਰ ਕੋਈ ਚਾਰਾ ਹੀ ਨਹੀਂ ਸੀ ਉਹਦੇ ਪਾਸ। ਇੱਕ ਫੁੱਲ ਰੁੜਦਾ ਜਾਂਦਾ ਵੇਖ ਕੇ ਹਾਥੀ ਨੇ ਸੁੰਡ 'ਚ ਪਕੜ ਕੇ ਵਾਹਿਗੁਰੂ ਅੱਗੇ ਅੰਦਰੋਂ ਫਰਿਆਦ ਕੀਤੀ, ਫਿਰ ਕਰ ਧਰੇ ਚੱਕਰ ਬੈਕੁੰਠ 'ਤੇ ਆਏ, ਗਜ ਹਸਤੀ ਕੇ ਪ੍ਰਾਣ ਉਧਾਰੀ ਅਲੇ। ਉਸ ਹਾਥੀ ਨੂੰ ਜਿਹੜੀਆਂ ਤੰਦੂਏ ਨੇ ਤਾਰਾਂ ਪਾਈਆਂ ਸੀ, ਉਹ ਕੱਟ ਦਿੱਤੀਆਂ। ਸੁਦਰਸ਼ਨ ਚੱਕਰ ਨੇ ਹਾਥੀ ਨੂੰ ਆਜ਼ਾਦ ਸੁਤੰਤਰ ਕਰਤਾ।
ਤਾਂ ਕਰਕੇ ਪ੍ਰਮਾਣ ਦਿੱਤਾ। ਹਜ਼ੂਰ ਕਹਿੰਦੇ ਨੇ ਜਿਸ ਗਜ ਹਾਥੀ ਦਾ ਪਰਮਾਤਮਾ ਦਾ ਸਿਮਰਨ ਕਰਨ ਕਰਕੇ ਤਰਾਸ ਡਰ ਜਿਹੜਾ ਸੀ ਮੌਤ ਦਾ, ਭਈ ਤੰਦੂਏ ਨੇ ਤਾਰਾਂ ਪਾ ਲਈਆਂ ਹੁਣ ਨਹੀਂ ਛੱਡਣਾ, ਉਹ ਮਿਟ ਗਿਆ ਸੀ। ਤੁਮ ਕਾਹੇ ਬਿਸਰਾਵੋ, ਐਸੇ ਹਰੀ ਪਰਮਾਤਮਾ ਨੂੰ ਜੋ ਹਰ ਥਾਂ ਹੀ ਸਹਾਈ ਹੈ, ਹਰ ਥਾਂ ਹੀ ਮੌਜੂਦ ਹੈ, ਤੁਸੀਂ ਕਿਉਂ ਵਿਸਾਰਦੇ ਹੋ। ਤਜ ਅਭਿਮਾਨ ਮੋਹ ਮਾਇਆ ਫੁਨ ਭਜਨ ਰਾਮ ਚਿਤ ਲਾਭ। ਤਜ ਛੱਡ ਕੇ ਅਭਿਮਾਨ ਹਿਰਦੇ ਦਾ, ਅਬ ਨਾਮ ਹਿਰਦੇ ਦਾ, ਹਿਰਦੇ ਜਿਹੜਾ ਮਾਣ ਬੈਠਾ ਹੈ ਪੱਕਾ ਹੀ, ਉਹਨੂੰ ਕੱਢੋ ਅੰਦਰੋਂ, ਫਿਰ ਵਾਹਿਗੁਰੂ ਦਾ ਨਾਮ ਅੰਦਰ ਵਸਣਾ। ਤਜ ਅਭਿਮਾਨ ਮੋਹ ਮਾਇਆ ਫੁਨ, ਤੇ ਫੁਨ ਬੌੜੋ, ਫਿਰ ਮਾਇਆ ਦਾ ਮੋਹ ਵੀ ਤਿਆਗੋ ਨਾਲ। ਪਹਿਲਾਂ ਅਭਿਮਾਨ ਹਿਰਦੇ ਚੋਂ ਕੱਢੋ, ਫਿਰ ਜਿਹੜਾ ਮਾਇਆ ਨਾਲ ਲਗਾਓ ਹੈ ਨਾ ਮੋਹ, ਦਿਸਦੀ ਹੋਈ ਮਾਇਆ ਨਾਲ, ਜੜ ਚੇਤਨ ਮਾਇਆ ਨਾਲ, ਇਹ ਵੀ ਛੱਡੋ। ਭਜਨ ਰਾਮ ਚਿੱਤ ਲਾਓ, ਆਪਣਾ ਚਿੱਤ ਮਾਇਆ ਵੱਲੋਂ ਹਟਾ ਕੇ ਰਾਮ ਪਰਮਾਤਮਾ ਜੋ ਰਮਿਆ ਹੋਇਆ ਹੈ ਵਿਆਪਕ ਵਾਹਿਗੁਰੂ, ਉਹਦੇ ਭਜਨ ਵਿੱਚ ਲਾਓ। ਨਾਨਕ ਕਹਿਤ ਮੁਕਤ ਪੰਥੇ ਹੋ, ਗੁਰਮੁਖ ਹੋਏ ਤੁਮ ਪਾਓ। ਜੇ ਚਾਹੁੰਦੇ ਹੋ ਨਾ ਵੀ ਮੁਕਤੀ ਮਿਲੇ ਤੇ ਮੁਕਤੀ ਪ੍ਰਾਪਤ ਕਰਨ ਦਾ ਪੰਥ ਇਹ ਹੈ, ਅਸੀਂ ਤੁਹਾਨੂੰ ਕਹਿੰਦੇ ਹਾਂ। ਧੰਨ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਅਸੀਂ ਕਹਿੰਦੇ ਹਾਂ ਕਿ ਮੁਕਤੀ, ਨਜਾਤ, ਬੰਦ ਖਲਾਸੀ ਪ੍ਰਾਪਤ ਕਰਨ ਦਾ ਪੰਥ ਰਸਤਾ ਇਹ ਹੈ, ਪਰ ਗੁਰਮੁਖ ਹੋਏ ਤੁਮ ਪਾਓ। ਆਪਣੀ ਮਨ ਮਰਜ਼ੀ ਨਾਲ ਨਹੀਂ ਪ੍ਰਾਪਤ ਕਰ ਸਕਦੇ, ਸਤਿਗੁਰੂ ਦੇ ਅਨੁਸਾਰੀ ਹੋ ਕੇ, ਗੁਰਾਂ ਦੇ ਸਨਮੁਖ ਹੋ ਕੇ ਤੁਸੀਂ ਪ੍ਰਾਪਤ ਕਰੋ ਤੇ ਫਿਰ ਪ੍ਰਾਪਤ ਹੋ ਜਾਏਗਾ। ਗੌੜੀ ਮਹੱਲਾ ਨਾਮ। ਗੌੜੀ ਰਾਗਣੀ ਅੰਦਰ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਅਗਲਾ ਸ਼ਬਦ ਉਚਾਰਦੇ ਨੇ, ਕਉ ਮਾਈ ਭੁੱਲਿਓ ਮਨ ਸਮਝਾਵੈ। ਹੇ ਮੇਰੀ ਮਾਂ, ਜੋ ਮੇਰਾ ਮਨ ਹੈ ਇਹ ਭੁੱਲਾ ਹੋਇਆ ਸੰਸਾਰ ਸਮੁੰਦਰ, ਸੰਸਾਰ ਜੰਗਲ ਦੇ ਵਿੱਚ ਵਿਚਰਦਾ ਹੋਇਆ ਰਾਹ ਭੁੱਲ ਗਿਆ, ਪਰਮਾਰਥ ਦੇ ਰਸਤੇ ਨੂੰ ਭੁੱਲ ਚੁੱਕਾ ਹੈ। ਤੇ ਮੇਰੇ ਇਸ ਭੁੱਲੇ ਹੋਏ ਮਨ ਨੂੰ ਮਾਤਾ ਕੋਈ ਐਸਾ ਮਿਲੇ ਗੁਰਮੁਖ ਪਿਆਰਾ ਜਿਹੜਾ ਇਸ ਮਨ ਨੂੰ ਸਮਝਾ ਸਕੇ। ਬੜੇ ਬੜੇ ਵਿਦਵਾਨ ਧਰਤੀ ਤੇ ਹੋਏ ਨੇ, ਬੜੇ ਬੜੇ ਗ੍ਰੰਥ ਪੜ੍ਹੇ, ਉਹਨਾਂ ਦੁਆਰਾ ਵੀ ਨਹੀਂ ਨਾ ਆਪਣਾ ਮਨ ਸਮਝਾਇਆ ਗਿਆ, ਨਾ ਹੋਰ ਕਿਸੇ ਨੂੰ ਸਮਝਾ ਸਕੇ। ਇਹ ਮਨ ਨੂੰ ਸਮਝਾਉਣਾ ਬੜਾ ਕਠਿਨ ਕੰਮ ਹੈ, ਪਰ ਕੋਈ ਐਸਾ ਗੁਰਮੁਖ ਪਿਆਰਾ ਮਿਲੇ ਜਿਹੜਾ ਮੇਰੇ ਮਨ ਨੂੰ ਸਮਝਾ ਦੇ, ਜਿਹੜਾ ਆਪ ਕਮਾਇਆ ਹੋਇਆ ਨਾ, ਜਿਸ ਨੇ ਉਹਦੇ ਬਚਨ ਵਿੱਚ ਸੱਤਿਆ ਹੁੰਦੀ, ਸ਼ਕਤੀ ਹੁੰਦੀ ਹੈ, ਜਿਹਨੇ ਆਪਣਾ ਮਨ ਸਮਝਾਇਆ। ਕਿਉਂਕਿ ਗੁਰਮੁਖ ਆਪਣਾ ਮਨ ਮਾਰਿਆ, ਸ਼ਬਦ ਕਸਵੱਟੀ ਲਾਏ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸੱਥ, ਮਨ ਹੀ ਮੰਝ ਸਮਾਏ। ਪ੍ਰਥਮੈ ਮਨ ਪ੍ਰਬੋਧਾ ਆਪਣਾ, ਪਾਤਸ਼ਾਹ ਅਵਰ ਰਿਝਾਵੈ। ਪਹਿਲਾਂ ਜਿਹਨੇ ਆਪਣਾ ਮਨ ਪ੍ਰਬੋਧਿਆ, ਸਮਝਾਇਆ, ਉਹ ਹੀ ਕਿਸੇ ਨੂੰ ਸਮਝਾ ਸਕਦਾ। ਕਿਸੇ ਦੇ ਮਨ ਨੂੰ ਸਮਝਾਉਣਾ, ਮਨ ਨੂੰ ਮੋੜ ਕੇ ਮਨਮੁਖ ਤੋਂ ਗੁਰਮੁਖ ਰਾਹ ਦੇ ਤੋਰ ਦੇਣਾ, ਇਹ ਰੱਬ ਦੇ ਪਿਆਰਿਆਂ ਦੀ ਨਿਸ਼ਾਨੀ। ਇੱਕ ਮਾਤਾ ਜੀ ਸਨ ਪੰਜੋਖਰਾ ਨਗਰ ਦੇ, ਤੇ ਉਹਨਾਂ ਦੇ ਪਤੀ ਜੀ ਸ਼ਰਾਬ ਪੀਂਦੇ ਸਨ ਰੋਜ਼, ਤੇ ਉਹ ਮਾਤਾ ਨੂੰ ਕੁੱਟ ਵੀ ਦਿੰਦੇ ਸਨ। ਤੇ ਪੰਜੋਖਰਾ ਨਗਰ ਉਹਦੇ ਪੇਕੇ ਸਨ, ਮਾਈ ਦੇ ਪਟਿਆਲੇ ਜ਼ਿਲ੍ਹੇ 'ਚ ਵਿਆਹੀ ਹੋਈ ਸੀ। ਉਹ ਪਤੀ ਸਮੇਤ ਆਪਣੇ ਪੇਕੇ ਗਈ, ਤੇ ਸਵੇਰੇ ਸ਼ਰਾਬ ਨਹੀਂ ਸੀ ਪੀਤੀ। ਪਤੀ ਦੇਵ ਨੇ ਉਹਨੇ ਕਿਹਾ ਵੀ ਹੁਣ ਇਸ਼ਨਾਨ ਤੁਸੀਂ ਕੀਤਾ ਪਤੀ ਜੀ, ਤੇ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਪਵਿੱਤਰ ਸਥਾਨ ਹੈ ਇੱਥੇ ਪੰਜੋਖਰਾ ਨਗਰ ਦੇ ਬਾਹਰ-ਬਾਹਰ, ਜਿੱਥੇ ਗੂੰਗੇ ਬੋਲੇ ਛੱਜੂ ਨਾਂ ਦੇ ਚੀਵਰ ਤੋਂ ਭਗਵਤ ਗੀਤਾ ਦੇ ਅਰਥ ਕਰਾਏ ਸੀ 8ਵੇਂ ਪਾਤਸ਼ਾਹ ਨੇ। ਉੱਥੇ ਨਾਲੇ ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਆਏ ਹੋਏ ਨੇ, ਜਾਓ ਉਹਨਾਂ ਨੂੰ ਵੀ ਮਿਲ ਆਇਓ, ਦਰਸ਼ਨ ਕਰੋ ਮਹਾਰਾਜ ਦੇ ਸਥਾਨ ਦੇ। ਜਦੋਂ ਉਹ ਬੰਦਾ ਜਿਹਦਾ ਨਾਮ ਤਰਲੋਚਨ ਸਿੰਘ ਸੀ ਉਹ ਗਿਆ, ਤੇ ਮਹਾਂਪੁਰਸ਼ ਨਿਤਨੇਮ ਤੋਂ ਬਾਅਦ ਧੰਨ ਗੁਰੂ ਗ੍ਰੰਥ ਸਾਹਿਬ ਦੇ ਦੁਆਲੇ ਪਰਿਕਰਮਾ ਕਰ ਰਹੇ ਸੀ। ਤੇ ਉਹਨੇ ਜਿਵੇਂ ਸਾਧੂ ਸੰਤਾਂ ਨੂੰ ਲੋਕ ਆਮ ਮੱਥਾ ਟੇਕਦੇ ਨੇ, ਉਹਨੇ ਇਹ ਵੀ ਨਾ ਵਿਚਾਰਿਆ, ਪਤਾ ਨਹੀਂ ਸੀ, ਸਮਝ ਨਹੀਂ ਸੀ, ਤੇ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਹੀ ਮਹਾਂਪੁਰਸ਼ਾਂ ਨੂੰ ਮੱਥਾ ਟੇਕਣ ਲੱਗਾ। ਤੇ ਉਹਨਾਂ ਨੇ ਵਰਜਿਆ, ਕਹਿੰਦੇ ਗੁਰਮੁਖਾ ਕੀ ਕਰਦਾ। ਉਹ ਸਮਝਿਆ ਨਾ, ਫਿਰ ਉਹਨਾਂ ਦੇ ਪੈਰੀਂ ਲੱਗਾ ਹੱਥ ਲਾਉਣ। ਫਿਰ ਉਹਨਾਂ ਬਚਨ ਕੀਤਾ, ਗੁਰਮੁਖਾ ਤੈਨੂੰ ਮਹਾਰਾਜ ਨਹੀਂ ਦੀਦੇ, ਤੂੰ ਮਹਾਰਾਜ ਸਾਹਿਬ ਅੱਗੇ ਮੱਥਾ ਟੇਕ, ਮੈਨੂੰ ਕੋ ਟੇਕ ਰਿਹਾ। ਬਸ ਇਹ ਬਚਨ ਉਹਨਾਂ ਕੀਤੇ, ਤੇ ਉਹ ਨਮਸਕਾਰ ਕਰਕੇ ਘਰ ਆ ਗਿਆ। ਤਾਂ ਆਪਣੀ ਧਰਮ ਪਤਨੀ ਨੂੰ ਕਿਹਾ ਵੀ ਉਹ ਤਾਂ ਸੰਤ ਬੜੇ ਗਰਮ ਨੇ। ਕਹਿਣ ਲੱਗੀ ਉਹ ਮੱਥਾ ਟੇਕਣ ਤੋਂ ਨਾਰਾਜ਼ ਹੋਏ ਨੇ, ਉਹ ਮਹਾਂਪੁਰਸ਼ ਮੱਥਾ ਨਹੀਂ ਟਿਕਾਉਂਦੇ, ਮਰਜ਼ਾਦਾ ਪੁਰਸ਼ੋਤਮ ਨੇ। ਤੇ ਇਸ ਪ੍ਰਕਾਰ ਉਹ ਬਚਨ ਜਿਹੜੇ ਹੋ ਗਏ ਸੀ ਗੁਰਮੁਖਾ, ਤਾਂ ਉਸ ਦਿਨ ਤੋਂ ਸ਼ਰਾਬ ਨਸ਼ੇ ਛੁੱਟ ਗਏ, ਤੇ ਇਸ ਗੁਰਮੁਖ ਰਾਹ ਦਾ ਪਾਂਧੀ ਬਣ ਗਿਆ। ਇਸ ਪ੍ਰਕਾਰ ਰੱਬ ਦਾ ਪਿਆਰਾ ਕੋਈ ਮਿਲੇ, ਤੇ ਉਹ ਅਨੇਕਾਂ ਨੂੰ ਗੁਰਮੁਖ ਕੋਟ ਉਧਾਰਦਾ ਦੇ ਨਾਵੈ ਇੱਕ ਕਣੀ। ਸੁਭਾਵਕ ਉਹਨਾਂ ਦਾ ਬਚਨ ਸਾਡੇ ਮਨਾਂ ਨੂੰ ਮੋੜ ਦਿੰਦਾ ਹੈ। ਐਸਾ ਸੰਗ ਹੈ ਵਾਹਿਗੁਰੂ ਦਾ।
हे ਮੇਰੀ ਮਾਤਾ, ਕੋਈ ਮੇਰੇ ਭੁੱਲੇ ਹੋਏ ਮਨ ਨੂੰ, ਰਸਤੇ ਤੋਂ ਖੁੰਝੇ ਹੋਏ ਮਨ ਨੂੰ ਕੋਈ ਸਮਝਾਉਣ ਵਾਲਾ ਮਿਲ ਜਾਏ। ਵੇਦ ਪੁਰਾਣ ਸਾਧ ਮਗ ਸੁਣ ਕਰ, ਨਿਮਖ ਨਾ ਹਰ ਗੁਣ ਗਾਵੇ। ਮੇਰਾ ਮਨ ਐਸਾ ਵਿਗੜਿਆ ਹੋਇਆ, ਐਸਾ ਭੁੱਲਿਆ ਹੋਇਆ ਵੀ ਇਹ ਵੇਦ ਵੀ ਸੁਣਦਾ ਹੈ, ਚਾਰੇ ਵੇਦ ਜਾਂ ਦੈਵੀ ਗਿਆਨ ਦੇ ਗ੍ਰੰਥ ਅਤੇ ਪੁਰਾਣੇ ਸਮੇਂ ਦੇ ਲਿਖੇ ਗ੍ਰੰਥ, ਪੁਰਾਣਾ ਗਿਆਨ ਧਿਆਨ, ਪੁਰਾਣੀਆਂ ਸਾਖੀਆਂ ਉਦਾਹਰਨਾਂ, ਪੁਰਾਣੀਆਂ ਘਟਨਾਵਾਂ ਜਿਹਨਾਂ 'ਚ ਲਿਖੀਆਂ। 18 ਪੁਰਾਣ ਨੇ ਵੈਸੇ, 4 ਵੇਦ ਹਨ ਜਿਨ੍ਹਾਂ ਗ੍ਰੰਥਾਂ ਨੂੰ ਕਿਹਾ ਜਾਂਦਾ। ਬ੍ਰਹਮਾ ਦੇ ਮੁਖ ਤੋਂ ਉਚਰੇ 4 ਵਾਕਾਂ ਦਾ ਵਰਣਨ ਬਿਆਸ ਰਿਸ਼ੀ ਨੇ ਕੀਤਾ, ਉਹਨਾਂ ਨੂੰ 4 ਵੇਦ ਕਿਹਾ ਜਾਂਦਾ। ਪੁਰਾਣ 18 ਹਨ। ਭਵਿੱਖਤ ਪੁਰਾਣ ਹੈ, ਗਰੁੜ ਪੁਰਾਣ, ਸ਼ਿਵ ਪੁਰਾਣ, ਬ੍ਰਹਮ ਵੈਵਰਤ ਪੁਰਾਣ, ਵਿਸ਼ਨ ਪੁਰਾਣ ਆਦਿਕ। ਉਹ ਸਾਰਿਆਂ ਨੂੰ ਸੁਣ ਕਰ ਅਤੇ ਸਾਧ ਮੱਗ ਸੁਣ ਕਰ, ਸਾਧੂ ਜਨਾਂ ਵੱਲੋਂ ਦਰਸਾਇਆ ਹੋਇਆ ਮੱਗ ਰਸਤਾ ਅਥਵਾ ਧਰਮ ਗ੍ਰੰਥਾਂ ਵੱਲੋਂ ਸਾਧ ਸੁਧਰਿਆ ਹੋਇਆ ਮੱਗ ਰਸਤਾ ਜੋ ਦੱਸਿਆ ਗਿਆ, ਜਾਂ ਆਪਣੇ ਆਪ ਨੂੰ ਸੁਧਾਰਨ ਦਾ ਸਾਧਣ ਵਾਲਾ ਜਿਹੜਾ ਮੱਗ ਰਸਤਾ ਹੈ, ਉਹ ਸੁਣ ਲੈਂਦਾ ਏ। ਪਰ ਸੁਣ ਕੇ ਵੀ ਨਿਮਖ ਨਾ ਹਰ ਗੁਣ ਗਾਵੇ। ਨਿਮਖ ਮਾਤਰ ਪਲ ਮਾਤਰ ਵੀ ਵਾਹਿਗੁਰੂ ਹਰੀ ਦੇ ਗੁਣ ਨਹੀਂ ਗਾਉਂਦਾ ਮੇਰਾ ਮਨ। ਰਹਾਓ ਦੁਰਲੱਭ ਦੇ ਪਾਏ ਮਾਨਸ ਕੀ, ਇਹ ਮਾਨਸ ਵਾਲੀ, ਮਨੁੱਖ ਵਾਲੀ ਦੁਰਲੱਭ ਦੇਹ ਰੂਪੀ ਵਸਤੂ ਪ੍ਰਾਪਤ ਕਰਕੇ ਬਿਰਥਾ ਜਨਮ ਸਰਾਵੈ, ਇਹਦੀ ਕਦਰ ਨਹੀਂ ਜਾਣਦਾ। ਇਹ ਮਨੁੱਖਾ ਜਨਮ ਐਡਾ ਦੁਰਲੱਭ ਜਨਮ ਪੁੰਨ ਫਲ ਪਾਇਓ, ਪਰ ਬਿਰਥਾ ਜਾਤ ਅਬਵੇਕਾ, ਅਗਿਆਨ ਕਰਕੇ ਵਿਅਰਥ ਜਾ ਰਿਹਾ। ਇਹ ਆਪਣੇ ਜਨਮ ਨੂੰ ਬਿਰਥਾ ਵਿਅਰਥ ਸਰਾਵੈ ਮੈਨੇ ਗੁਜ਼ਾਰਦਾ ਹੈ। ਇਹ ਮਨੁੱਖਾ ਜਨਮ ਦੇ ਸਵਾਸ ਬੜੇ ਕੀਮਤੀ ਨੇ, ਇਹ ਵਿਅਰਥ ਹੀ ਗੁਜ਼ਾਰੀ ਜਾ ਰਿਹਾ ਹੈ। ਮਾਇਆ ਮੋਹ ਮਹਾ ਸੰਕਟ ਬਨ, ਤਾਸੁ ਰੁਚ ਉਪਜਾਵੈ। ਜੋ ਮਾਇਆ ਦਾ ਮੋਹ ਹੈ ਨਾ, ਇਹ ਬੜਾ ਸੰਕਟਮਈ ਬਣ ਜੰਗਲ ਹੈ, ਸੰਕਟ ਦੁੱਖ ਤਕਲੀਫ ਦੇਣ ਵਾਲਾ ਜੰਗਲ ਹੈ। ਸਤਿਗੁਰਾਂ ਨੇ ਕਿਹਾ ਹੈ ਮਹਾ ਭਿਆਨ ਉਦਿਆਨ। ਧੰਨ ਗੁਰੂ ਅਰਜਨ ਦੇਵ ਜੀ ਜੈਤ ਸ੍ਰੀ ਦੀ ਵਾਰ ਵਿੱਚ ਬਚਨ ਫਰਮਾਉਂਦੇ ਨੇ, ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ। ਮਨੁੱਖ ਦੀ ਹਾਲਤ ਕੀ ਹੈ? ਇਹ ਮਹਾਨ ਭਿਆਨਕ ਉਦਿਆਨ ਜੰਗਲ ਉਜਾੜ ਬੀਆਬਾਨ ਸੀ ਸੰਸਾਰ, ਇਹਨੂੰ ਨਗਰ ਕਰਕੇ, ਘੁੱਗ ਵਸਦਾ ਨਗਰ ਕਰਕੇ ਮੰਨ ਲਿਆ। ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਝੂਠੀ ਸਮੱਗਰੀ ਵੇਖ ਕੇ ਸੱਚੀ ਕਰਕੇ ਜਾਣ ਲਿਆ, ਮੰਨ ਲਿਆ ਨੇ। ਝੂਠ ਸਮੱਗਰੀ ਪੇਖ ਸੱਚ ਕਰ ਜਾਣਿਆ, ਕਾਮ ਕ੍ਰੋਧ ਅਹੰਕਾਰ ਫਿਰ ਹੈ ਦੇਵਾਨਿਆ। ਪਾਗਲ ਹੋਇਆ ਫਿਰਦਾ ਇਹਨਾਂ 'ਚ, ਕਾਮ ਕ੍ਰੋਧ ਹੰਕਾਰ ਵਿੱਚ ਪਾਗਲ ਹੋਇਆ ਫਿਰਦਾ। ਸਿਰ ਲੱਗਾ ਜਮ ਡੰਡ ਫਿਰ ਪਛਤਾਨਿਆ, ਜਮਾਂ ਦਾ ਡੰਡਾ ਸਿਰ 'ਚ ਵੱਜਾ ਫਿਰ ਪਛਤਾਇਆ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ, ਪੂਰੇ ਗੁਰੂ ਦੀ ਸ਼ਰਨ ਆਉਣ ਤੋਂ ਬਗੈਰ ਇਹ ਸ਼ੈਤਾਨਾਂ ਵਾਂਗੂ ਭੂਤਨਿਆਂ ਵਾਂਗੂ ਤੁਰਿਆ ਫਿਰਦਾ। ਇਹ ਮਹਾਨ ਸੰਕਟ ਵਾਲਾ, ਦੁੱਖ ਤਕਲੀਫਾਂ ਵਾਲਾ ਜੰਗਲ ਸੀ ਸੰਸਾਰ। ਇਹ ਸੰਸਾਰ ਦਾ ਮਾਇਆ ਦਾ ਮੋਹ, ਪਰ ਇਹ ਸਮਝਦਾ ਨਹੀਂ, ਐਡਾ ਬੇਸਮਝ ਹੋ ਗਿਆ। ਤਾਸਿਓ ਰੁਚ ਉਪਜਾਵੈ, ਆਪਣੇ ਮਨ ਦੀ ਰੁਚੀ, ਇਸ ਮਨ ਨੇ ਆਪਣੀ ਰੁਚੀ ਇਹਦੇ ਵਿੱਚ ਉਪਜਾਈ ਹੋਈ ਹੈ। ਇਹ ਆਪਣੀ ਰੁਚੀ, ਆਪਣਾ ਲਗਾਓ ਇਸ ਉਜਾੜ ਬੀਆਬਾਨ ਦੀ ਨਿਆਈ, ਜਿਹੜਾ ਮਾਇਆ ਦਾ ਮੋਹ ਇਹਦੇ 'ਚ ਪੈਦਾ ਕਰ ਰਿਹਾ, ਇਹਦੇ 'ਚ ਰਚ ਰਿਹਾ ਹੈ। ਅੰਤਰ ਬਾਹਰ ਸਦਾ ਸੰਗ ਪ੍ਰਭ, ਜੋ ਵਾਹਿਗੁਰੂ ਜੀ ਅੰਦਰ ਵੀ ਵਸਦੇ ਨੇ, ਬਾਹਰ ਵੀ ਸਦਾ ਹੀ ਜੀਵ ਦੇ ਅੰਗ ਸੰਗ ਹਨ। ਸਦਾ ਅੰਗ ਸੰਗੇ ਅਭੰਗੰ ਵਿਭੂਤੇ, ਐਸਾ ਜੋ ਵਾਹਿਗੁਰੂ ਹੈ ਤਾਸਿਓ ਨੇਹੁ ਨ ਲਾਵੈ, ਤਿਸ ਪਰਮਾਤਮਾ ਨਾਲ ਯਾਨੀ ਵਾਹਿਗੁਰੂ ਦੇ ਭਜਨ ਨਾਲ ਇਹ ਨੇਹ ਪ੍ਰੇਮ ਲਾਉਂਦਾ ਹੀ ਨਹੀਂ ਹੈ। ਨਾਨਕ ਮੁਕਤ ਤਾਹੇ ਤੁਮ ਮਾਨੋ, ਜੇ ਘਟ ਰਾਮ ਸਮਾਵੈ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਭਾਈ ਜਿਸ ਘਟ ਹਿਰਦੇ ਅੰਦਰ ਰਾਮ ਪਰਮਾਤਮਾ ਸਮਾ ਜਾਂਦਾ, ਯਾਨੀ ਰਾਮ ਦਾ ਨਾਮ। ਸ਼ੇਖ ਸ਼ਾਦੀ ਜੀ ਨੇ, ਇਰਾਨ ਦਾ ਸੂਫੀ ਸੰਤ ਹੋਇਆ ਸ਼ੇਖ ਸ਼ਾਦੀ, ਉਹਨੇ ਇੱਕ ਵਾਰਤ ਲਿਖੀ ਹੈ, ਸ਼ਾਇਦ ਆਪਣੀ ਹੈ ਉਹਨਾਂ ਦੀ ਗੱਲ, ਵੀ ਜਦੋਂ ਮਦਰਸੇ 'ਚ ਪੜ੍ਹਦੇ ਸੀ ਅਤੇ ਜਦੋਂ ਅਧਿਆਪਕ ਪੜ੍ਹਾਉਣ ਆਉਂਦਾ ਸੀ ਅਤੇ ਉਹ ਸਾਰੇ ਉੱਠ ਕੇ ਨਮਸਕਾਰ ਕਰਦੇ ਨਾ, ਸ਼ਾਗਿਰਦ ਸਟੂਡੈਂਟ, ਅਤੇ ਉਹ ਅੱਗੋਂ ਜਵਾਬ ਦਿੰਦਾ ਸੀ, ਖੁਦਾ ਹਰ ਥਾਂ ਮੌਜੂਦ ਹੈ, ਖੁਦਾ ਸਭ ਕੁਝ ਵੇਖਦਾ ਹੈ। ਇਹ ਉਹਦਾ ਤਕੀਆ ਕਲਮ ਬਣ ਚੁੱਕਾ ਸੀ। ਰੋਜ਼ ਇੰਝ ਕਹਿੰਦਾ ਸੀ। ਅਤੇ ਇੱਕ ਦਿਨ ਉਸ ਅਧਿਆਪਕ ਨੇ ਕਿਹਾ ਵੀ ਦੱਸੋ ਉਹ ਕਿਹੜੀ ਜਗ੍ਹਾ ਹੈ ਜਿੱਥੇ ਖੁਦਾ ਨਹੀਂ ਰਹਿੰਦਾ। ਤਾਂ ਇੱਕ ਸ਼ਾਗਿਰਦ ਨੇ ਕਿਹਾ, ਜੀ 1-2 ਜਗ੍ਹਾ ਹਨ ਜਿੱਥੇ ਖੁਦਾ ਨੇ। ਅਧਿਆਪਕ ਬੜਾ
हैरान होया भी ये की कह रहा बच्चा। उसने कहा जी मैं दसांगा, मैनू समझ इस गल दी। कहते दसो जी। शागिर्द ने, स्टूडेंट ने कहा भी एक मनुख की समझ विच नहीं है परमात्मा, तो एक मनुख की सिमरती विच, याद शक्ति, चेते च, मन विच है नहीं। वसदा तो हर थां ही है बाकी परमात्मा, पर ना इसकी सिमरती विच है तो ना इसकी सोच समझ विच है परमात्मा। मन गया अध्यापक भी ठीक जो कहा सच है। परमात्मा साडी सिमरती चों भुलिया होया ते परमात्मा साडी सोच समझ तो भी परे है। ना साडी समझ विच आ सकदा, ना साडे चेते विच। चेते चो असीं विसारिया। कहंदे अंतर बाहर सदा संग प्रभ, तास्यो ने हो न लाव। उस वाहिगुरू नाल तां प्रेम ही नहीं लाउंदा। नानक मुगत ताहे तुम मानो, जे घट राम समावे। जिस घट हिरदे अंदर राम यानी परमात्मा का नाम समा जाता है, उस व्यक्ति नूं ही मुक्ति के पद ते पहुंचा होया तुसीं मनो। ਉਹਦੀ ਬੰਦ ਖਲਾਸੀ ਹੋਈ ਹੋਈ ਤੁਸੀਂ ਮੰਨ ਲਓ, ਦੂਜੇ ਦੀ ਨਾ ਮੰਨੋ। ਜਿਹਦੇ ਅੰਦਰ ਬਾਹਰ ਸਵਾਸ ਸਵਾਸ ਪਰਮਾਤਮਾ ਦਾ ਨਾਮ ਵਸਿਆ ਹੋਇਆ, ਉਹ ਮੁਕਤ ਰੂਪ ਹੀ ਹੈ। ਉਹਦੀ ਮੁਕਤੀ ਹੋ ਗਈ ਸਮਝੋ। ਗੌੜੀ ਮਹੱਲਾ ਨਾਵਾਂ। ਗੌੜੀ ਰਾਗਣੀ ਅੰਦਰ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਫਰਮਾਉਂਦੇ ਨੇ, ਸਾਧੋ ਰਾਮ ਸਰਨ ਬਿਸਰਾਮਾ, ਸਭ ਦੁਨੀਆ ਸ਼ਾਂਤੀ ਬਿਸਰਾਮ ਟਿਕਾ ਭਾਲਦੀ ਹੈ। ਸਤਿਗੁਰੂ ਕਹਿੰਦੇ ਬਈ ਸਾਧਕ ਹੋਣ ਵਾਲਿਓ, ਜਿੱਧਰ ਮਰਜੀ ਨੱਠ ਭੱਜ ਲਓ, ਵਿਸ਼ਰਾਮ ਸ਼ਾਂਤੀ ਟਿਕਾ ਨਹੀਂ ਪ੍ਰਾਪਤ ਹੋਵੇਗਾ। ਕੇਵਲ ਰਾਮ ਪਰਮਾਤਮਾ ਦੀ ਸ਼ਰਨ ਵਿੱਚ ਹੀ ਵਿਸਰਾਮ ਹੈ, ਟਿਕਾ ਹੈ, ਉੱਥੇ ਹੀ ਗੱਲ ਬਣਨੀ ਹੈ ਜਾ ਕੇ। ਰਾਮ ਜੋ ਰਮਿਆ ਹੋਇਆ ਵਿਆਪਕ ਸਰੂਪ ਵਾਹਿਗੁਰੂ, ਐਸੇ ਪਰਮਾਤਮਾ ਦੀ ਸ਼ਰਨ ਵਿੱਚ ਆਓ ਤਾਂ ਵਿਸਰਾਮ ਟਿਕਾ ਸ਼ਾਂਤੀ ਪ੍ਰਾਪਤ ਹੋਵੇਗੀ। ਨੜੱਤਪੁਣਾ ਦੌੜ ਭੱਜ ਇਹ ਖਤਮ ਹੋ ਜਾਏਗੀ। वेद पुराण पढ़े को एह गुण, सिमरे हर को नाम। मनुख वेद शास्त्र पढ़ता है, पुराण पढ़ता है, पर इन्हां वेदां पुराणा धर्म ग्रंथां नूं पढ़े दा ये गुण उपकार, ये लाभ होना चाहिए जीव नूं कि तत् समझ के सिमरे हर को नाम। ये हरि परमात्मा दे नाम दा सिमरन करन लग पे, फिर तां है वेदां पुराणा शास्त्रां नूं पढ़िया सफला। ਉਹਦੇ ਸਾਰੇ ਮਨ ਨੂੰ ਸਮਝਾਉਣ ਵਾਸਤੇ ਹੀ ਨੇ ਤੇ ਇਹ ਮਨ ਪਰਮਾਤਮਾ ਦੇ ਸਿਮਰਨ ਵਿੱਚ ਲੱਗ ਜਾਏ। ਤੇ ਜੇ ਲੱਗਾ ਹੀ ਨਹੀਂ ਤੇ ਫਿਰ ਵਿਅਰਥ ਗਈ ਮਿਹਨਤ ਕੀਤੀ। ਰਹਾਉ ਲੋਭ ਮੋਹ ਮਾਇਆ ਮਮਤਾ ਫੁਨ, ਔ ਬਿਖੀਆਂ ਕੀ ਸੇਵਾ। ਦੀ ਹਾਲਤ ਕੀ ਹੈ? ਪਦਾਰਥਾਂ ਦਾ ਲੋਭ, ਸਰੀਰਾਂ ਨਾਲ ਮੋਹ ਤੇ ਫੁਨ ਬੌੜੋ ਮਾਇਆ ਦੀ ਮਮਤਾ ਮੇਰ ਆਪਣਾਤੇ ਨੂੰ ਚੰਬੜੀ ਹੋਈ ਹੈ। ਔ ਅਤੇ ਵਿਖੀਆਂ ਕੀ ਸੇਵਾ, ਵਿਸ਼ਿਆਂ ਵਿਕਾਰਾਂ ਦੀ ਸੇਵਾ 'ਚ ਲੱਗਾ ਹੋਇਆ, ਉਹਨਾਂ ਦੇ ਅਧੀਨ ਹੋ ਜਾਣਾ, ਸੇਵਾ 'ਚ ਲੱਗਣਾ ਨਾ। ਇਹ ਵਿਸ਼ਿਆਂ ਦੀ ਸੇਵਾ 'ਚ ਲੱਗਾ, ਰੱਬ ਦੀ ਸੇਵਾ 'ਚ ਨਹੀਂ ਲੱਗਾ ਹੋਇਆ। ਵਿਸ਼ਿਆਂ ਕੀ ਸੇਵਾ ਦਾ ਮਤਲਬ ਵਿਸ਼ਿਆਂ ਦਾ ਸੇਵਨ, ਵਿਕਾਰਾਂ ਦੇ ਸੇਵਨ ਵਿੱਚ ਲੱਗਾ ਹੋਇਆ। ਹਰਖ ਸੋਗ ਪਰਸੈ ਜੇ ਨਾ ਹਨ, ਸੋ ਮੂਰਤ ਹੈ ਦੇਵਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਦੁਨੀਆ ਦੇ ਵਿੱਚ ਅਸਲ ਸਾਧੂ ਕੌਣ ਹੈ? ਹਰਖ ਖੁਸ਼ੀ ਤੇ ਸੋਗ ਗਮੀ, ਜਿਸ ਦੇ ਮਨ ਨੂੰ ਇਹ ਦੋਵੇਂ ਚੀਜ਼ਾਂ ਪਰਸਦੀਆਂ ਹੀ ਨਹੀਂ, ਛੋਹਦੀਆਂ ਹੀ ਨਹੀਂ, ਜਿਹੜਾ ਇਹਨਾਂ ਦੋਵਾਂ ਤੋਂ ਨਿਰਲੇਪ ਹੈ, ਜਿਸ ਦੇ ਮਨ 'ਤੇ ਇਹਨਾਂ ਦੋਵਾਂ ਦਾ ਪ੍ਰਭਾਵ ਹੀ ਨਹੀਂ ਹੈ। ਸੋ ਮੂਰਤ ਹੈ ਦੇਵਾ, ਉਹ ਕੇਵਲ ਸਾਧ ਹੀ ਨਹੀਂ, ਉਹ ਸਾਧੂ ਐਸਾ ਹੈ ਕਿ ਦੇਵਾ ਪ੍ਰਕਾਸ਼ ਰੂਪ ਜੋ ਪਰਮਾਤਮਾ ਉਹਦੀ ਮੂਰਤ ਹੈ, ਭਾਵ ਕਿ ਉਹ ਰੱਬ ਦਾ ਸਰੂਪ ਬਣ ਗਿਆ ਹੈ ਜਿਹਦੇ 'ਤੇ ਇਹਨਾਂ ਦਾ ਪ੍ਰਭਾਵ ਨਹੀਂ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ ਤਿਉ ਕੰਚਨ ਅਰ ਪੈਸਾ। ਜਿਹਨੂੰ ਨਾ ਇੱਛਾ ਸੁਰਗ ਜਾਣ ਦੀ, ਨਾ ਨਰਕਾਂ ਦਾ ਭੈ ਹੈ, ਉਹਨੂੰ ਕੋਈ ਸੁਰਗਾਂ ਨਾਲ ਮਤਲਬ ਨਹੀਂ, ਕੋਈ ਨਰਕਾਂ ਤੋਂ ਡਰ ਨਹੀਂ। ਜਿਵੇਂ ਕਬੀਰ ਜੀ ਨੇ ਕਿਹਾ, ਸੁਰਗ ਬਾਸ ਨਾ ਬਾਸ਼ੀਆ ਡਰੀਆ ਨਾ ਨਰਕ ਨਿਵਾਸ। ਹੋਣਾ ਹੈ ਸੋ ਹੋਈ ਹੈ, ਮਨਹਿ ਨਾ ਕੀਜੈ ਆਸ। ਰਮਈਆ ਗੁਣ ਗਾਈਐ ਜਾਤੇ ਪਾਈਐ, ਪਰਮ ਨਿਧਾਨ ਇਹਨਾਂ ਤੋਂ ਉੱਪਰ ਹੈ ਉਹ ਖਜ਼ਾਨਾ। ਸੁਰਗ ਨਰਕ, ਸੁਰਗ ਦਾ ਵਾਸ਼ਨਾ ਨਹੀਂ, ਸੁਰਗ 'ਚ ਪਹੁੰਚਣ ਦੀ, ਨਰਕ ਦਾ ਡਰ ਨਹੀਂ। ਅੰਮ੍ਰਿਤ ਬਿਖ, ਅੰਮ੍ਰਿਤ ਹੈ ਵੀ ਇਹ ਪੀ ਲਓਗੇ ਅਮਰ ਹੋ ਜਾਓਗੇ, ਤੇ ਬਿਖ ਜੇ ਪੀ ਲਈ ਤੇ ਮਰ ਜਾਓਗੇ। ਉਹਨਾਂ ਵਾਸਤੇ ਅੰਮ੍ਰਿਤ ਬਿਖ ਦੋਵੇਂ ਬਰਾਬਰ ਹੀ ਨੇ। ਸੰਤ ਆਇਆ ਸਿੰਘ ਹੋਤੀ ਮਰਦਾਨ ਵਾਲੇ ਸਨ, ਤੇ ਉਹਨਾਂ ਨੂੰ ਸੇਵਕ ਨੇ 3 ਵਾਰੀ ਦੁੱਧ ਵਿੱਚ ਜ਼ਹਿਰ ਪਾ ਕੇ ਦਿੱਤੀ। 2 ਵਾਰੀ ਤਾਂ ਪੀ ਗਏ, ਤੀਜੀ ਵਾਰੀ ਜਦੋਂ ਲੈ ਕੇ ਆਇਆ ਤੇ ਉਧਰੋਂ ਬਾਟੇ ਨੂੰ ਹੱਥ ਪਾ ਲਿਆ ਤਾਂ ਕਹਿਣ ਲੱਗੇ, ਪ੍ਰੇਮੀਆਂ ਤੂੰ ਪੀ ਲੈ। ਕਹਿਣ ਲੱਗਾ, ਨਹੀਂ ਜੀ ਤੁਹਾਡੇ ਵਾਸਤੇ ਲਿਆਇਆ।
ਜਦੋਂ ਬੱਟ ਨੂੰ ਹੱਥ ਪਾ ਲਿਆ ਤੇ ਕਹਿਣ ਲੱਗੇ ਅੱਛਾ ਪੱਗ ਦਾ ਭੁੱਖਾ ਹੈ, ਸਾਡੇ ਥਾਂ ਤੇ ਪੱਗ ਬੰਨ੍ਹ ਕੇ ਸੰਤ ਕਹਾਉਣ ਦੀ ਲਾਲਸਾ ਹੈ ਤੇ ਤੂੰ 2 ਵਾਰੀ ਪਹਿਲਾਂ ਵੀ ਜ਼ਹਿਰ ਪਾ ਕੇ ਲਿਆਂਦਾ, ਅਸੀਂ ਪੀ ਗਏ, ਤੈਨੂੰ ਜਣਾਇਆ ਨਹੀਂ ਪਰ ਤੂੰ ਟਲਿਆ ਨਹੀਂ, ਇਹ ਤੀਜੀ ਦਫਾ ਫਿਰ ਤੂੰ ਜ਼ਹਿਰ ਪਾ ਕੇ ਲਿਆ ਅਸੀਂ ਸਰੀਰ ਤਾਂ ਤਿਆਗਣਾ ਹੀ ਆ, ਇਹ ਠੀਕਰਾ ਤਾਂ ਭੰਨਣਾ ਹੀ ਆ, ਸਮਾਂ ਆ ਗਿਆ ਸਾਡਾ, ਪਰ ਇਹ ਕਲੰਕ ਤੇਰੇ ਮੱਥੇ ਲੱਗਣਾ, ਤੂੰ ਪੱਗ ਭਾਲਦਾ, ਤੈਨੂੰ ਜੁੱਤੀਆਂ ਮਾਰ ਲੋਕਾਂ ਭਜਾਉਣਾ ਇੱਥੋਂ। ਫਿਰ ਉਹ ਬਾਟਾ ਪਿਛਾਂ ਖਿੱਚੇ ਤਾਂ ਸੰਤਾਂ ਨੇ ਹੱਥ ਪਾਇਆ, ਅਸੀਂ ਕਹਿਣ ਲੱਗੇ ਨਹੀਂ ਹੁਣ ਨਹੀਂ, ਤੈਨੂੰ ਬਚਾਉਂਦੇ ਸੀ ਤੂੰ ਬਚਿਆ ਨਹੀਂ, ਤੀਜੀ ਵਾਰੀ ਫਿਰ ਲੈ ਆਏ ਜ਼ਹਿਰ ਪਾ ਕੇ। ਪਹਿਲਾਂ ਅਸੀਂ ਗੁਰੂ ਸਾਹਿਬ ਦੀ ਇਹ ਪੰਕਤੀ ਪੜ੍ਹਦੇ ਰਹੇ, ਵਿਖਿਆ ਭਯੰਤ ਅੰਮ੍ਰਿਤੰ ਦ੍ਰਿਸ਼ਟਾਂ ਸਖਾ ਸੁਵਜਨ। ਵਾਹਿਗੁਰੂ ਦੇ ਸਿਮਰਨ ਵਿੱਚ ਸ਼ਕਤੀ ਆ, ਜ਼ਹਿਰ ਵੀ ਅੰਮ੍ਰਿਤ ਬਣ ਸਕਦੀ ਹੈ ਤੇ ਅਸੀਂ ਅੰਮ੍ਰਿਤ ਜਾਣ ਕੇ ਪੀਂਦੇ ਰਹੇ ਹਾਂ, ਹੁਣ ਜ਼ਹਿਰ ਜਾਣ ਕੇ ਪੀਣਾ, ਸਰੀਰ ਤਿਆਗਣਾ। ਤੇ ਪੀਂਦਿਆਂ ਸਰ ਸਰੀਰ ਤਿਆਗ ਗਏ ਤੇ ਉਹਨੂੰ ਫਿਰ ਜੁੱਤੀਆਂ ਮਾਰ ਕੇ ਕੱਢਿਆ ਲੋਕਾਂ ਨੇ ਵੀ ਤੂੰ ਸੰਤਾਂ ਦਾ ਕਤਲ ਕੀਤਾ। ਸੋ ਇਸ ਪ੍ਰਕਾਰ ਰੱਬ ਦੇ ਪਿਆਰੇ ਵਾਸਤੇ ਅੰਮ੍ਰਿਤ ਦੇ ਬਿਖ ਸਮਾਨ ਬਰਾਬਰ ਹਨ, ਉਹਦੀ ਅਵਸਥਾ ਦੱਸ ਰਹੇ ਨੇ। ਸੁਰਗ ਨਰਕ ਅੰਮ੍ਰਿਤ ਬਿਖ ਇਹ ਸਭ, ਇਹ ਸਾਰਾ ਕੁਝ ਹੀ ਅੰਮ੍ਰਿਤ ਦੇ ਬਿਖ ਬਰਾਬਰ। ਉਹ ਬਿਖੀਨ ਉਹ ਤਿਉਂ ਕੰਚਨ ਰਪੈਸਾ, ਹਜ਼ੂਰ ਕਹਿੰਦੇ ਇਸੇ ਤਰ੍ਹਾਂ ਕੰਚਨ ਸੋਨਾ ਤੇ ਪੈਸਾ ਤਾਂਬੇ ਦੇ ਪੈਸੇ ਹੁੰਦੇ ਸੀ ਪੁਰਾਣੇ ਸਮੇਂ 'ਚ, ਇਹ ਅਰਥ ਕੀਤਾ। ਜਾਂ ਦਮੜੇ ਕਹਿ ਲਓ, ਇਹ ਪੈਸਾ ਧੇਲਾ ਤੇ ਕੰਚਨ ਸੋਨਾ ਜਾਂ ਤਾਂਬਾ ਤੇ ਸੋਨਾ ਸਭ ਬਰਾਬਰ। ਉਸਤਤ ਨਿੰਦਾ ਇਹ ਸਮਝਾਕ ਹੈ, ਉਸਤਤ ਵਡਿਆਈ ਤੇ ਨਿੰਦਾ ਇਹ ਸਭ ਉਹਦੇ ਬਰਾਬਰ ਹੀ ਹੈ, ਸਮ ਉਹਦੇ ਵਾਸਤੇ ਇੱਕੋ ਜਿਹੀਆਂ ਨੇ। ਲੋਭ ਮੋਹ ਫੁਨ ਤੈਸਾ, ਉਹਦੇ ਵਾਸਤੇ ਪਦਾਰਥਾਂ ਦਾ ਲੋਭ ਤੇ ਮੋਹ, ਫੁਨ ਬੌੜੋ ਤੈਸਾ ਉਸੇ ਤਰ੍ਹਾਂ ਹੀ। ਭਾਵਰ ਨਾ ਲੋਭ ਦਾ ਅਸਰ ਹੈ ਨਾ ਮੋਹ ਦਾ। ਕੋਈ ਉਹਨਾਂ ਨਾਲ ਮੋਹ ਕਰਦਾ ਹੈ ਜਾਂ ਲੋਭੀ ਬਣ ਕੇ ਲਿਜਾਣਾ ਚਾਹੁੰਦਾ ਕੁਛ, ਤੇ ਕੋਈ ਐਸੀ ਨਜ਼ਰ ਵਿੱਚ ਫਰਕ ਨਹੀਂ ਪੈਂਦਾ। ਲੋਭ ਮੋਹ ਫੁਨ ਤੈਸਾ, ਦੁੱਖ ਸੁੱਖ ਇਹ ਵਾਧੇ ਜੇ ਨਾ ਹਨ, ਦੁੱਖ ਤੇ ਸੁੱਖ ਦੋਵਾਂ ਵਿੱਚ ਜਿਹੜੇ ਵੱਜਦੇ ਨਹੀਂ ਹਨ, ਜਿਹੜਾ ਇਹਨਾਂ ਵਿੱਚ ਵੱਜਦਾ ਨਹੀਂ ਹੈ, ਤੇ ਤੁਮ ਜਾਣੋ ਗਿਆਨੀ। ਭਾਈ ਤਿਸ ਨੂੰ ਤੁਸੀਂ ਗਿਆਨਵਾਨ ਪੁਰਸ਼, ਰੱਬ ਨਾਲ ਜਾਣ ਪਛਾਣ ਵਾਲਾ ਪੁਰਸ਼ ਸਮਝ ਲਓ, ਉਹਨੂੰ ਰੱਬ ਦਾ ਗਿਆਨ ਹੈ। ਨਾਨਕ ਮੁਕਤ ਤਾਹੇ ਤੁਮ ਮਾਨੋ ਇਹ ਬਿਦ ਕੋ ਜੋ ਪ੍ਰਾਨੀ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਤਿਸ ਵਿਅਕਤੀ ਦੀ ਮੁਕਤੀ ਹੋਈ ਤੁਸੀਂ ਮੰਨ ਲਓ ਜਿਹੜਾ ਇਸ ਵਿਧੀ ਦਾ ਪ੍ਰਾਣੀ ਹੈ, ਜਿਹਦੇ ਜੀਵਨ ਦਾ ਇਹ ਢੰਗ ਤਰੀਕਾ ਹੈ। ਐਸਾ ਜੋ ਵਿਅਕਤੀ ਹੈ ਉਹਨੂੰ ਤੁਸੀਂ ਮੁਕਤੀ ਦੇ ਪਦ ਤੇ ਪਹੁੰਚਿਆ ਹੋਇਆ ਮੰਨ ਲਓ। ਗੌੜੀ ਮਹੱਲਾ 9। ਗੌੜੀ ਰਾਗਣੀ ਅੰਦਰ ਨਾਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਬਚਨ ਫਰਮਾਉਂਦੇ ਨੇ, ਮਨ ਰੇ ਕਹਾ ਭਇਓ ਤੈ ਬੌਰਾ। ਇਹ ਉੱਤਮ ਬਖਤੇ ਦੇ ਰੂਪ ਵਿੱਚ ਸਤਿਗੁਰੂ ਮਨ ਨੂੰ ਸੰਬੋਧਨ ਹੋ ਕੇ ਉਪਦੇਸ਼ ਦੇ ਰਹੇ ਨੇ। ਆਪਣੇ ਮਨ ਨੂੰ ਸਮਝਾਓ ਭਾਈ ਗੁਰਾਂ ਦੇ ਉਪਦੇਸ਼ ਰਾਹੀਂ ਕਿ ਇਹ ਮਨਾ, ਕਿੱਥੇ ਤੂੰ ਬੌਰਾ ਪਾਗਲ ਝੱਲਾ ਹੋਇਆ ਫਿਰਦਾ। ਬੌਰਾ ਦਾ ਅਰਥ ਹੈ ਝੱਲਾ, ਪਾਗਲ, ਦੀਵਾਨਾ, ਬੇਸਮਝ, ਇੰਜਦਾ ਹੋਇਆ ਫਿਰਦਾ। ਐਨਸ ਔਦ ਘਟਾ ਨਹੀਂ ਜਾਣਾ। ਰਾਤ ਤੇ ਦਿਨ, ਦਿਨ ਤੇ ਰਾਤ ਤੇਰੀ ਔਦ ਉਮਰ ਘਟਦੀ ਜਾ ਰਹੀ ਹੈ, ਵੱਧਦੀ ਨਹੀਂ ਜਾ ਰਹੀ। ਭਇਓ ਲੋਭ ਸੰਗ ਹੋਰਾ, ਲੋਭ ਦੀ ਸੰਗਤ ਵਿੱਚ ਤੂੰ ਹੌਲਾ ਹੋ ਗਿਆ, ਵਿਕਾਰਾਂ ਆਦਿਕਾਂ 'ਚ ਜੁੜ ਕੇ ਤੇਰਾ ਵਜਨ ਬੜਾ ਘਟ ਗਿਆ। ਮਨ ਦੀ ਪਾਇਆ, ਮਨ ਦਾ ਗਰਵਾਪਣ ਕੀ ਹੁੰਦਾ? ਸ਼ੁਭ ਗੁਣ, ਮਾਲਾ ਮਾਲ ਸ਼ੁਭ ਗੁਣਾਂ ਦੇ ਧਨ ਨਾਲ ਹੋਣਾ, ਤਕੜਾ ਹੋਣਾ। ਤੂੰ ਹੌਲਾ ਹੋ ਗਿਆ ਹੈ, ਵਿਕਾਰਾਂ 'ਚ ਗਰਸਿਆ ਹੋਇਆ, ਲੋਭ ਦੀ ਸੰਗਤ ਵਿੱਚ ਤੂੰ ਹੌਲਾ ਬਣ ਗਿਆ, ਤੇਰੀ ਇੱਜ਼ਤ ਘਟ ਗਈ, ਸਤਿਕਾਰ ਘਟ ਗਿਆ, ਤੇਰੇ ਪੱਲੇ ਕੁਛ ਨਹੀਂ ਰਿਹਾ। ਰਹਾਓ ਜੋ ਤਨ ਤੈ ਆਪਣੋ ਕਰ ਮਾਨਿਓ। ਇਸ ਤਨ ਖਾਤਰ ਹੀ ਤੂੰ ਸਾਰਾ ਕੁਝ ਕਰਦਾ ਨਾ। ਤਨ ਨੂੰ ਆਪਣਾ ਮੰਨ ਲਿਆ, ਇਸ ਤੋਂ ਗਾਂਹ ਸੰਬੰਧ ਜਿਹੜੇ ਬਣੇ ਉਹਨਾਂ ਨੂੰ ਆਪਣੇ ਮੰਨ ਲਿਆ ਤੇ ਇਸ ਕਰਕੇ ਲੋਭ ਕਰਦਾ। ਜਿਹੜਾ ਤਨ ਤੂੰ ਆਪਣਾ ਕਰਕੇ ਮੰਨਿਆ, ਮੇਰਾ ਤਨ ਯਾਰ ਧਨ ਮੇਰਾ, ਰਾਜ ਰੂਪ ਮੈਂ ਦੇਸ਼, ਇੰਜ ਸਮਝ ਬੈਠਾ। ਅਰ ਸੁੰਦਰ ਗ੍ਰਹਿ ਨਾਰੀ, ਅਰ ਬੌੜੋ ਸੁੰਦਰ ਘਰ ਵਾਲੀ ਇਸਤਰੀ, ਸੁੰਦਰ ਘਰ ਮਕਾਨ ਤੇ ਘਰ ਇਸਤਰੀ ਆਦਿਕਾਂ ਨੂੰ ਤੂੰ ਬੜਾ ਸੁੰਦਰ ਮੰਨ ਲਿਆ ਹੈ। ਇਨ ਮੈਂ ਕਛ ਤੇਰੋ ਰੇ ਨਾ ਹਨ, ਰੇ ਹੈ ਵਿਅਕਤੀ ਹੈ ਜੀਵ, ਇਹਨਾਂ ਵਿੱਚੋਂ ਕੁਛ ਵੀ ਤੇਰਾ ਨਹੀਂ ਹੈ। ਦੇਖੋ ਸੋਚ ਵਿਚਾਰੀ, ਚੰਗੀ ਤਰ੍ਹਾਂ ਵਿਚਾਰ ਕੇ ਸੋਚ ਕੇ ਵੇਖ ਲਾ। ਰਤਨ ਜਨਮ ਆਪਣੋ ਤੈ ਹਾਰਿਓ, ਤੇਰਾ ਮਨੁੱਖਾ ਜਨਮ ਸੀ ਰਤਨ ਵਰਗਾ ਅਮੋਲਕ, ਤੂੰ ਵਿਸ਼ਿਆਂ ਵਿਕਾਰਾਂ ਦੀਆਂ ਕੌਡੀਆਂ ਪਿੱਛੇ ਹਾਰ ਦਿੱਤਾ, ਜੂਏ 'ਚ ਹਾਰਦਾ।
ਗੋਬਿੰਦ ਗਤ ਨਹੀਂ ਜਾਣੀ, ਗੋਬਿੰਦ ਪਰਮਾਤਮਾ ਦੇ ਸਿਮਰਨ ਵਾਲੀ ਗਤ ਅਵਸਥਾ ਨੂੰ ਤੂੰ ਕੁਛ ਜਾਣਿਆ ਹੀ ਨਹੀਂ, ਤੈਨੂੰ ਸਮਝ ਨਹੀਂ ਆਈ ਪਰਮਾਤਮਾ ਦੇ ਭਜਨ ਦੀ। ਗੋਬਿੰਦ ਭਜਨ ਕੀ ਮਤ ਹੈ ਔਰ ਆਹ ਨਿਮਖ ਨਾ ਲੀਨ ਭਇਓ ਚਰਨਨ ਸਿਉ। ਵਾਹਿਗੁਰੂ ਦੇ ਨਾਮ ਰੂਪ ਚਰਨਾਂ ਨਾਲ ਤੂੰ ਨਿਮਖ ਮਾਤਰ ਪਲ ਮਾਤਰ ਵੀ ਕਦੇ ਲੀਨ ਨਹੀਂ ਹੋਇਆ, ਸਮਾਇਆ ਹੀ ਨਹੀਂ, ਤੇਰਾ ਚਿੱਤ ਨਹੀਂ ਲੱਗਾ। ਬਿਰਥਾ ਉਹਦ ਸਰਾਨੀ, ਏਡੀ ਲੰਮੀ ਉਮਰ ਸਰੀਰ ਦੀ, ਉਹ ਜਿਹੜੀ ਉਮਰ ਸੀ ਵਿਅਰਥਾ ਤੂੰ ਸਰਾਨੀ ਗੁਜ਼ਾਰ ਦਿੱਤੀ, ਵਿਅਰਥ ਹੀ ਗਵਾ ਲਈ। ਕਹੋ ਨਾਨਕ ਸੋਈ ਨਰ ਸੁਖੀਆ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਭਾਈ ਕਹੋ ਉਹੀ ਨਰ ਮਨੁੱਖ, ਜਾਂ ਅਸੀਂ ਕਹਿੰਦੇ ਹਾਂ ਕਿ ਉਹੀ ਨਰ ਪੁਰਸ਼ ਸੁਖੀਆ ਹੈ, ਸੁਖ ਦੇ ਸਹਿਤ ਹੈ। ਰਾਮ ਨਾਮ ਗੁਣ ਗਾਵੇ, ਰਮੇ ਹੋਏ ਰਾਮ ਵਿਆਪਕ ਸਰੂਪ ਪਰਮਾਤਮਾ ਦਾ ਨਾਮ ਜਪਦਾ ਹੈ ਤੇ ਵਾਹਿਗੁਰੂ ਦੇ ਗੁਣਾਨਵਾਦ ਨੂੰ ਗਾਉਂਦਾ ਹੈ। ਔਰ ਸਗਲ ਜਗ ਮਾਇਆ ਮੋਹਿਆ, ਹੋਰ ਤਾਂ ਸਾਰਾ ਜਗਤ ਮਾਇਆ ਦੇ ਮੋਹ ਵਿੱਚ ਮੋਹਿਆ ਹੋਇਆ ਹੈ, ਗਰਸਿਆ ਹੋਇਆ। ਨਿਰਭੈ ਪਦ ਨਹੀਂ ਪਾਵੈ, ਇਸ ਕਰਕੇ ਹੀ ਇਹ ਜਗਤ ਨਿਰਭਉ ਉਹ ਪਦਵੀ ਨਹੀਂ ਪ੍ਰਾਪਤ ਕਰਦਾ ਜਿੱਥੇ ਜਾ ਕੇ ਕੋਈ ਡਰ ਨਹੀਂ ਪੋ ਸਕਦਾ। ਨਿਰਭੈ ਪਦ, ਨਿਰਵਾਣ ਪਦ ਘਰ ਕੋ ਨਾਮ, ਜਿੱਥੇ ਵਾਸ਼ਨਾ ਨਹੀਂ ਪੋ ਸਕਦੀ। ਨਿਰਭੈ ਪਦਵੀ ਜਿੱਥੇ ਜਾ ਕੇ ਕੋਈ ਡਰ ਨਹੀਂ ਪੋ ਸਕਦਾ, ਉਸ ਪਦ ਨੂੰ, ਉਸ ਮੁਰਾਤਬੇ ਨੂੰ ਇਸ ਕਰਕੇ ਜੀਵ ਨਹੀਂ ਪ੍ਰਾਪਤ ਕਰਦਾ। ਗੌੜੀ ਮਹੱਲਾ ਨਾਵਾਂ, ਇਹ ਗੌੜੀ ਰਾਗ ਵਿੱਚ ਨਾਵੇਂ ਪਾਤਸ਼ਾਹ ਦਾ ਅਖੀਰਲਾ ਸ਼ਬਦ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਬਚਨ ਫਰਮਾਉਂਦੇ ਨੇ, ਨਰ ਅਚੇਤ ਪਾਪ ਤੇ ਡਰ ਰਹਿ। ਇਸ ਪੰਕਤੀ ਦਾ ਅਰਥ ਵੀ ਦੋ ਤਰ੍ਹਾਂ ਨਾਲ ਵਿਦਵਾਨਾਂ ਮਹਾਂਪੁਰਸ਼ਾਂ ਕੀਤਾ, ਦਾਨਿਆਂ ਨੇ। ਹੇ ਪ੍ਰਮਾਤਮਾ ਦੇ ਸਿਮਰਨ ਵੱਲੋਂ ਅਚੇਤ ਹੋਏ ਹੋਏ ਨਰ ਪੁਰਸ਼, ਰੱਬ ਦਾ ਚੇਤਾ ਭੁਲਾ ਦੇਣ ਵਾਲੇ ਪੁਰਸ਼, ਇਹ ਵੱਡਾ ਪਾਪ ਹੈ। ਇਸ ਪਾਪ ਤੋਂ ਡਰ, ਤੂੰ ਰੱਬ ਨੂੰ ਭੁਲਾ ਦਿੱਤਾ ਹੈ ਤੇ ਅਕਿਰਤ ਘਣਤਾ ਦਾ ਪਾਪ ਤੇਰੇ ਸਿਰ ਤੇ ਚੜ੍ਹ ਗਿਆ। ਦੂਜਾ ਅਰਥ ਹੈ ਕਿ ਨਰ ਅਚੇਤ ਪਾਪ ਤੇ ਡਰ ਰਹੇ, ਜਿਹੜਾ ਚੇਤੇ ਕਰਕੇ ਨਹੀਂ, ਜਾਣ ਬੁੱਝ ਕੇ ਪਾਪ ਨਹੀਂ ਕੀਤਾ ਜਾਂਦਾ, ਅਚਨਚੇਤ ਹੀ ਪਾਪ ਹੋ ਜਾਏ, ਉਸ ਪਾਪ ਤੋਂ ਵੀ ਡਰ। ਪਾਪ ਕੋਈ ਵੀ ਬੁਰਾ ਹੈ, ਇੱਕ ਜਾਣ ਬੁੱਝ ਕੇ ਕੀਤਾ ਜਾਂਦਾ, ਇੱਕ ਸੁਤੇ ਸਿੱਧ ਹੋ ਜਾਂਦਾ। ਜਿਵੇਂ ਤੁਰਿਆਂ ਤੁਰਿਆਂ ਜਾਂਦਿਆਂ ਕੋਈ ਜੀਵ ਪੈਰ ਥੱਲੇ ਆ ਕੇ ਮਰ ਜਾਏ, ਕਹਿੰਦੇ ਉਸ ਪਾਪ ਤੋਂ ਵੀ ਡਰ, ਭੈ ਰੱਖ। ਨਰ ਅਚੇਤ ਪਾਪ ਤੇ ਡਰ ਰਹੇ। ਹੇ ਨਰ, ਤੂੰ ਪ੍ਰਮਾਤਮਾ ਦੇ ਚੇਤੇ ਵੱਲੋਂ ਅਚੇਤ ਹੋ ਰਿਹਾ, ਬਿਸੁੱਧ ਹੋ ਰਿਹਾ ਹੈ, ਪਾਪਾਂ ਤੋਂ ਡਰ। ਦੀਨ ਦਇਆਲ ਸਗਲ ਭੈ ਪੰਜਨ, ਦੀਨ ਗਰੀਬਾਂ ਉੱਪਰ ਆਜਿਜ਼ ਨਿਮਾਣਿਆਂ, ਸ਼ਰਨ ਪੈਣ ਵਾਲਿਆਂ ਤੇ ਜੋ ਦਿਆਲੂ ਹੋਣ ਵਾਲਾ ਵਾਹਿਗੁਰੂ ਹੈ ਤੇ ਸਾਰਿਆਂ ਡਰਾਂ ਨੂੰ ਭੰਨਣ ਵਾਲਾ, ਨਾਸ ਕਰਨ ਵਾਲਾ ਹੈ। ਸਰਨ ਤਾਹੇ ਤੁਮ ਪਰ ਰੇ ਹੇ ਜੀਵ, ਐਸੇ ਵਾਹਿਗੁਰੂ ਦੀ ਸ਼ਰਨ ਵਿੱਚ ਤੂੰ ਪੈ ਜਾ, ਭੱਜ ਕੇ ਰਹਾਓ। ਵੇਦ ਪੁਰਾਣ ਜਾਸ ਗੁਣ ਗਾਵਤ, ਚਾਰੇ ਵੇਦ 18 ਪੁਰਾਣ ਸਾਰੇ ਗ੍ਰੰਥ ਜਿਸ ਪਰਮਾਤਮਾ ਦੇ ਗੁਣ ਗਾਉਂਦੇ ਨੇ, ਰੱਬ ਦੀ ਗੱਲ ਹੀ ਕਰਦੇ ਨੇ ਸਾਰੇ। ਤਾ ਕੋ ਨਾਮ ਹੀਏ ਮੋਹ ਧਰ ਰੇ, ਇਸ ਪਰਮਾਤਮਾ ਦੇ ਨਾਮ ਨੂੰ ਆਪਣੇ ਹਿਰਦੇ 'ਚ ਧਰ ਟਿਕਾ ਹੈ ਜੀਵ। ਪਾਵਨ ਨਾਮ ਜਗਤ ਮੈਂ ਹਰ ਕੋ, ਸਿਮਰ ਸਿਮਰ ਕਸਮਲ ਸਭ ਹਰ ਰੇ। ਇਸ ਜਗਤ ਵਿੱਚ ਜੇ ਕੋਈ ਪਵਿੱਤਰ ਵਸਤੂ ਹੈ ਤੇ ਉਹ ਵਾਹਿਗੁਰੂ ਦਾ ਨਾਮ ਹੈ। ਹਰੀ ਅਕਾਲ ਪੁਰਖ ਦਾ ਨਾਮ ਹੀ ਇਸ ਜਗਤ ਵਿੱਚ ਪਾਵਨ ਪਵਿੱਤਰ ਹੈ, ਤੈਨੂੰ ਵੀ ਪਵਿੱਤਰ ਕਰ ਦੇਗਾ। ਉਸ ਨਾਮ ਦੁਆਰਾ ਸਿਮਰ ਸਿਮਰ, ਉਸ ਨਾਮ ਦਾ ਸਿਮਰਨ ਕਰ ਕਰਕੇ, ਮਨ ਬਾਣੀ ਕਰਕੇ, ਕਸਮਲ ਸਭ ਹਰ ਰੇ। ਹਰਨਾ ਹੁੰਦਾ ਨਾਸ ਕਰਨਾ, ਆਪਣੇ ਸਾਰੇ ਕਸਮਲ ਪਾਪ ਦੂਰ ਕਰ ਲੈ, ਹਰ ਲਾ, ਨਾਸ ਕਰ ਲਾ। ਇਹਦੇ ਨਾਲ ਸਾਰੇ ਪਾਪ ਹੀ ਨਿਵਰਤ ਹੋ ਜਾਣਗੇ। ਮਾਨਸ ਦੇਹ ਬਹੁਰ ਨਾ ਪਾਵੈ, ਅੱਗੇ ਤੋਂ ਪਾਪ ਕਰਨੋਂ ਮਨ ਹਟ ਜਾਂਦਾ, ਕਿਉਂਕਿ ਮਨ ਦੀ ਮੈਲ ਉਤਰ ਜਾਂਦੀ। ਪਿਛਲੇ ਪਾਪ ਬਖਸ਼ੇ ਜਾਂਦੇ, ਕਿਉਂਕਿ ਪਛਤਾਵਾ ਅੰਦਰ ਜਨਮ ਲੈਂਦਾ, ਇਹਦੇ ਨਾਲ ਪਾਪ ਧੁੱਪ ਜਾਂਦੇ ਨੇ। ਮਾਨਸ ਦੇਹ ਬਹੁਰ ਨਾ ਪਾਵੈ, ਜੇ ਹੁਣ ਖੁੰਝ ਗਿਆ ਨਾ, ਹਜ਼ੂਰ ਨੇ ਕਿਹਾ 184 ਜੋਨ ਸਬਾਈ, ਮਾਨਸ ਕਉ ਪ੍ਰਭ ਦੀ ਵਡਿਆਈ। ਇਸ ਪੌੜੀ ਤੇ ਜੋ ਨਰ ਚੂਕੈ ਸੋ ਆਏ ਜਾਏ ਦੁੱਖ ਪਾਏ ਦਾ। ਮਾਨਸ ਦੇ ਬਹੁਰ ਨਾ ਪਾਵੈ, ਇੱਕ ਵਾਰੀ ਮਿਲੀ ਹੈ, ਜੇ ਖੁੰਝ ਗਿਆ ਇਸ ਤੋਂ ਤੇ ਬਹੁਰੋ ਦੁਬਾਰਾ ਇਹ ਜੀਵ ਮਨੁੱਖਾ ਦੇਹ ਨਹੀਂ ਪ੍ਰਾਪਤ ਕਰਦਾ। ਕਛੂ ਉਪਾਉ ਮੁਕਤ ਕਾ ਕਰ ਰੇ, ਮੁਕਤੀ ਪ੍ਰਾਪਤ ਕਰਨ ਦਾ ਕੁਛ ਯਤਨ ਕਰ ਹੈ ਭਾਈ। ਨਾਨਕ ਕਹਿਤ ਗਾਏ ਕਰੁਣਾ ਮਹਿ, ਸੰਬੰਧਕ ਪਾਠ। ਕਰੁਣਾ ਅੱਗੇ ਥੋੜ੍ਹੀ ਜਿਹੀ ਡੰਡੀ ਲਾ ਕੇ ਮੈਂ, ਯਾਨੀ ਅਰਥ ਵਾਸਤੇ ਦੱਸ ਰਿਹਾ। ਕਰੁਣਾ ਮੈਂ ਨਹੀਂ ਪਾਠ ਕਰਨਾ। ਨਾਨਕ ਕਹਿਤ ਗਾਏ ਕਰੁਣਾ ਮਹਿ, ਜਿਹੜਾ ਤਰਸ ਰੂਪ ਹੈ,
ਕਿਰਪਾਲੂ ਸਰੂਪ ਹੈ, ਦਿਆਲੂ ਸਰੂਪ ਹੈ ਵਾਹਿਗੁਰੂ। ਸਤਿਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ ਉਸ ਪਰਮਾਤਮਾ ਨੂੰ ਗਾ ਲੈ, ਰੱਬ ਦਾ ਜਸ ਗਾ ਲੈ। ਭਵ ਸਾਗਰ ਕੈ ਪਾਰ ਉਤਰ ਰਹੇ, ਜਿਹੜਾ ਭਵ ਡਰਾਂ ਨਾਲ ਭਰਿਆ ਹੋਇਆ ਸਾਗਰ ਸਮੁੰਦਰ, ਜਿੱਥੇ ਖਾਸ ਕਰਕੇ ਜੰਮਣ ਮਰਨ ਦਾ ਡਰ ਬਣਿਆ ਰਹਿੰਦਾ, ਇਸ ਭਵ ਸਾਗਰ ਸੰਸਾਰ ਸਮੁੰਦਰ ਤੋਂ ਹੇ ਰੇ ਹੇ ਜੀਵ ਪਾਰ ਉਤਰ ਜਾ। ਤੈਨੂੰ ਪਾਰ ਉਤਰਨ ਦਾ ਰਾਹ ਦੱਸ ਰਹੇ ਹਾਂ। ਜੇ ਤੇਰੇ ਭਾਗ ਸਵੱਲੇ ਹਨ ਤੇ ਇੰਜ ਕਰ, ਤੇ ਇਸ ਭਵਜਲ ਸੰਸਾਰ ਤੋਂ ਪਾਰ ਉਤਰਨ ਵਾਸਤੇ ਵਾਹਿਗੁਰੂ ਦਾ ਜਸ ਗਾ ਲੈ, ਰੱਬ ਦੇ ਗੁਣ ਗਾ ਲੈ, ਉਸ ਦੀਆਂ ਵਡਿਆਈਆਂ ਕਰ ਸੁਣ, ਇਸ ਕਰਕੇ ਤੂੰ ਪਾਰ ਉਤਰ ਜਾਏਗਾ। ਇੱਥੋਂ ਤੱਕ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸ਼ਬਦ ਸੰਪੂਰਨ ਹੋਏ ਨੇ। ਇਸ ਤੋਂ ਅੱਗੇ ਫਿਰ ਲੰਮੇ ਸਰੂਪ ਦੇ ਸ਼ਬਦ ਯਾਨੀ ਅਸ਼ਟਪਦੀਆਂ ਆਰੰਭ ਹੋਣਗੀਆਂ। ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।